ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਸਵਲੀਨ ਕੌਰ ਜੱਸੜ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੇ ਸਾਲ ਦੀਆਂ ਸਿਆਸੀ ਅਤੇ ਨਾਨ ਪੋਲੀਟੀਕਲ ਘਟਨਾਵਾਂ ਤੇ ਝਾਤ ਪਾਵਾਂਗੇ ਤੇ ਸਟੂਡੀਓ 'ਚ ਮੇਰੇ ਨਾਲ ਇਸ ਵੇਲੇ ਦੋ ਐਕਸਪਰਟ ਮੌਜੂਦ ਨੇ, ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬਿਲਗਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਵਲੀਨ ਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ ਹਾਲ ਆ। ਸਾਲ ਦਾ ਅਖੀਰਲਾ ਦਿਨ ਹੈ ਤੇ ਸਾਰੀਆਂ ਪੋਲੀਟੀਕਲ ਤੇ ਨਾਨ ਪੋਲੀਟੀਕਲ ਘਟਨਾਵਾਂ, ਮਤਲਬ ਸਾਰੀਆਂ ਨਹੀਂ ਪ੍ਰਮੁੱਖ ਘਟਨਾਵਾਂ ਤੇ ਅਸੀਂ ਝਾਤ ਪਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਿਲਕੁਲ ਸਾਹਿਬ, ਜੇ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਤੋਂ ਕਰਨੀ ਹੋਵੇ ਤੇ ਇਸ ਸਾਲ ਦੀ ਸਭ ਤੋਂ ਪ੍ਰਮੁੱਖ ਕਿਹੜੀ ਘਟਨਾ ਮੰਨਦੇ ਹੋ ਜਿਹੜੀ ਚੇਤਿਆਂ ਦੇ ਵਿੱਚੋਂ ਛੇਤੀ ਨਹੀਂ ਨਿਕਲਣੀ? ਸਵਲੀਨ, ਜੇਕਰ ਇਸ ਸਾਲ ਦੇ ਆਪਾਂ ਸ਼ੁਰੂਆਤੀ ਦੌਰ ਦੀ ਕਰੀਏ, ਭਾਵੇਂ ਕਿ ਪਿਛਲੇ ਸਾਲ ਦੇ ਵਿੱਚ ਹੀ ਉਹ ਘਟਨਾ ਜਿਹੜੀ ਸੀਗੀ ਜੀ ਉਹ ਸ਼ੁਰੂ ਹੋ ਚੁੱਕੀ ਸੀਗੀ, ਜਿਹਦੀ ਗੱਲ ਕਰਨ ਲੱਗੇ ਆਪਾਂ ਕਿਸਾਨ ਅੰਦੋਲਨ ਦੀ, ਜਿਹੜਾ ਪੂਰੇ ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਆਪਣੀ ਇੱਕ ਵਿਲੱਖਣ ਛਾਪ ਵੀ ਛੱਡ ਗਿਆ ਤੇ ਆਉਣ ਵਾਲੇ ਇਤਿਹਾਸ ਦਾ ਹਿੱਸਾ ਵੀ ਬਣ ਗਿਆ, ਚੇਤਿਆਂ 'ਚ ਉਕਰਿਆ ਗਿਆ। ਬਿਲਕੁਲ ਉਕਰਿਆ ਗਿਆ। ਉਹ ਭਾਵੇਂ ਕਿ 2020 ਦੇ ਅੰਤਮ ਮਹੀਨਿਆਂ ਦੇ ਵਿੱਚ ਸ਼ੁਰੂਆਤ ਹੁੰਦੀ ਆ ਤੇ 26 ਨਵੰਬਰ 2020 ਨੂੰ ਉਹ ਦਿੱਲੀ ਵੱਲੋਂ ਚਾਲੇ ਪਾਉਂਦਾ, ਪਰ ਉਹਦੇ ਵਿੱਚ ਜਦੋਂ ਵੱਡੀਆਂ ਘਟਨਾਵਾਂ ਵਾਪਰਦੀਆਂ ਜਾ ਕੇ 26 ਜਨਵਰੀ ਨੂੰ ਜਦੋਂ ਦਿੱਲੀ ਦੇ ਦਰਵਾਜ਼ਿਆਂ ਤੇ ਜਾ ਕੇ ਕਿਸਾਨ ਅੰਦੋਲਨ ਆਪਣੀ ਪੂਰੀ ਜੋਬਨ ਵਿੱਚ ਹੁੰਦਾ, 22, 23, 24, 25 ਤੇ 26 ਜਨਵਰੀ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਉਹ ਜਦੋਂ ਸਰਕਾਰ ਦੇ ਨਾਲ ਕੋਈ ਰੋਡ ਮੈਪ ਤੈਅ ਹੁੰਦਾ ਹੈ, ਉਸ ਤੋਂ ਵੱਧ ਕੇ ਜਦੋਂ ਕੁਝ ਕਿਸਾਨ ਜਥੇਬੰਦੀਆਂ ਦੇ ਕਹਿ ਸਕਦੇ ਕਿਸਾਨ ਲਾਲ ਕਿਲ੍ਹੇ ਵੱਲ ਨੂੰ ਉਤਰਦੇ ਨੇ, ਭਾਵੇਂ ਕਿ ਉਹ ਚੀਜ਼ ਇੱਕ ਵਿਵਾਦ ਦਾ ਵਿਸ਼ਾ ਰਹੀ ਆ ਕਿ ਸਰਕਾਰ ਆਪਣੇ ਆਪ ਉਧਰ ਨੂੰ ਲੈ ਕੇ ਗਈ ਆ ਕਿ ਜਾਂ ਨੌਜਵਾਨ ਗਏ ਨੇ, ਇਹ ਤਾਂ ਸੰਸਾਰ ਆਪਾਂ ਦੇਖ ਲਿਆ, ਕਿਉਂਕਿ ਇਹਦਾ ਅੰਦੋਲਨ ਦਾ ਜਿਹੜਾ ਰਿਜ਼ਲਟ ਆਇਆ ਆ ਉਹ ਕਿਸਾਨਾਂ ਮੁਤਾਬਕ ਜਿੱਤ ਦੇ ਵਿੱਚ ਆਇਆ। ਤੇ ਉਹ ਘਟਨਾ ਜਿਹੜੀ 26 ਜਨਵਰੀ ਦੀ ਘਟਨਾ ਘਟੀ ਆ, ਉਹਨੇ ਫਿਰ ਤਕਰੀਬਨ ਇਸ ਅੰਦੋਲਨ ਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ ਸੀ। ਖਿੜਕ ਗਿਆ ਅੰਦੋਲਨ, ਬਿਲਕੁਲ ਇਹਦੇ ਮਾਇਨੇ ਹੀ ਬਦਲ ਕੇ ਰੱਖ ਦਿੱਤੇ, ਖਾਸ ਕਰਕੇ ਨੈਸ਼ਨਲ ਮੀਡੀਆ ਨੇ। 26 ਜਨਵਰੀ ਦੀ ਘਟਨਾ ਤੋਂ ਬਾਅਦ 27 ਜਨਵਰੀ ਨੂੰ ਘਟਨਾ ਵਾਪਰਦੀ, ਜਿਹੜੀ ਰਕੇਸ਼ ਟਕੈਤ ਵਾਲੀ, ਜਿਹੜੀ ਉਹਦੀ ਭਾਵਕ ਅਪੀਲ ਸੀਗੀ। ਉਹਦੇ ਵਿੱਚ ਕੀ ਆ, ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ ਨੇ ਤੇ ਹਰਿਆਣੇ ਦੇ ਜਿਹੜੇ ਲੋਕ ਸੀਗੇ, ਉਹਨਾਂ ਨੇ ਫਿਰ ਬਹੁਤ ਵੱਡੇ ਪੱਧਰ ਤੇ ਆਪਣੀ ਸ਼ਮੂਲੀਅਤ ਦਿਖਾ ਕੇ ਉਸ ਅੰਦੋਲਨ ਨੂੰ ਫਿਰ ਪੈਰੀ ਖੜੇ ਕਰਨ ਦਾ ਯਤਨ ਕੀਤਾ। ਪਰ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਉਹ ਜੋਬਨ ਦੁਬਾਰਾ ਅੰਦੋਲਨ ਤੇ ਨਹੀਂ ਬਣ ਪਾਇਆ। ਪਰ ਫਿਰ ਵੀ ਕਹਿ ਸਕਦੇ ਜਿਹੜੇ ਇਸ ਸੋਚ ਨਾਲ ਜੁੜੇ ਹੋਏ ਲੋਕ ਸੀਗੇ, ਉਹ ਭਾਵੇਂ ਹਫ਼ਤੇ ਲਈ ਜਾਂਦੇ ਸੀ, 10 ਦਿਨ ਲਈ ਜਾਂਦੇ ਸੀਗੇ, ਕੋਈ 5 ਦਿਨ ਲਈ ਜਾਂਦਾ ਸੀਗਾ। ਅੰਦੋਲਨ ਜਿਹੜਾ ਆ ਉਹ ਤਪਦੀ ਗਰਮੀ ਦੇ ਵਿੱਚ ਵੀ, ਸਰਦੀ ਦੇ ਵਿੱਚ ਵੀ, ਬਰਸਾਤਾਂ ਵਿੱਚ ਵੀ ਉਹ ਆਪਣੇ ਮੋਰਚਿਆਂ ਤੇ ਟਿਕਿਆ ਜ਼ਰੂਰ ਰਿਹਾ, ਭਾਵੇਂ ਗਿਣਤੀ ਘਟਦੀ ਵੱਧਦੀ ਰਹੀ ਆ। ਪਰ ਜਦੋਂ ਵੀ ਕੋਈ ਕਾਲ ਹੁੰਦੀ ਸੀ ਤਾਂ ਕਿਸਾਨ ਜਥੇਬੰਦੀਆਂ ਦੇ ਕਹਿਣ ਉੱਤੇ ਲੋਕ ਪਹੁੰਚਦੇ ਸੀ, ਚਾਹੇ ਮੁਜ਼ੱਫਰਨਗਰ ਦੀ ਆਪਾਂ ਗੱਲ ਕਰ ਲਈਏ, ਚਾਹੇ ਕਿਤੇ ਪੰਜਾਬ ਦੇ ਹਿੱਸੇ 'ਚ ਕੋਈ ਰੈਲੀ ਹੋਈ ਹੋਵੇ ਉਹਦੀ ਗੱਲ ਕਰ ਲਈਏ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਲੱਗ ਰਿਹਾ ਸੀਗਾ ਕਿ ਅੰਦੋਲਨ ਜਿਹੜਾ ਆ ਉਹ ਆਪਣੇ ਸਹੀ ਟਰੈਕ ਤੇ ਜਾ ਰਿਹਾ, ਭਾਵੇਂ ਕਿ ਸਰਕਾਰਾਂ ਦੀਆਂ ਵੱਖ-ਵੱਖ ਏਜੰਸੀਆਂ ਨੇ, ਸਰਕਾਰ ਦੇ ਵੱਖ-ਵੱਖ ਵਿੱਚ ਕੰਮ ਕਰਦੇ ਲੋਕਾਂ ਨੇ, ਖਾਸ ਕਰਕੇ ਭਾਜਪਾ ਨੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਵੱਖ-ਵੱਖ ਨਾਂ ਵੀ ਦਿੱਤੇ ਗਏ, ਬਹੁਤ ਕੁਝ ਹੋਇਆ। ਪਰ ਅਖੀਰ ਕਹਿੰਦੇ ਹੁੰਦੇ ਆ ਵੀ ਅੰਤ ਭਲਾ ਤੇ ਸਭ ਭਲਾ। ਅਖੀਰ ਜਿਹੜੀ ਕੋਈ ਗੱਲਬਾਤ ਹੁੰਦੀ ਆ, ਉਹ ਕਿਤੇ ਤਾਂ ਕਿਸਾਨ ਅੰਦੋਲਨ ਦੇ ਵਿੱਚ ਸਾਡੀ ਨੇਤਾਵਾਂ ਨਾਲ ਵੀ ਗੱਲ ਹੋਈ ਆ, ਉਹ ਵੀ ਸੋਚਦੇ ਹੁੰਦੇ ਵੀ ਬੜਾ ਲੰਬਾ ਕੰਮ ਹੋ ਗਿਆ ਆ, ਬਈ ਸ਼ਾਇਦ ਇਹਦਾ ਰਿਜ਼ਲਟ ਜਿੱਦਾਂ ਦਾ ਪ੍ਰਧਾਨ ਮੰਤਰੀ ਬਹੁਤ ਜ਼ਿਆਦਾ ਸਖਤ ਸਟੈਂਡ ਵਾਲਾ ਮੰਨਿਆ ਜਾਂਦਾ ਆ। ਔਰ ਵੱਡੀ ਗੱਲ ਜਿਹੜੀ ਚੁੱਪ ਨੇ ਇੱਕ ਸ਼ਸ਼ੋਪੰਜ ਕ੍ਰੀਏਟ ਕੀਤੀ ਹੋਈ ਸੀ ਪੂਰੀ, ਜਿਉਂ ਫਿਰ 22 ਜਨਵਰੀ ਤੋਂ ਬਾਅਦ ਗੱਲਬਾਤ ਬੰਦ ਹੁੰਦੀ, ਉਸ ਤੋਂ ਬਾਅਦ ਕੋਈ ਗੱਲਬਾਤ ਸ਼ੁਰੂ ਨਹੀਂ ਹੁੰਦੀ ਹੈਗੀ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਵਿੱਚ ਜਾਂ ਲੋਕਾਂ ਵਿੱਚ ਵੀ ਇੱਕ ਇਸ ਗੱਲ ਦਾ ਅਸਮੰਜਸ ਸੀ ਵੀ ਸ਼ਾਇਦ ਕਿਤੇ ਇੱਦਾਂ ਦੀ ਗੱਲ ਨਾ ਹੋਵੇ ਵੀ ਸਾਨੂੰ ਖਾਲੀ ਮੁੜਨਾ ਪਵੇ। ਪਰ ਉਹਨਾਂ ਦਾ ਕਿਸਾਨਾਂ ਦਾ ਸਿਰੜ ਸੀ ਜਿਹੜਾ, ਉਹ ਉਹਨਾਂ ਨੂੰ ਬਿਲਕੁਲ ਬਿਠਾਈ ਬੈਠਾ ਸੀਗਾ ਬਈ ਅਸੀਂ ਜਿੱਤ ਕੇ ਹੀ ਜਾਵਾਂਗੇ। ਇਹਦੇ ਵਿੱਚ ਫਿਰ ਜਦੋਂ ਇੱਕ ਵੱਡੀ ਘਟਨਾ ਜਾ ਕੇ ਮੁਜ਼ੱਫਰਨਗਰ ਦੀ ਰੈਲੀ ਹੁੰਦੀ ਹੈ ਨਵੰਬਰ ਦੇ ਵਿੱਚ, ਸਪਟੰਬਰ ਦੇ ਵਿੱਚ, ਤੇ ਦੂਸਰੇ ਮਹੀਨੇ ਅਕਤੂਬਰ 2021 ਦੇ ਵਿੱਚ ਫਿਰ ਜਦੋਂ ਲਖੀਮਪੁਰ ਖੀਰੀ ਦੀ ਚੜ੍ਹਦੇ ਮਹੀਨੇ ਘਟਨਾ ਵਾਪਰਦੀ 3 ਅਕਤੂਬਰ 2021, ਬਿਲਕੁਲ ਉਸ ਘਟਨਾ ਨੇ ਫਿਰ ਦੁਬਾਰਾ ਅੰਦੋਲਨ ਨੂੰ ਬਿਲਕੁਲ ਜ਼ਿਆਦਾ ਪੱਬਾਂ ਭਾਰ ਕਰ ਦਿੱਤਾ। ਲੋਕਾਂ ਦੇ ਵਿੱਚ ਜਿੱਥੇ ਕਿਤੇ ਨਾ ਕਿਤੇ ਕੋਈ ਥੋੜੀ ਬਾਲੀ ਅਵੇਸਲਾਪਨ ਵੀ ਸੀਗਾ, ਪਰ ਫਿਰ ਲੋਕਾਂ ਨੇ ਉਹ ਲਖੀਮਪੁਰ ਖੀਰੀ ਦੀਆਂ ਜਦੋਂ ਐਦਾਂ ਦੇ ਦ੍ਰਿਸ਼ ਦੇਖੇ ਜਿਹਦੇ ਵਿੱਚ 18 ਸਾਲ ਦਾ, 20 ਸਾਲ ਦਾ, 60 ਸਾਲ ਦਾ ਬਜ਼ੁਰਗ ਪੱਤਰਕਾਰ ਦਾ ਚਲੇ ਜਾਣਾ, ਇੱਕ 35 ਸਾਲ ਦੀ ਨੌਜਵਾਨ ਦਾ ਸ਼ਹੀਦ ਹੋਣਾ, ਉਹ ਜਿਹੜੀ ਇੱਕ ਥਾਰ ਗੱਡੀ ਜਾਂਦੀ ਸੀ, ਇੱਕ ਜੀਪ ਜਾਂਦੀ ਸੀਗੀ, ਉਹਨੇ ਜਦੋਂ ਵੱਖ-ਵੱਖ ਕਿਸਾਨ ਜਿਹੜੇ ਆਪਣੇ ਆ ਰਹੇ ਸੀ ਪ੍ਰਦਰਸ਼ਨ ਕਰਕੇ, ਉਹਨਾਂ ਨੂੰ ਘਰਾਂ ਨੂੰ ਜਾਂਦੇ ਨੂੰ ਰੋਂਦੇ ਆ, ਉਹਨਾਂ ਤਸਵੀਰਾਂ ਨੇ ਫਿਰ ਸਵਲੀਨ ਦੁਨੀਆ ਦੇ ਵਿੱਚ ਜਿਹੜਾ ਆ ਉਹ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਘਟਨਾ ਨੇ
ਕਿ ਕਹਿ ਸਕਦੇ ਕਿ ਜਿਹੜੀ ਪਿਛਲੀ ਚੁੱਪੀ ਸੀਗੀ 8-9 ਮਹੀਨੇ ਦੀ, ਉਹਨੂੰ ਫਿਰ ਸਰਕਾਰ ਨੂੰ ਜਿਹੜਾ ਆ ਉਹ ਬੈਕਫੁੱਟ ਤੇ ਉੱਥੇ ਆਣ ਕੇ ਆਉਣਾ ਪਿਆ। ਉਹ ਮੰਤਰੀ ਦੇ ਮੁੰਡੇ ਨੂੰ ਗ੍ਰਿਫਤਾਰ ਵੀ ਕਰਨਾ ਪਿਆ, ਭਾਵੇਂ ਕਿ ਹੁਣ ਜਿਹੜਾ ਮੰਤਰੀ ਦਾ ਮੁੰਡਾ ਆ ਉਹ ਇਸ ਵਕਤ ਜੇਲ੍ਹ ਦੇ ਪਿੱਛੇ ਆ। ਸੈੱਟ ਨੇ ਵੀ ਕਹਿ ਦਿੱਤਾ ਆ ਵੀ ਇਹ ਵਾਕਿਆ ਹੀ ਜਿਹੜੀ ਘਟਨਾ ਸੀਗੀ, ਇਹ ਸੋਚੀ ਸਮਝੀ ਸਾਜ਼ਿਸ਼ ਸੀਗੀ। ਇਹ ਸਾਰੀਆਂ ਘਟਨਾਵਾਂ ਦੇ ਵਿੱਚ ਦੀ ਹੁੰਦਾ ਹੋਇਆ ਕਹਿ ਸਕਦੇ ਹਾਂ ਕਿ ਕਿਸਾਨਾਂ ਲਈ ਖੁਸ਼ੀ ਦਾ ਦਿਨ ਉਦੋਂ ਆਇਆ ਜਦੋਂ 19 ਨਵੰਬਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਪ੍ਰਧਾਨ ਮੰਤਰੀ ਜਦੋਂ ਸਵੇਰੇ ਕੋਈ 8-9 ਵਜੇ ਟੀਵੀ ਤੇ ਸੰਬੋਧਨ ਹੋ ਗਿਆ ਵੀ ਇਹ ਕਾਨੂੰਨ ਜਿਹੜੇ ਮੈਂ ਵਾਪਸ ਲੈਣਾ ਆ, ਕਾਨੂੰਨ ਵਾਪਸ ਲੈ ਕੇ ਤਾਂ ਮੈਂ ਕਿਸਾਨਾਂ ਤੋਂ ਮਾਫੀ ਵੀ ਮੰਗਣਾ। ਉਹ ਚੀਜ਼ ਨੇ ਫਿਰ ਪਹਿਲਾਂ ਤਾਂ ਲੋਕਾਂ ਨੂੰ ਘੰਟਾ 2 ਘੰਟੇ ਦਾ ਯਕੀਨ ਹੀ ਨਹੀਂ ਹੋਇਆ ਵੀ ਵਾਕਿਆ ਇਦਾਂ ਹੋ ਸਕਦੀ ਆ, ਵੀ ਕੋਈ ਮੀਟਿੰਗ ਨਹੀਂ, ਕੋਈ ਗੱਲਬਾਤ ਨਹੀਂ, ਇੱਕ ਦੂਜੇ ਨੂੰ ਫੋਨ ਕਰ ਪੁੱਛਿਆ ਵੀ ਇਹ ਸੱਚ ਹੈ। ਵੱਡੇ ਲੀਡਰਾਂ ਨੂੰ ਵੀ ਨਹੀਂ ਸੀ ਪਤਾ ਵੀ ਇਦਾਂ ਹੋ ਜਾਊਗੀ, ਪਰ ਪ੍ਰਧਾਨ ਮੰਤਰੀ ਨੇ ਉਸ ਵੇਲੇ ਆਪਣਾ ਜਿਹੜਾ ਸਟੈਂਡ ਕਲੀਅਰ ਕੀਤਾ ਵੀ ਅਸੀਂ ਕਾਨੂੰਨ ਵਾਪਸ ਲੈ ਰਹੇ ਹਾਂ। ਉਹ ਫਿਰ 29 ਨਵੰਬਰ ਨੂੰ ਸੰਸਦ ਵਿੱਚ ਜਿੱਦਾਂ ਰੌਲੇ ਰੱਪੇ ਦੇ ਵਿੱਚ ਪਹਿਲਾਂ ਪਾਸ ਕੀਤਾ ਸੀਗਾ, ਇਦਾਂ ਹੀ ਇਹ ਜਿਹੜਾ ਬਿੱਲ ਸੀ ਖਾਰਜ ਕਰਨ ਵਾਲਾ ਉਹ ਵੀ ਇਦਾਂ ਰੌਲੇ ਰੱਪੇ ਵਿੱਚ ਪਾਸ ਕਰਕੇ ਤਾਂ ਮਿੰਟੋ ਮਿੰਟੀ ਰਾਸ਼ਟਰਪਤੀ ਦੇ ਸਾਈਨ ਕਰਾ ਕੇ ਤੇ ਉਹਨਾਂ ਨੇ ਜਿਹੜਾ ਸੀ ਇਹ ਆਪਣੇ ਸਾਲ ਭਰ ਦਾ ਉਹਨਾਂ ਦੇ ਗਾਲੇ ਇਹ ਅੰਦੋਲਨ ਪਿਆ ਹੋਇਆ ਸੀ ਉਹਨੂੰ ਲਾਉਣ ਦਾ ਯਤਨ ਕੀਤਾ। ਪਰ ਕਿਸਾਨ ਜਥੇਬੰਦੀਆਂ ਨੇ ਫਿਰ ਵੀ ਇਸ ਗੱਲ ਦੀ ਵੇਟ ਕੀਤੀ ਵੀ ਜਿੰਨਾ ਚਿਰ ਲਿਖਤੀ ਪੜਤੀ ਸਾਡੇ ਨਾਲ ਤੁਸੀਂ ਕੋਈ ਗੱਲਬਾਤ ਨਹੀਂ ਕਰਦੇ ਤੇ ਫਿਰ ਅਸੀਂ ਉਹਨਾਂ ਚਿਰ ਵਾਪਸ ਨਹੀਂ ਜਾਵਾਂਗੇ। ਅਖੀਰ ਜਦੋਂ ਕਿਸਾਨਾਂ ਨਾਲ ਗੱਲਬਾਤ ਹੋ ਜਾਂਦੀ ਆ, ਸਾਰੀਆਂ ਉਹਨਾਂ ਦੀਆਂ ਸ਼ਰਤਾਂ ਤੈਅ ਹੋ ਜਾਂਦੀਆਂ, ਗਾਂ ਵਾਲੀ MSP ਦੀ ਕਮੇਟੀ ਬਣ ਜਾਂਦੀ ਤੇ 11 ਨਵੰਬਰ ਨੂੰ ਫਿਰ ਅੰਦੋਲਨ ਦਿੱਲੀ ਦੇ ਦਰਵਾਜ਼ੇ ਤੋਂ ਉੱਠ ਕੇ ਹਰਮੰਦਰ ਸਾਹਿਬ ਮੱਥਾ ਟੇਕ ਕੇ ਫਿਰ ਆਪਣੀ ਜਿੱਤ ਦੀ ਖੁਸ਼ੀ ਮਨਾ ਕੇ ਘਰਾਂ ਨੂੰ ਚਲੇ ਜਾਂਦੇ 11 ਦਸੰਬਰ ਨੂੰ। ਸ਼ਰਮਾ ਜੀ, ਜੇ ਕਿਸਾਨ ਅੰਦੋਲਨ ਦਾ ਪ੍ਰਭਾਵ ਦੇਖਣਾ ਹੋਵੇ ਸਿਆਸਤ ਤੇ ਆਮ ਲੋਕਾਂ ਤੇ, ਕਿਸ ਤਰ੍ਹਾਂ ਦਾ ਦੇਖਦੇ ਹੋ? ਦੇਖੋ, ਸਿਆਸਤ ਦਾ ਜਿਹੜਾ ਜੁੜਾਵ ਆ ਉਹ ਕਿਸਾਨ ਅੰਦੋਲਨ ਦੇ ਨਾਲ ਬਿਲਕੁਲ ਸਿੱਧਾ ਸੀ, ਕਿਉਂਕਿ ਇਹਨਾਂ ਦਾ ਜਿਹੜਾ ਅੰਦੋਲਨ ਸੀ ਉਹ ਸਿਆਸੀ ਧਿਰ ਦੇ ਨਾਲ ਸੀ, ਸਿਆਸੀ ਧਿਰ ਤੋਂ ਵੀ ਅੱਗੇ ਸੱਤਾਧਾਰੀ ਧਿਰ ਦੇ ਨਾਲ ਸੀ ਤੇ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ। ਪਰ ਇਹ ਅੰਦੋਲਨ ਜਿਹੜਾ ਸੀ ਉਹ ਸ਼ੁਰੂਆਤ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਸੀ, ਬਾਅਦ ਵਿੱਚ ਉਹ ਆਮ ਲੋਕਾਂ ਦਾ ਅੰਦੋਲਨ ਬਣ ਗਿਆ ਤੇ ਉਸ ਸਟੇਜ ਤੋਂ ਕਿਸੇ ਵੀ ਬੰਦੇ ਨੂੰ ਸਿਆਸੀ ਤੌਰ ਦੇ ਉੱਤੇ ਪੇਸ਼ ਨਹੀਂ ਹੋਣ ਦਿੱਤਾ ਗਿਆ। ਇਹ ਇਸ ਅੰਦੋਲਨ ਦੀ ਸਭ ਤੋਂ ਵੱਡੀ ਗੱਲ ਸੀ ਤੇ ਮੈਂ ਇਹ ਗੱਲ ਕਹਿਣਾ ਕਿ ਹੁਣ ਤੇ ਅਸੀਂ ਗੱਲ ਕਰਦੇ ਹਾਂ 2021 ਦੀਆਂ ਘਟਨਾਵਾਂ ਦੀ। ਜਦੋਂ ਅਸੀਂ ਨਹੀਂ ਹੋਵਾਂਗੇ ਇਹ ਗੱਲ, ਜਦੋਂ 20 ਸਦੀ ਵੀ ਮੁੱਕ ਜਾਵੇਗੀ, ਉਦੋਂ ਵੀ ਜਦੋਂ ਗੱਲ ਹੋਵੇਗੀ ਤੇ ਇਹ ਸਦੀ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚ ਗਿਣੀਆਂ ਜਾਣਗੀਆਂ ਦੋਨੋਂ ਹੀ ਕਹਾਣੀਆਂ, ਉਹ ਕਰੋਨਾ ਵਾਇਰਸ ਵੀ ਤੇ ਕਿਸਾਨ ਅੰਦੋਲਨ। ਹੋ ਸਕਦਾ ਬੱਚਿਆਂ ਦੀ ਕਿਤਾਬਾਂ 'ਚ ਚੈਪਟਰ ਹੋਣ ਪੜ੍ਹਨ ਲਈ, ਜ਼ਾਹਿਰ ਤੌਰ ਤੇ ਇਹ ਬੱਚਿਆਂ ਦੀਆਂ ਕਿਤਾਬਾਂ ਵਿੱਚ ਚੈਪਟਰ ਵੀ ਹੋਵੇਗਾ, PhD ਦਾ ਵਿਸ਼ਾ ਵੀ ਹੋ ਸਕਦਾ, ਇਹਦੇ ਤੇ ਬਹੁਤ ਸਾਰੇ ਲੋਕ PhD ਵੀ ਕਰਨਗੇ, ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਉਹ ਲਿਖਾਈ ਦੇ ਅਧੀਨ ਨੇ ਤੇ ਉਹ ਜਲਦੀ ਜਿਹੜੀਆਂ ਆ ਉਹ ਤੁਹਾਨੂੰ ਪੜ੍ਹਨ ਨੂੰ ਵੀ ਮਿਲਣਗੀਆਂ। ਜਿਹੜੀ ਬਿਲਗਾ ਸਾਹਿਬ ਨੇ ਗੱਲ ਦੱਸੀ 26 ਜਨਵਰੀ ਤੋਂ ਲੈ ਕੇ 19 ਨਵੰਬਰ ਤੇ ਉਸ ਤੋਂ ਬਾਅਦ 29 ਨਵੰਬਰ ਤੇ ਫਿਰ 11 ਦਸੰਬਰ, ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਹਾਣੀ ਆ ਜਾਂ ਤੁਸੀਂ ਉਹਨੂੰ ਘਟਨਾਕ੍ਰਮ ਕਹਿੰਦੇ ਆ, ਉਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਆ ਹੋਰ ਪ੍ਰਮੁੱਖਤਾ ਨਾਲ ਸਾਹਮਣੇ ਆਉਂਦੀਆਂ। ਕਿਸਾਨਾਂ ਨੂੰ ਬਿਨਾਂ ਪੁੱਛੇ ਇਹ ਬਿੱਲ ਪਾਸ ਕਰ ਦੇਣੇ। ਉਸ ਜਦੋਂ ਇਹ ਪਾਸ ਕੀਤੇ ਗਏ ਉਦੋਂ ਵੀ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਕੋਈ ਚਰਚਾ ਨਹੀਂ ਹੋਈ। ਇੱਕ ਵੱਖਰਾ ਦੌਰ ਸੀ, ਕਰੋਨਾ ਦਾ ਟਾਈਮ ਸੀ, ਹਾਲਾਂਕਿ ਉਹ ਪਿਛਲੇ ਸਾਲ ਦੀ ਗੱਲ ਹੈ। ਇਸ ਅੰਦੋਲਨ ਦੇ ਦੌਰਾਨ 22 ਜਨਵਰੀ ਨੂੰ ਕਹਾਣੀ ਜਿਹੜੀ ਆ ਉਹ ਰੁਕ ਗਈ, ਕੋਈ ਗੱਲਬਾਤ ਨਹੀਂ ਹੋਈ। 26 ਜਨਵਰੀ ਆ ਗਿਆ, ਲਖੀਮਪੁਰ ਖੀਰੀ ਵਾਲੀ ਘਟਨਾ ਆ ਗਈ, ਮਾਨਸੂਨ ਸੈਸ਼ਨ ਆ ਗਿਆ ਤੇ ਕਰਦਿਆਂ ਕਰਾਉਂਦਿਆਂ ਜਿਹੜੀ ਆ ਉਹ 19 ਨਵੰਬਰ ਆ ਗਿਆ। ਅਸੀਂ ਮੁਲਕ ਨੂੰ ਯਾਦ ਰੱਖਦੇ ਹਾਂ ਲੋਕਤੰਤਰਿਕ ਦੇਸ਼ ਹੋਣ ਦੇ ਨਾਤੇ। ਅਸੀਂ ਇੱਥੇ ਇਸੇ ਪ੍ਰਧਾਨ ਮੰਤਰੀ ਨੂੰ ਇਸੇ ਸਦਨ ਦੇ ਅੰਦਰ ਜਾਣ ਤੋਂ ਪਹਿਲਾਂ ਲੰਮਾ ਪੈ ਕੇ ਸਾਖਸ਼ਾਤ ਦੰਡਵਤ ਕਰਦੇ ਦੇਖਿਆ, ਪਰ ਜਦੋਂ ਕਾਨੂੰਨ ਬਣਾਉਣੇ ਸੀ ਉਦੋਂ ਵੀ ਲੋਕਤੰਤਰ ਦੀ ਕੋਈ ਕਹਾਣੀ ਨਹੀਂ ਸੁਣੀ ਗਈ ਤੇ ਕੋਈ ਗੱਲ ਨਹੀਂ ਮੰਨੀ ਗਈ। ਬਿਲਕੁਲ। ਤੇ ਜਦੋਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣਾ ਸੀ ਉਦੋਂ ਵੀ ਜਿਹੜਾ ਆਪਣਾ ਇੱਕ ਰੂਪ ਦਿਖਾ ਲਿਆ। ਹਾਲਾਂਕਿ ਉਹਨਾਂ ਨੇ ਮਾਫੀ ਮੰਗੀ, ਪਰ ਉਹ ਮਾਫੀ ਦਾ ਸਰੂਪ ਕੀ ਸੀ ਕਿ ਅਸੀਂ ਇਹਨਾਂ ਨੂੰ ਕੁਝ ਲੋਕਾਂ ਨੂੰ ਸਮਝਾਉਣ ਦੇ ਵਿੱਚ ਨਾਕਾਮਯਾਬ ਹੋਏ। ਗੱਲਾਂ ਤੁਸੀਂ ਵੋਟਾਂ ਵੱਧ ਲੈਣ ਦੀ ਗੱਲ ਕਰਦੇ ਆ, ਸਟੇਟ ਤੁਹਾਡੀ ਡੈਮੋਕ੍ਰੈਟਿਕ ਆ, ਲੋਕਤੰਤਰਿਕ ਪ੍ਰਣਾਲੀ ਦੀ ਤੁਸੀਂ ਗੱਲ ਕਰਦੇ ਆ, ਸੰਸਦ ਦੇ ਅੰਦਰ ਜਾਣ ਤੋਂ ਪਹਿਲਾਂ ਲੰਮੇ ਪੈ ਕੇ ਪ੍ਰਣਾਮ ਕਰਦੇ ਆ ਤੇ ਫਿਰ ਤੁਸੀਂ ਮਾਫੀ ਕਿਸ ਗੱਲ ਨਾਲ ਮੰਗਦੇ ਆ ਕਿ ਅਸੀਂ ਕੁਝ ਲੋਕਾਂ ਨੂੰ ਸਮਝਾਉਣ ਵਿੱਚ ਨਾਕਾਮਯਾਬ ਰਹੇ। ਇਹ ਕੀ ਕਹਿਣਾ ਚਾਹੁੰਦੇ ਨੇ ਇਹ ਆਪ ਵੀ ਕਦੇ ਬੈਠ ਕੇ ਸੋਚਣਗੇ ਤੇ ਇਹਨਾਂ ਨੂੰ ਵੀ ਸ਼ਾਇਦ ਆਪਣੇ ਆਪ ਤੋਂ ਜਵਾਬ ਨਹੀਂ ਮਿਲੇਗਾ। ਫਿਰ ਦੂਸਰੀ ਗੱਲ ਦੇਖੋ, ਜਿਹੜੀ ਬਿਲਗਾ ਸਾਹਿਬ ਨੇ ਹੁਣੇ ਗੱਲ ਕੀਤੀ ਕਿ ਕਿਸਾਨਾਂ ਨੇ ਉਹਨਾਂ ਦੀ ਜਿਹੜੀ ਆ ਗੱਲ ਆ ਉਹਨੂੰ ਵੀ ਮੰਨਣ ਤੋਂ ਇਨਕਾਰ ਕੀਤਾ। ਉਹਨਾਂ ਨੇ ਵੇਟ ਕੀਤੀ ਕਿ ਇਹਦਾ ਜਿਹੜਾ ਲਿਖਤੀ ਪੜਤੀ ਰੂਪ ਸਾਡੇ ਸਾਹਮਣੇ ਆਵੇ। ਜਿਸ ਤਰੀਕੇ ਦੇ ਨਾਲ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਵਾਲੇ ਦਰਵਾਜ਼ੇ ਚੋਂ ਨਿਕਲ ਕੇ ਕਾਨੂੰਨ ਬਣੇ ਸੀ, ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਸੀ, ਉਸੇ ਤਰੀਕੇ ਦੇ ਨਾਲ ਇਹ ਲੋਕ ਸਭਾ, ਰਾਜ ਸਭਾ ਤੇ ਫਿਰ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ ਖਾਰਜ ਹੋਣ, ਫਿਰ ਅਸੀਂ ਜਾਵਾਂਗੇ। ਇਹਨੂੰ ਤੁਸੀਂ ਅਗਰ ਹੁਣ ਅਸੀਂ ਉਹ ਸ਼ਬਦ ਨਾ ਵਰਤੀਏ, ਇਹ ਘੋਰ ਅਨਾਦਰ ਆ ਉਸ ਲੋਕਤੰਤਰਿਕ ਪ੍ਰਥਾਵਾਂ ਦੇ ਵਿੱਚ ਸਭ ਤੋਂ ਵੱਡੀ ਸੀਟ ਤੇ ਬੈਠੇ ਹੋਏ ਇਨਸਾਨ ਦਾ। ਅਸੀਂ ਆਮ ਤੌਰ ਤੇ ਸਵਲੀਨ ਜੀ ਉਡੀਕ ਕਰਦੇ ਹਾਂ
ਕਿ ਕਦੋਂ ਰਾਸ਼ਟਰ ਦਾ ਜਿਹੜਾ ਮੁਖੀ ਆ ਉਹ ਸਾਨੂੰ ਪ੍ਰਵਚਨ ਦੇਵੇਗਾ, ਕਦੋਂ ਉਹ ਸੰਬੋਧਨ ਕਰੇਗਾ, ਕਿਸੇ ਵੀ ਸਮੱਸਿਆ ਨੂੰ ਲੈ ਕੇ ਉਹ ਕਦੋਂ ਕੋਈ ਗੱਲ ਕਰਦਾ। ਤੇ ਲੋਕ ਉਹਦੀ ਗੱਲ ਬਹੁਤ ਧਿਆਨ ਨਾਲ ਸੁਣਦੇ ਨੇ ਤੇ ਉੱਤੇ ਤੇ ਯਕੀਨ ਕਰਦੇ ਨੇ, ਕਿਉਂਕਿ ਉਹ ਕੋਈ ਹੋਰ ਗ੍ਰਹਿ ਦਾ ਇਨਸਾਨ ਨਹੀਂ ਆ, ਤੁਹਾਡੇ ਮੁਲਕ ਦਾ ਆ। ਤੇ ਅੱਧ ਤੋਂ ਵੱਧ ਵੋਟਾਂ ਉਹਨਾਂ ਨੂੰ ਪਈਆਂ ਹੋਈਆਂ ਨੇ ਜੀ, ਅੱਧ ਤੋਂ ਵੱਧ ਬੇਸ਼ੱਕ ਨਾ ਵੀ ਹੁਣ ਜੇਤੂ ਵੋਟਾਂ ਨੇ ਉਹਨਾਂ ਜਿੰਨੀਆਂ ਕਿਸੇ ਹੋਰ ਨੂੰ ਨਹੀਂ ਪਈਆਂ। ਬਿਲਕੁਲ। ਤੇ ਉਹਨਾਂ ਦਾ ਇਹ ਕਿੰਨਾ ਵੱਡਾ, ਉਹਨਾਂ ਦੀ ਡਿਗਨਿਟੀ ਦੇ ਵਿੱਚ ਇਹ ਕਿੱਡਾ ਵੱਡਾ ਧੱਬਾ ਆ ਜੇਕਰ ਉਹ ਕਦੇ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਸੋਚਣ। ਸੋ ਇਹ ਇੱਕ ਬਹੁਤ ਵੱਡੀ ਘਟਨਾ ਜਿਹੜੀ ਆ ਇਸ ਸਾਲ ਦੀ ਰਹੇਗੀ ਕਿ ਇਹ ਅੰਦੋਲਨ ਬਣਿਆ, ਅੰਦੋਲਨ ਵੱਡਾ ਹੋਇਆ, ਅੰਦੋਲਨ ਪੂਰੇ ਦੇਸ਼ ਵਿੱਚ ਫੈਲਿਆ, ਅੰਦੋਲਨ ਪੂਰੀ ਦੁਨੀਆ ਵਿੱਚ ਫੈਲਿਆ। ਇਸੇ ਅੰਦੋਲਨ ਦੇ ਬਹਾਨੇ ਜਿਹੜੀ ਚਾਕਲੇਟ ਦੇ ਵਿੱਚ ਕੋਕੋਆ ਆ ਉਹਦੀ ਗੱਲ ਵੀ ਹੋਈ, ਜਿਹੜੇ ਕੇਲੇ ਦੇ ਉਤਪਾਦਨ ਕਰਨ ਵਾਲੇ ਦੁਨੀਆ ਦੇ ਵਿੱਚ ਲੋਕ ਨੇ ਉਹਨਾਂ ਦੀ ਗੱਲ ਵੀ ਹੋਈ, ਜਿਹੜੇ ਕਾਫੀ ਬੀਨਸ ਦੀ ਉਤਪਾਦਨ ਕਰਦੇ ਉਹਨਾਂ ਦੀ ਗੱਲ ਵੀ ਹੋਈ। ਅਮਰੀਕਾ ਦੇ ਹਜ਼ਾਰਾਂ ਲੋਕਾਂ ਨੇ ਉੱਥੇ ਲੈਟਰ ਲਿਖ ਕੇ ਦੱਸਿਆ ਕਿ ਸਾਡੀ ਜਿਹੜੀ ਖੇਤੀ ਆ ਉਹ ਉੱਜੜ ਗਈ, ਤੁਸੀਂ ਇਹਨੂੰ ਇਸ ਪਾਸੇ ਨਾ ਜਾਣ ਦਿਓ। ਕੱਲ ਵੀ ਵੱਡੇ ਖੇਤੀ ਮਾਹਰਾਂ ਦੀ ਇੱਕ ਲੇਖ ਛਪੇ ਹੋਏ ਸੀ ਅਖਬਾਰਾਂ ਦੇ ਵਿੱਚ, ਤੇ ਉਹਨਾਂ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਜਿਹੜੀ ਖੇਤੀ ਦੇ ਉੱਤੇ ਨਿਰਭਰਤਾ ਆ ਉਹ ਕੋਈ 1 ਤੋਂ 1.5% ਰਹਿ ਗਈ, ਜਦਕਿ ਸਾਡੇ ਮੁਲਕ ਦੇ ਵਿੱਚ ਖੇਤੀ ਦੇ ਉੱਤੇ ਨਿਰਭਰਤਾ ਜਿਹੜੀ ਆ 60% ਤੋਂ ਵੀ ਜ਼ਿਆਦਾ ਹੈ। ਇਸੇ ਅੰਦੋਲਨ ਦੀ ਗੱਲ ਯੂਐਨਓ ਦੇ ਵਿੱਚ ਹੋਈ, ਇਸੇ ਅੰਦੋਲਨ ਦੀ ਗੱਲ ਬ੍ਰਿਟਾਨੀਆ ਦੀ ਸੰਸਦ 'ਚ ਹੋਈ, ਇਸੇ ਅੰਦੋਲਨ ਦੀ ਗੱਲ ਕੈਨੇਡਾ ਦੇ ਵਿੱਚ ਹੋਈ, ਇਸੇ ਅੰਦੋਲਨ ਦੀ ਗੱਲ ਆਸਟ੍ਰੇਲੀਆ ਦੀ ਸੰਸਦ 'ਚ ਹੋਈ, ਤੇ ਪਾਕਿਸਤਾਨ 'ਚ ਤੇ ਹੋਣੀ ਹੀ ਸੀ। ਤੇ ਸ਼ਾਇਦ ਹੀ ਦੁਨੀਆ ਦੀ ਕੋਈ ਅਖਬਾਰ ਜਾਂ ਦੁਨੀਆ ਦਾ ਕੋਈ ਮੀਡੀਆ ਚੈਨਲ ਹੋਵੇ ਜਿਹਨੇ ਇਸ ਅੰਦੋਲਨ ਦੀ ਗੱਲ ਨਹੀਂ ਕੀਤੀ। ਸੋ ਬਿਲਕੁਲ ਬਿਨਾਂ ਸ਼ੱਕ ਇਹ ਇੱਕ ਵੱਡੀ ਘਟਨਾ ਸੀ ਇਸ ਸਾਲ ਦੀ। ਇਹਦਾ ਪੂਰੇ ਸਾਲ ਚੱਲਦੇ ਰਹਿਣਾ ਤੇ ਸਾਲ ਦੇ ਅਖੀਰੀ ਦੌਰ ਦੇ ਉੱਤੇ ਆ ਕੇ ਮਾਫੀ ਮੰਗ ਕੇ ਇਹਦੇ ਤੋਂ ਬਚ ਜਾਣਾ ਇੱਕ ਚੰਗੀ ਗੱਲ ਆ। ਉਹਦੇ ਹੋਰ ਬਹੁਤ ਸਾਰੇ ਕਾਰਨ ਹੋਣਗੇ, ਉਹਦੇ ਪਿੱਛੇ ਉਹਨਾਂ ਦੇ ਮਨ 'ਚ ਕੋਈ ਰਾਜਨੀਤਿਕ ਮਨਸ਼ਾਵਾਂ ਹੋਣਗੀਆਂ, ਇਸੇ ਗੱਲ ਇਹਨਾਂ ਹੀ ਕਾਨੂੰਨਾਂ ਨੂੰ ਜਾਂ ਇਹੋ ਜਿਹੀਆਂ ਹੋਰ ਘਟਨਾਵਾਂ ਨੂੰ ਕਿਸੇ ਹੋਰ ਦਰਵਾਜ਼ਿਓਂ ਸਾਹਮਣੇ ਲੈ ਕੇ ਆਉਣ ਦੀਆਂ ਗੱਲਾਂ ਹੋਣਗੀਆਂ, ਕਿਸਾਨਾਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਸਮਝਾਉਣ ਦੀਆਂ ਜਾਂ ਮਨਾਉਣ ਦੀਆਂ ਗੱਲਾਂ ਹੋਣਗੀਆਂ। ਪਰ ਲੋਕਤੰਤਰ ਦੀ ਜਦੋਂ ਤੁਸੀਂ ਗੱਲ ਕਰਦੇ ਆ ਤੇ ਇਹ ਇੱਕ ਬਹੁਤ ਵੱਡੀ ਹਾਨੀ ਦਾ ਸਾਲ ਦੇ ਤੌਰ ਤੇ ਦੇਖਿਆ ਜਾਵੇਗਾ। ਲੋਕਤੰਤਰਕ ਕਦਰਾਂ ਕੀਮਤਾਂ ਦੀ ਬਹੁਤ ਵੱਡੇ ਨੁਕਸਾਨ ਦੇ ਸਾਲ ਵਿੱਚ ਦੇਖਿਆ ਜਾਵੇਗਾ। ਪਰ ਜੇਕਰ ਕਿਸਾਨੀ ਪੱਖ ਤੋਂ ਦੇਖੀਏ ਤੇ ਹਾਲਾਂਕਿ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਬਹੁਤ ਵੱਡੀ ਜਿੱਤ ਆ, ਜੋ ਸਰਕਾਰ ਨੇ ਥੋਪਿਆ ਸੀ ਉਹਨੂੰ ਵਾਪਸ ਲੈ ਲਿਆ ਗਿਆ। ਪਰ ਕੀ ਅਸੀਂ ਇਹਨਾਂ ਅੰਦੋਲਨ ਤੋਂ ਪਹਿਲਾਂ, ਇਹਨਾਂ ਕਾਨੂੰਨਾਂ ਤੋਂ ਪਹਿਲਾਂ ਅਸੀਂ ਬਹੁਤ ਚੰਗੇ ਹਾਲਾਤਾਂ 'ਚ ਖੜੇ ਸੀ? ਖੈਰ ਉਹ ਅੱਜ ਦੀ ਸਬਜੈਕਟ ਨਹੀਂ ਹੈਗਾ, ਅੱਜ ਅਸੀਂ ਸਿਰਫ ਗੱਲ ਇਸ ਸਾਲ ਦੀਆਂ ਘਟਨਾਵਾਂ ਦੀ ਕਰਦੇ ਹਾਂ। ਕਿਸਾਨਾਂ ਨੇ ਸਾਰੀਆਂ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਲੋਕ ਮੁੱਦੇ ਕਿੱਥੇ ਖੜੇ ਨੇ ਤੇ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਕਿੱਥੇ ਖੜੀਆਂ ਨੇ। ਜੇਕਰ ਅਸੀਂ ਕੁਝ ਸਾਲ ਪਿੱਛੇ ਚਲੇ ਜਾਈਏ ਤੇ ਆਮ ਆਦਮੀ ਪਾਰਟੀ, ਹਾਲਾਂਕਿ ਅਸੀਂ ਉਹਨਾਂ ਦੀ ਵਕਾਲਤ ਨਹੀਂ ਕਰਦੇ ਜਾਂ ਕਿਸੇ ਨੂੰ ਬਹੁਤ ਚੰਗਾ ਜਾਂ ਕਿਸੇ ਨੂੰ ਬਹੁਤ ਮਾੜਾ ਨਹੀਂ ਸਿੱਧ ਕਰਦੇ, ਉਸ ਸਿਆਸੀ ਧਿਰ ਨੂੰ ਇਸ ਨਜ਼ਰੀਏ ਤੋਂ ਹਮੇਸ਼ਾ ਯਾਦ ਕੀਤਾ ਜਾਵੇਗਾ ਕਿ ਉਹਨਾਂ ਨੇ ਇੱਕ ਅੰਦੋਲਨ ਦੇ ਵਿੱਚੋਂ ਖੜੇ ਹੋ ਕੇ ਤੇ ਭਾਰਤ ਦੀ ਸਾਰੀ ਸਿਆਸਤ ਨੂੰ ਕੁਝ ਨਵੇਂ ਦਿਸਹਦੇ, ਕੁਝ ਨਵੇਂ ਡਾਇਮੈਂਸ਼ਨਸ, ਕੁਝ ਨਵੇਂ ਆਯਾਮ ਜਿਹੜੇ ਦਿੱਤੇ। ਤੇ ਇਹ ਅੰਦੋਲਨ ਉਸ ਤੋਂ ਕੁਝ ਪੈਰ ਅੱਗੇ ਜਾ ਕੇ ਇਹਨਾਂ ਪੂਰੇ ਦੇ ਪੂਰੇ ਮੁਲਕ ਦੀ ਸਿਆਸਤ ਨੂੰ ਬਦਲਣ ਦਾ ਇੱਕ ਮਾਦਾ ਰੱਖਦਾ ਆ। ਇਹ ਆਉਣ ਵਾਲੇ ਸਮੇਂ ਵਿੱਚ ਹਾਲੇ ਵੀ ਦੇਖਿਆ ਜਾਵੇ। ਜੀ। ਤੇ ਸ਼ਰਮਾ ਜੀ, ਕਿਸਾਨ ਅੰਦੋਲਨ ਦੀ ਇੱਕ ਹੋਰ ਵੀ ਬੜੀ ਵੱਡੀ ਦੇਣ ਹੈ ਕਿ ਇਹਨੇ ਕਿਸਾਨ ਨੂੰ ਇੱਕ ਬ੍ਰਾਂਡ ਬਣਾਤਾ ਹੈ ਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਆਪਣੇ ਹੱਕ ਮੰਗਣ ਦੀ ਜਾਂਚ ਵੀ ਸਿਖਾ ਦਿੱਤੀ ਹੈ। ਬਿਲਕੁਲ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਗੱਲ ਜੇ ਪੰਜਾਬ ਦੀ ਸਿਆਸਤ ਦੀ ਕਰੀਏ ਤੇ ਪਟਿਆਲੇ ਵਾਲੇ ਦੋ ਸਿੱਧੂਆਂ ਨੇ ਬਿਲਕੁਲ ਹੀ ਤਖਤਾ ਪਲਟਤਾ। ਜੋ ਸਮੀਕਰਨ ਪਹਿਲੇ 3 ਮਹੀਨਿਆਂ 'ਚ ਪੰਜਾਬ ਦੀ ਰਾਜਨੀਤੀ ਤੇ ਦਿਖਦੇ ਸੀ ਉਹ ਅੱਜ ਨਹੀਂ ਦਿਖਦੇ। ਇਹਨਾਂ ਦੀ ਆਪਸੀ ਖੁੰਦਕ ਨੇ ਬਿਲਕੁਲ ਤਸਵੀਰ ਬਦਲ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਫੈਕਟਰਸ ਤੁਹਾਨੂੰ ਲੱਗਦੇ ਨੇ ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਬਦਲ ਦਿੱਤੇ ਨੇ? ਸਵਲੀਨ, ਜੇ ਤੁਸੀਂ ਥੋੜਾ ਇਸ ਤੋਂ ਪਿੱਛੇ ਜਾਵੋ ਤਾਂ ਜਦੋਂ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ਵਿੱਚੋਂ ਛੁੱਟੀ ਹੋ ਜਾਂਦੀ ਆ ਤਾਂ ਉਸ ਤੋਂ ਲੈ ਕੇ ਤਕਰੀਬਨ 2 ਸਾਲ ਦੇ ਨੇੜੇ ਤੇੜੇ ਫਿਰ ਉਹ ਚੁੱਪ ਮੌਨ ਧਾਰ ਕੇ ਆਪਣੇ ਘਰ ਵਿੱਚ ਹੀ ਵਾਪਸ ਰਹੇ। ਉਹਨੂੰ ਸੰਭਾਵਨਾਵਾਂ ਨੂੰ ਦੇਖ ਕੇ ਲੱਗਦਾ ਸੀ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਰਾਜਨੀਤੀ ਵਿੱਚ ਸ਼ਾਇਦ ਹੀ ਸਿੱਧੂ ਜਿਹੜੇ ਆ ਉਹ ਕਾਂਗਰਸ 'ਚ ਰਹਿਣ ਜਾਂ ਕੋਈ ਵੀ ਪਾਸਾ ਪਲਟ ਸਕਦੇ ਨੇ। ਪਰ ਕਿਸੇ ਨੇ ਸੋਚੀਆਂ ਨਹੀਂ ਸੀ ਕੁਝ ਗੱਲਾਂ ਜਿਹੜੀਆਂ ਹੋ ਗਈਆਂ। ਕਿਸੇ ਨੇ ਸੋਚਿਆ ਸੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਜਿਹੜਾ ਕੋਈ ਕਹਿ ਸਕਦੇ ਕੁਸਕਦਾ ਤੱਕ ਨਹੀਂ ਹੈਗਾ, MLA ਨਾ ਕੋਈ ਮੰਤਰੀ, ਵੀ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਕਰਕੇ ਉਹ ਕਿਸੇ ਹੋਰ ਨੂੰ ਚੁਣ ਲੈਣਗੇ। ਕਿਸੇ ਨੇ ਸੋਚਿਆ ਨਹੀਂ ਸੀ, ਪਰ ਇਹ ਹੋਇਆ। ਕਿਸੇ ਨੇ ਸੋਚਿਆ ਨਹੀਂ ਸੀ ਵੀ ਨਵਜੋਤ ਸਿੰਘ ਸਿੱਧੂ ਜਿੰਨਾ ਕੈਪਟਨ ਅਮਰਿੰਦਰ ਸਿੰਘ ਦੀ
ਹਾਈ ਕਮਾਂਡ ਦੇ ਨਾਲ ਨੇੜਤਾ ਆ, ਜਿੰਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਵਜ਼ੀਰ ਖੜੇ ਨੇ, ਐਮਐਲਏ ਖੜੇ ਨੇ, ਨਵਜੋਤ ਸਿੰਘ ਸਿੱਧੂ ਨੂੰ ਤਾਂ ਕਦੀ ਪ੍ਰਧਾਨਗੀ ਮਿਲ ਨਹੀਂ ਸਕਦੀ, ਪਰ ਮਿਲ ਗਈ। ਹੁਣ ਇਹ ਸਾਰੀਆਂ ਘਟਨਾਵਾਂ ਇਹ ਦਰਸਾਉਂਦੀਆਂ ਆ ਵੀ ਉਹ ਸਮਾਂ ਜਿਹੜਾ ਆ ਉਹ ਵੱਡੀ ਕਰਵਟ ਜਦੋਂ ਲੈਂਦਾ ਆ ਤੇ ਫਿਰ ਵੱਡੇ ਵੱਡੇ ਵੀ ਜਿਹੜੇ ਆ ਉਹ ਰੁਲ ਜਾਂਦੇ ਨੇ, ਤੇ ਜਿਹੜੇ ਛੋਟੇ ਤੋਂ ਛੋਟੇ ਆ ਉਹ ਕਿਤੇ ਨਾ ਕਿਤੇ ਫਿਰ ਦੁਨੀਆ ਦੇ ਨਕਸ਼ੇ ਤੇ ਵੀ ਆ ਜਾਂਦੇ ਨੇ, ਜਿਨ੍ਹਾਂ ਵਿੱਚ ਫਿਰ ਗੱਲ ਕਰਾਂਗੇ ਆਪਾਂ ਇਹ ਵੀ ਨਵਜੋਤ ਸਿੰਘ ਸਿੱਧੂ ਦੀ ਚੁੱਪ ਟੁੱਟਣੀ, ਨਵਜੋਤ ਸਿੰਘ ਸਿੱਧੂ ਦੀ ਕੈਪਟਨ ਦੀ ਵਿਰੋਧ ਦੇ ਬਾਵਜੂਦ ਪ੍ਰਧਾਨਗੀ ਉਹਨਾਂ ਦੇ ਮੱਥੇ ਤੇ ਸਿਰ ਤਾਜ ਸਜਣਾ, ਉਸ ਤੋਂ ਬਾਅਦ ਜਦੋਂ ਪ੍ਰਧਾਨਗੀ ਦਾ ਤਾਜ ਸਜ ਗਿਆ, ਉਸ ਤੋਂ ਬਾਅਦ ਫਿਰ ਭਾਵੇਂ ਇਕੱਠਿਆਂ ਨੇ ਜਿੱਦਣ ਉਹਨਾਂ ਨੇ ਸੈਲੀਬ੍ਰੇਸ਼ਨ ਕੀਤਾ, ਕੈਪਟਨ ਵੀ ਉਹਨਾਂ ਦੀ ਸਟੇਜ ਤੇ ਗਏ, ਪਰ ਜਿਹੜੀ ਅੰਦਰਲੀ ਗੱਲ ਸੀਗੀ ਉਹ ਉਹਨਾਂ ਦੀ ਆਪਸ ਵਿੱਚ ਜਿਹੜੀ ਕੜੱਤਣ ਸੀਗੀ ਉਹਨੇ ਨੇੜੇ ਉਹਨਾਂ ਨੂੰ ਹੋਣ ਨਹੀਂ ਦਿੱਤਾ। ਬਸ ਥੋੜੇ ਦਿਨ ਹੁੰਦੇ ਗਏ, CLP ਹੋਈ ਆ ਤੇ ਇੱਕਦਮ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਦੀ ਕੁਰਸੀ ਦੀ ਲੱਤ ਖਿੱਚ ਕੇ ਥੱਲੇ ਲਾ ਦਿੱਤਾ, ਤੇ ਜਦੋਂ ਬਣਨ ਦੀ ਵਾਰੀ ਹੋਈ ਉਹਦੇ ਵਿੱਚ ਵੀ ਬੜੀਆਂ ਘਟਨਾਵਾਂ ਵਾਪਰੀਆਂ, ਕਿਸੇ ਨੇ ਸੋਚਿਆ ਹੀ ਨਹੀਂ ਸੀ। ਇੱਕੋ ਲੱਗਦਾ ਸੀ ਵੀ ਜੇ ਕੈਪਟਨ ਲੱਥੂਗਾ ਤਾਂ ਮੁੱਖ ਮੰਤਰੀ ਸਿੱਧੂ ਬਣੂਗਾ, ਸਿੱਧੂ ਵੀ ਕੱਟਿਆ ਗਿਆ, ਫਿਰ ਰੌਲਾ ਪੈ ਗਿਆ ਸੁਖਜਿੰਦਰ ਰੰਧਾਵਾ ਬਣੇਗਾ, ਫਿਰ ਰੌਲਾ ਪੈ ਗਿਆ ਜਾਖੜ ਬਣੇਗਾ, ਜਾਖੜ ਦੇ ਹੱਕ ਅੰਬਿਕਾ ਸੋਨੀ ਦਾ ਵੀ ਨਾਂ, ਜਾਖੜ ਦੇ ਹੱਕ ਵਿੱਚ ਵਿਧਾਇਕ ਵੀ ਬੜੇ ਜ਼ਿਆਦਾ ਸਨ, ਉੱਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਲੱਤ ਡਾਲੀ। ਤੇ ਇੱਕ ਗੱਲ ਉਹ ਘਟਨਾ ਵਾਪਰੀ ਜਿਹੜੀ ਨਾ ਖੁਦ ਜਿਹੜਾ ਅੱਜ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਨਾ ਉਹਨੇ ਸੋਚੀ ਸੀ, ਨਾ ਕਿਸੇ ਨੇ ਸੋਚੀ ਸੀ। ਅਖੀਰ ਗੁਣਾ ਜਾ ਕੇ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਇਸ ਕਾਟੋ ਕਲੇਸ਼ ਜਿਹੜਾ ਕਾਂਗਰਸ ਦਾ ਸੀਗਾ ਉਹਦਾ ਸਾਰਾ ਨਿਬੜਦੇ ਹੋਏ ਪੈ ਗਿਆ, ਤੇ ਚਰਨਜੀਤ ਸਿੰਘ ਚੰਨੀ ਇਸ ਵੇਲੇ ਪ੍ਰੈਜ਼ੈਂਟ ਇਸ ਸਾਲ ਦੇ ਵਿੱਚ ਜਿਹੜੇ ਆਪਾਂ ਪੰਜਾਬ ਦੇ ਮੁੱਖ ਮੰਤਰੀ ਆ, ਤੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਜਿਹੜੀਆਂ ਉਹਨਾਂ ਨੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਕੇ ਲੋਕਾਂ ਦੇ ਵਿੱਚ ਜਾਣ ਵਾਲੀਆਂ ਜਿਹੜੀਆਂ ਪਰੰਪਰਾਵਾਂ ਆ ਉਹਨੂੰ ਫਿਰ ਦੁਬਾਰਾ ਬਰਕਰਾਰ ਕੀਤਾ ਹੈ ਕਿ ਆ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਆ ਉਹ ਲੋਕਾਂ ਦੇ ਵਿੱਚ ਜਾਣ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ, ਨਾ ਕਿ ਰਾਜਿਆਂ ਵਾਂਗੂ ਘਰਾਂ ਦੇ ਵਿੱਚ ਮਹਿਲਾਂ ਦੇ ਵਿੱਚ ਬੰਦ ਹੋ ਕੇ ਜਿੱਥੇ ਤੁਸੀਂ ਆਪਣੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ, ਆਮ ਲੋਕਾਂ ਨੂੰ ਤਾਂ ਕੀ ਮਿਲਣਾ। ਉਸ ਜਿਹੜੀ ਇੱਕ ਦਿੱਖ ਬਣੀ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨੂੰ ਤੋੜ ਕੇ ਘੱਟੋ ਘੱਟ ਜਿੰਨਾ ਕੁ 5 ਮਹੀਨੇ 4 ਮਹੀਨੇ ਦੇ ਵਿੱਚ ਚਰਨਜੀਤ ਚੰਨੀ ਕਰ ਸਕਦਾ ਸੀਗਾ, ਉਹ ਕਰਦਿਆਂ ਉਹਨੇ ਇੱਕ ਨਵੀਆਂ ਪੈੜਾਂ ਜ਼ਰੂਰ ਪਾਤੀਆਂ। ਕੈਪਟਨ ਹੋਰਾਂ ਨਵੀਂ ਪਾਰਟੀ ਬਣਾ ਲਈ, ਬਿਲਕੁਲ ਉਹ ਪੈੜਾਂ ਪਾਤੀਆਂ ਚਰਨਜੀਤ ਚੰਨੀ ਨੇ। ਹੁਣ ਉਹਨਾਂ ਪੈੜਾਂ ਤੇ ਤੁਰ ਕੇ ਕਾਂਗਰਸ 2022 ਦਾ ਜਿਹੜਾ ਆ ਉਹ ਬੇੜਾ ਪਾਰ ਉਹਨਾਂ ਦਾ ਲੱਗਦਾ ਜਾਂ ਨਹੀਂ ਲੱਗਦਾ, ਇਹ ਤਾਂ ਹਜੇ ਆਉਣ ਵਾਲੇ ਸਮੇਂ ਦੇ ਕਹਿ ਸਕਦੇ ਹਾਂ, ਦੇਖਣਾ ਪਊਗਾ। ਪਰ ਜਿੱਥੇ ਤੱਕ ਦੇਖਦੇ ਆ ਬਈ ਸਮਾਂ ਜਿਹੜਾ ਆ ਉਹ ਬੜਾ ਬਲਵਾਨ ਆ। ਜਿਹੜੀਆਂ ਚੀਜ਼ਾਂ 2021 ਦੇ ਸ਼ੁਰੂਆਤ ਵਿੱਚ ਸੋਚੀਆਂ ਗਈਆਂ ਸੀਗੀਆਂ ਉਹ ਬਿਲਕੁਲ ਹੋਈਆਂ ਨਹੀਂ, ਤੇ ਜਿਹੜੀਆਂ ਕਿਸੇ ਨੇ ਸੋਚੀਆਂ ਵੀ ਨਹੀਂ ਸੀ ਉਹ ਹੋ ਗਈਆਂ। ਜੀ ਸ਼ਰਮਾ ਜੀ, ਕਾਂਗਰਸ ਦੀ ਗੱਲ ਤਾਂ ਬਿਲਗਾ ਸਾਹਿਬ ਨੇ ਕਰਤੀ ਹੈ, ਗੱਲ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਕਰਦੇ ਹਾਂ। ਭਾਜਪਾ ਨਾਲੋਂ 9 ਮਾਸ ਦਾ ਰਿਸ਼ਤਾ ਟੁੱਟ ਗਿਆ, ਬਸਪਾ ਦੇ ਨਾਲ ਗੱਠਜੋੜ ਹੋ ਗਿਆ, ਪਰ ਬਾਕੀ ਪਾਰਟੀਆਂ ਦੇ ਕੰਪੈਰੀਟਿਵਲੀ ਬਗਾਵਤੀ ਸੁਰਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਬਹੁਤ ਘੱਟ ਨੇ। ਦੇਖੋ ਹਾਲੇ ਤੱਕ ਅਸੀਂ ਆਉਣ ਵਾਲੇ ਸਮੇਂ 'ਚੋਂ ਬਗਾਵਤੀ ਸੁਰਾਂ ਕਿਵੇਂ ਦੀਆਂ ਹੋਣਗੀਆਂ ਉਹਨਾਂ ਦੀ ਨਾ ਗੱਲ ਕਰੀਏ, ਤੇ ਤੁਹਾਡੀ ਗੱਲ ਠੀਕ ਆ। ਉਹਦੀ ਇੱਕ ਤਾਂ ਵਜ੍ਹਾ ਇਹ ਵੀ ਹੈ ਕਿ ਪਾਰਟੀ ਜਿਹੜੀ ਆ ਉਹ ਸੱਤਾ ਤੋਂ ਬਾਹਰ ਆ, ਤੇ ਦੂਸਰੀ ਗੱਲ ਇਹ ਵੀ ਆ ਕਿ ਪਾਰਟੀ ਦੇ ਵਿੱਚ ਜਿਹੜੀ ਹਾਈ ਕਮਾਂਡ ਆ ਉਹਦੇ 'ਚ ਬੰਦਿਆਂ ਦੀ ਗਿਣਤੀ ਬਹੁਤ ਘੱਟ ਆ, ਤੇ ਉਹ ਲਗਭਗ ਸੁਪਰ ਪਾਵਰ ਦੀ ਤਰ੍ਹਾਂ ਜਾਂ ਵਨ ਮੈਨ ਆਰਮੀ ਦੀ ਤਰ੍ਹਾਂ ਬਿਹੇਵ ਕਰਦੇ ਨੇ। ਤੇ ਬਗਾਵਤੀ ਸੁਰਾਂ ਜਿਹੜੀਆਂ ਆ ਉਹ ਕਿਸ ਗੱਲ ਨੂੰ ਲੈ ਕੇ ਹੋਣਗੀਆਂ? ਬਗਾਵਤੀ ਸੁਰਾਂ ਹੋਣ ਦੀ ਵਜ੍ਹਾ ਤਾਂ ਇਹੀ ਆ ਨਾ ਕਿ ਅਸੀਂ ਸੀਟ ਸਾਨੂੰ ਮਿਲੇਗੀ ਕਿ ਨਹੀਂ ਮਿਲੇਗੀ, ਤੇ ਉਹ ਕਾਫੀ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਵਿਚਰ ਰਹੇ ਨੇ, ਉਹਨਾਂ ਦਾ ਹੀ ਜਿਹੜਾ ਦਾਰੋਮਦਾਰ ਉਹ ਬਣਿਆ ਹੋਇਆ। ਤੇ ਦੂਸਰਾ ਜਿਹੜਾ ਪਾਰਟੀ ਦਾ ਸੰਗਠਨਾਤਮਕ ਢਾਂਚਾ ਆ ਉਹ ਬਹੁਤ ਵੱਡਾ ਕਰ ਦਿੱਤਾ ਗਿਆ, ਉਹਦੇ 'ਚ ਬਹੁਤ ਸਾਰੇ ਲੋਕਾਂ ਨੂੰ ਅਹੁਦੇ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ। ਕੋਈ ਜ਼ਿਲ੍ਹਾ ਪ੍ਰਧਾਨ ਆ ਤੇ ਨਾਲ 5-7-10 ਜਿਹੜੇ ਨੇ ਉਹ ਉਪ ਜ਼ਿਲ੍ਹਾ ਪ੍ਰਧਾਨ ਨੇ ਜਾਂ ਵਾਈਸ ਜ਼ਿਲ੍ਹਾ ਪ੍ਰਧਾਨ ਨੇ ਜਾਂ ਡਿਪਟੀ ਜ਼ਿਲ੍ਹਾ ਪ੍ਰਧਾਨ ਨੇ, ਇਹੋ ਜਿਹੇ ਅਹੁਦੇ ਜਿਹੜੇ ਨੇ ਬਹੁਤ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਨੇ ਦਿੱਤੇ ਹੋਏ ਨੇ। ਤੇ ਜਿਹੜੀ ਤੁਸੀਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਦੀ ਗੱਲ ਕੀਤੀ ਆ, ਬਿਲਕੁਲ ਠੀਕ ਆ, ਉਹ ਕਾਫੀ ਲੰਬੇ ਸਮੇਂ ਤੋਂ ਹੋਇਆ, ਪਹਿਲਾਂ ਵੀ ਇੱਕ ਵਾਰ ਹੋਇਆ ਸੀ, ਉਸ ਤੋਂ ਬਾਅਦ ਫਿਰ ਜਲਦੀ ਹੀ ਇਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ, ਤੇ ਇਸ ਵਾਰ ਉਹ ਦੁਬਾਰਾ ਹੋਇਆ। ਪਰ ਤੁਸੀਂ ਇਹਨੂੰ ਇੱਦਾਂ ਜੇਕਰ ਦੇਖੀਏ, ਇਸ ਪਾਰਟੀ ਦੀ ਸਿਆਸਤ ਨੂੰ ਇਸ ਸਾਲ ਦੀ ਨੂੰ ਪਿਛਲੇ ਲੰਬੇ ਸਮੇਂ ਤੱਕ ਨਾ ਜਾਈਏ, ਅਸੀਂ 100 ਸਾਲ ਦੀ ਪਾਰਟੀ ਆ, 100 ਸਾਲ ਵੀ ਮਨਾਇਆ ਇਹਨਾਂ ਨੇ, ਤੇ ਇਹਨਾਂ ਦੇ ਆਪਣੇ ਪ੍ਰਧਾਨ ਜਿਹੜੇ ਨੇ ਹੁਣ ਪਾਰਟੀ ਦੇ ਸਰਪ੍ਰਸਤ ਨੇ, ਉਹਨਾਂ ਦੀ ਉਮਰ ਵੀ ਲਗਭਗ 95-96 ਸਾਲ ਦੇ ਕਰੀਬ ਹੋ ਗਈ ਆ, ਤੇ ਉਹਨਾਂ ਦੇ ਜਨਮ ਦੇ ਨੇੜੇ ਤੇੜੇ ਦੀ ਹੀ ਇਹ ਪਾਰਟੀ ਮੰਨੀ ਜਾਊਗੀ। ਤੇ ਇਸ ਪਾਰਟੀ ਦਾ ਜਦੋਂ ਗੱਠਜੋੜ ਭਾਰਤੀ ਜਨਤਾ ਪਾਰਟੀ ਨਾਲ ਸੀ, ਉਦੋਂ ਵੀ ਇਹ ਡੋਮੀਨੇਟ ਕਰਦੇ ਸੀ। ਉਹਨਾਂ ਨੂੰ ਕਿਹੜੀਆਂ ਸੀਟਾਂ ਦੇਣੀਆਂ ਆ, ਉਹਨਾਂ ਸੀਟਾਂ ਦੇ ਉੱਤੇ ਉਮੀਦਵਾਰ ਕਿਹੜੇ ਹੋਣੇ ਉਹ ਵੀ ਲਗਭਗ ਇਹੀ ਤੈਅ ਕਰਦੇ ਸੀ। ਹਾਲਾਂਕਿ ਉਹ ਪਾਰਟੀ ਕੇਂਦਰ ਦੇ ਵਿੱਚ ਵੱਡੀ ਪਾਰਟੀ ਸੀ, ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਵੀ ਰਹਿ ਚੁੱਕੀ ਸੀ ਬੀਜੇਪੀ, ਫੇਰ ਵੀ ਜਿਹੜਾ ਇਹਨਾਂ ਦਾ ਵਿਵਹਾਰ ਸੀ ਉਹਨਾਂ ਨਾਲ ਉਹ ਬਿਲਕੁਲ ਡੋਮੀਨੇਟਿੰਗ ਸੀ। ਤੇ ਇਸ ਧੜੇ ਨਾਲ ਇਹਨਾਂ ਨੇ ਰਾਬਤਾ ਜ਼ਰੂਰ ਕਾਇਮ ਕਰ ਲਿਆ, ਗੱਠਜੋੜ ਜ਼ਰੂਰ ਕਰ ਲਿਆ, ਪਹਿਲਾਂ ਵੀ ਕੀਤਾ ਸੀ ਇੱਕ ਵਾਰ, ਉਦੋਂ ਵੀ ਇਹਨਾਂ ਨੇ ਵਧੀਆ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਉਹ ਕੀ ਹੁੰਦਾ ਉਹ ਵੱਖਰੀ ਗੱਲ ਆ, ਪਰ ਉਹਨਾਂ ਨੂੰ ਜਿਹੜੀਆਂ ਇਸ ਵਾਰ ਇਹਨਾਂ ਨੇ 20 ਸੀਟਾਂ ਦਿੱਤੀਆਂ ਸ਼ਾਇਦ, ਤੇ ਉਹਨਾਂ ਦੇ ਵਿੱਚ ਵੀ ਜਿਹੜੀ ਗੱਠਜੋੜ ਦੇ ਵਿੱਚ ਉਹ ਸੀਟਾਂ ਕਿਹੜੀਆਂ ਹੋਣੀਆਂ ਨੇ
ਉੱਥੇ ਉਮੀਦਵਾਰ ਕੌਣ ਹੋਣਾ ਆ ਉਹ ਵੀ ਇਸੇ ਪਾਰਟੀ ਨੇ ਜਿਹੜਾ ਆ ਉਹ ਲਗਭਗ ਤੈਅ ਕਰਨਾ। ਉਹਦੀਆਂ ਉਦਾਹਰਨਾਂ ਸਾਡੇ ਕੋਲ ਬੜੀਆਂ ਨੇ ਜੀ। ਕੁਝ 4-6 ਸੀਟਾਂ ਇਹਨਾਂ ਨੇ ਟਰਾਂਸਫਰ ਵੀ ਕੀਤੀਆਂ ਕਿਸੇ ਤੋਂ ਲੈ ਕੇ, ਤੇ ਉਹਨਾਂ ਨੂੰ ਕੋਈ ਹੋਰ ਦੇ ਦਿੱਤੀਆਂ, ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਹੋਰ ਦੇ ਦਿੱਤੀਆਂ। ਇਸੇ ਕਰਕੇ ਇਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਦਾ ਕਿ ਬਹੁਜਨ ਸਮਾਜ ਪਾਰਟੀ ਜਦੋਂ ਕੋਈ ਇਹੋ ਜਿਹਾ ਗੱਠਜੋੜ ਕਰਦੀ ਆ ਤੇ ਉਹਨਾਂ ਦੇ ਪਿੱਛੇ ਉਹਨਾਂ ਦਾ ਜਿਹੜਾ ਵੱਡਾ ਕਾਰਨ ਆ ਜਾਂ ਵੱਡਾ ਉਹਨਾਂ ਦਾ ਫਾਇਦਾ ਆ ਉਹ ਸਿਰਫ ਔਰ ਸਿਰਫ ਮਾਇਕ ਲੈਣ ਦੇਣ ਦਾ ਹੁੰਦਾ। ਇਸੇ ਕਰਕੇ ਉਸ ਦਿਨ ਜਿਸ ਦਿਨ ਇਹ ਗੱਠਜੋੜ ਹੁੰਦਾ ਆ, ਹਾਲਾਂਕਿ ਦੋਨੋਂ ਵੱਡੀਆਂ ਪਾਰਟੀਆਂ ਨੇ, ਪੰਜਾਬ ਦੋਨਾਂ ਲਈ ਇੱਕ ਅਹਿਮ ਸਟੇਟ ਆ, ਜੇਕਰ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤੇ ਉਹਨੂੰ ਜਿਹੜੇ ਪੈਰ ਨੇ ਉਹ ਪੰਜਾਬ ਤੋਂ ਹੀ ਲੱਗੇ। ਹਾਲਾਂਕਿ ਉਹਨਾਂ ਨੇ ਰਾਜ ਬੇਸ਼ੱਕ ਯੂਪੀ ਦੇ ਵਿੱਚ ਹੀ ਕੀਤਾ, ਪੰਜਾਬ ਦੇ ਵਿੱਚ ਹਾਲੇ ਤੱਕ ਉਹ ਜਿਹੜਾ ਸੁਪਨਾ ਆ ਉਹਨਾਂ ਦਾ ਪੂਰਾ ਨਹੀਂ ਹੋਇਆ, ਪਰ ਫਿਰ ਵੀ ਉਸ ਦਿਨ ਉਸ ਸਮੇਂ ਉਸ ਮੀਟਿੰਗ ਦੇ ਵਿੱਚ ਉਸ ਗੱਠਜੋੜ ਦੇ ਸਮੇਂ ਵੀ ਪਾਰਟੀ ਦੇ ਪ੍ਰਧਾਨ ਦਾ ਨਾਂ ਹੋਣਾ, ਮਾਇਆਵਤੀ ਦਾ ਇੱਥੇ ਨਾਂ ਹੋਣਾ ਇੱਕ ਵੱਡੇ ਸਵਾਲ ਖੜੇ ਕਰਦਾ ਸੀ। ਉਦੋਂ ਵੀ ਇਹ ਗੱਲਾਂ ਹੋ ਰਹੀਆਂ ਸੀ ਕਿ ਉਹਨਾਂ ਦਾ ਜਿਹੜਾ ਸਿਸਟਮ ਆ ਜਾਂ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਸਿਰਫ ਔਰ ਸਿਰਫ ਇੱਥੋਂ ਪੈਸੇ ਦੇ ਲੈਣ ਦੇਣ ਤੱਕ ਹੀ ਸੀਮਤ ਹੈ ਜੀ। ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ, ਪਰ ਅਸੀਂ ਆਮ ਪਰਿਭਾਸ਼ਾਵਾਂ ਦੀ ਜਾਂ ਆਮ ਮਾਨਤਾਵਾਂ ਦੀ ਗੱਲ ਕਰਦੇ ਹਾਂ। ਤੇ ਇਸੇ ਪਾਰਟੀ ਦੀ ਜੇ ਅਜੋਕੇ ਹਾਲਾਤ ਯੂਪੀ ਦੇ ਵਿੱਚ ਦੇਖੀਏ ਤੇ ਉੱਥੇ ਵੀ ਇਹ ਬਿਲਕੁਲ ਆਪਣੀ ਜਿਹੜੀ ਸਥਿਤੀ ਆ ਉਹ ਗਵਾ ਚੁੱਕੀ ਆ। ਭਾਰਤੀ ਜਨਤਾ ਪਾਰਟੀ ਉੱਥੇ ਸੱਤਾ ਦੇ ਵਿੱਚ ਆ ਤੇ ਸਮਾਜਵਾਦੀ ਪਾਰਟੀ ਨਾਲ ਉਹਨਾਂ ਦਾ ਜਿਹੜਾ ਮੁੱਖ ਮੁਕਾਬਲਾ ਦੇਖਣ 'ਚ ਆ ਰਿਹਾ। ਹਾਲਾਂਕਿ ਪਿਛਲੀ ਵਾਰ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਭੂਆ ਭਤੀਜੇ ਦੀ ਜੋੜੀ ਬਣ ਗਈ ਆ। ਮਾਇਆਵਤੀ ਨੇ, ਬਹੁਜਨ ਸਮਾਜ ਪਾਰਟੀ ਨੇ ਤੇ ਸਮਾਜਵਾਦੀ ਪਾਰਟੀ ਨੇ ਰਲ ਕੇ ਇਲੈਕਸ਼ਨ ਲੜੀ ਸੀ। ਕਾਂਗਰਸ ਵੀ ਸਿੱਧੇ ਗੱਠਜੋੜ 'ਚ ਸੀ ਜਾਂ ਸਿੱਧੇ ਤੌਰ ਤੇ ਸੀ, ਉਹ ਸਾਰੀਆਂ ਗੱਲਾਂ ਅਸੀਂ ਦੇਖੀਆਂ। ਪਰ ਇਸੇ ਸਾਲ ਦੀ ਜਿਹੜੀ ਇਹ ਘਟਨਾ ਹੈ ਅਕਾਲੀ ਦਲ ਤੇ ਇਹਨਾਂ ਦੇ ਗੱਠਜੋੜ ਦੀ, ਉਹ ਇੱਕ ਜਦੋਂ ਤੁਸੀਂ ਇਹਨਾਂ ਦੇ ਲੀਡਰਾਂ ਦੇ ਬਿਆਨ ਦੀ ਗੱਲ ਕਰਦੇ ਆ ਤੇ ਉਹ ਬਹੁਤ ਗੱਲਾਂ ਕਰਦੇ ਨੇ ਕਿ ਇਹ ਕਿਸਾਨ ਮਜ਼ਦੂਰ ਏਕਤਾ ਹੈ, ਇਹ ਜਿਹੜੀ ਗੱਲ ਆ ਉਹ ਬਹੁਤ ਜ਼ਰੂਰੀ ਆ, ਇਹ ਇੱਕ ਨੈਚੁਰਲ ਗੱਠਜੋੜ ਆ। ਪਰ ਉਹਦੇ 'ਚ ਇਹੋ ਜਿਹੀਆਂ ਗੱਲਾਂ ਨਜ਼ਰ ਨਹੀਂ ਆਉਂਦੀਆਂ। ਜੇ ਨੈਚੁਰਲ ਗੱਠਜੋੜ ਹੋਵੇ ਤਾਂ ਫਿਰ ਐਲਾਨ ਜਿਹੜੇ ਆ ਉਹ ਸਾਰੇ ਦੇ ਸਾਰੇ ਬਹੁਜਨ ਸਮਾਜ ਪਾਰਟੀ ਦੀ ਬਜਾਏ ਸਾਰੇ ਦੇ ਸਾਰੇ ਐਲਾਨ ਜਿਹੜੇ ਆ ਸ਼੍ਰੋਮਣੀ ਕਮੇਟੀ ਜਿਹੜੀ ਪਾਰਟੀ ਹੈਗੀ ਆ, ਸ਼੍ਰੋਮਣੀ ਅਕਾਲੀ ਦਲ, ਉਹਦੇ ਵੱਲੋਂ ਨਾ ਕੀਤੇ ਜਾਣ। ਇਸ ਪਾਰਟੀ ਦੀ ਜੇ ਹੋਰ ਇੱਕ ਇਸ ਸਾਲ ਦੀ ਘਟਨਾ ਦੀ ਗੱਲ ਕਰੀਏ ਤਾਂ ਉਹ ਪਾਰਟੀ ਦੇ ਬਹੁਤ ਵੱਡੇ ਲੀਡਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਸਾਰਾ ਸਮਾਂ ਜਿਹੜਾ ਆ ਸ਼ਸ਼ੋਪੰਜ ਦੀ ਸਥਿਤੀ ਬਣੀ ਰਹੀ। ਚਾਹੇ ਉਹ ਬੇਅਦਬੀ ਦੀਆਂ ਘਟਨਾਵਾਂ ਸੀ ਤੇ ਚਾਹੇ ਉਹ ਡਰੱਗ ਕਾਂਡ ਸੀ। ਜਦੋਂ ਤੋਂ ਕਾਂਗਰਸ ਦੇ ਵਿੱਚ ਉਠਾ-ਪਟਕ ਹੋਈ ਆ, ਜਿਹੜਾ ਚਾਚੇ ਦੀ ਸੱਤਾ ਗਈ ਤੇ ਚੰਨੀ ਸਾਹਿਬ ਦੀ ਸੱਤਾ ਆਈ, ਉਸ ਦਿਨ ਤੋਂ ਬਾਅਦ ਇਸ ਗੱਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪ ਹੀ ਰੌਲਾ ਪਾਉਣ ਲੱਗੀ ਸੀ ਕਿ ਇੱਦਾਂ ਹੋਣਾ ਆ, ਇੱਦਾਂ ਹੋਣਾ ਆ, ਇੱਦਾਂ ਹੋਣਾ ਆ, ਸਾਡੇ ਤੇ ਦਬਾਅ ਬਣ ਰਿਹਾ ਹੈ, ਸਾਨੂੰ ਫੜਨ ਲਈ ਪੁਲਿਸ ਅਫਸਰ ਲਾਏ ਜਾ ਰਹੇ ਹਨ। ਤੇ ਉਹ ਜਿਹੜੀਆਂ ਘਟਨਾਵਾਂ ਆ ਹੁਣ ਅਸੀਂ ਉੱਥੇ ਤੱਕ ਪਹੁੰਚ ਚੁੱਕੇ ਹਾਂ ਕਿ ਹਾਈ ਕੋਰਟ, ਸੈਸ਼ਨ ਕੋਰਟ ਦੋਨੋਂ ਹੀ ਜਿਹੜੀਆਂ ਅਦਾਲਤਾਂ ਨੇ ਉਹ ਇਸ ਘਟਨਾ ਨੂੰ ਜਿਹੜੀ ਬੇਲ ਸੀ ਉਹ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਆ ਉਹ ਤੋਂ ਇਨਕਾਰੀ ਹੋ ਚੁੱਕੀਆਂ। ਤੇ ਨਵਾਂ ਸਾਲ ਬਿਕਰਮਜੀਤ ਸਿੰਘ ਮਜੀਠੀਆ ਕਿੱਥੇ ਮਨਾਉਂਦੇ ਨੇ ਇਹ ਤਾਂ ਸਿਰਫ ਉਹਨਾਂ ਦੇ ਨੇੜਲਿਆਂ ਨੂੰ ਹੀ ਪਤਾ ਹੋਵੇਗਾ। ਪਰ ਕੁੱਲ ਮਿਲਾ ਕੇ ਇੱਕ ਹੋਰ ਘਟਨਾ ਵੀ ਆ ਕਿ ਪਿਛਲੇ ਸਮੇਂ ਦੇ ਵਿੱਚ ਇਸੇ ਪਾਰਟੀ ਤੋਂ ਜਿਹਨਾਂ ਨੂੰ ਅਸੀਂ ਟਕਸਾਲੀ ਆਗੂ ਕਹਿੰਦੇ ਸੀ, ਉਹਨਾਂ ਨੇ ਇੱਕ ਵੱਖਰੀ ਧਿਰ ਬਣਾਈ। ਫਿਰ ਢੀਂਡਸਾ ਸਾਹਿਬ ਦੇ ਨਾਲ ਉਹਨਾਂ ਦਾ ਗੱਠਜੋੜ ਦਾ ਹੋਣਾ ਤੇ ਸਾਲ ਦੇ ਬੀਤਦਿਆਂ ਫਿਰ ਉਹ ਕਹਾਣੀ ਜਿਹੜੀ ਆ ਫਿਰ ਕਿੱਧਰ ਨੂੰ ਮੁੜ ਕੇ ਆ ਗਏ। ਢੀਂਡਸਾ ਸਾਹਿਬ ਕੋਈ ਹੋਰ ਰਸਤਾ ਅਪਣਾ ਗਏ ਤੇ ਜਿਹੜੇ ਸੌਂਹਾਂ ਖਾਂਦੇ ਸੀ ਉਹ ਫਿਰ ਵਾਪਸ ਉੱਥੇ ਆ ਕੇ ਰਲ ਗਏ। ਪਰ ਕੁੱਲ ਮਿਲਾ ਕੇ ਜਿੰਨਾ ਲੰਬਾ ਸਮਾਂ ਪਾਰਟੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਚਲਾਇਆ, ਇਹ ਅੱਜ ਇੱਕ ਵੱਡਾ ਸਵਾਲ ਆ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਲੰਬਾ ਸਮਾਂ ਚਲਾ ਸਕਣਗੇ। ਹਾਲਾਂਕਿ ਇਹਨਾਂ ਨੇ ਪਾਰਟੀ ਨੂੰ ਬਹੁਤ ਮਾਡਰਨਾਈਜ਼ ਕਰਨ ਦੀ ਗੱਲ ਕੀਤੀ ਆ, ਪਾਰਟੀ ਦੇ ਵਸੀਲਿਆਂ ਨੂੰ ਵੱਡਾ ਕਰਨ ਦੀ ਗੱਲ ਕੀਤੀ ਆ, ਪਾਰਟੀ ਨੂੰ ਮਾਡਰਨ ਕਰਨ ਦੀ ਗੱਲ ਕੀਤੀ ਆ, ਪਰ ਕੀ ਪੰਜਾਬ ਦੀ ਇੱਕ ਪਾਰਟੀ, ਪੰਜਾਬ ਦੀਆਂ ਗੱਲਾਂ ਕਰਨ ਵਾਲੀ ਇੱਕ ਪਾਰਟੀ, ਖਾਸ ਤੌਰ ਤੇ ਸਿੱਖਾਂ ਦੀ ਇੱਕ ਪਾਰਟੀ, ਇਸ ਖਿੱਤੇ ਦੀ ਇੱਕਮਾਤਰ ਇੱਕ ਪਾਰਟੀ, ਪੂਰੇ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ, ਜੇ ਉਹ ਕਦੇ ਬੈਠ ਕੇ ਪੜਚੋਲ ਕਰਨ ਤੇ ਉਹ ਦੇਖਣਗੇ ਕਿ 2021 ਦੇ ਵਿੱਚ ਉਹਨਾਂ ਨੇ ਵੀ ਕੁਝ ਬਹੁਤਾ ਕਮਾਇਆ ਨਹੀਂ, ਗਵਾਇਆ ਹੀ ਜੀ। ਪੰਜਾਬ ਦੀ ਰਾਜਨੀਤੀ ਦੇ ਪੰਨੇ ਅਜੇ ਹੋਰ ਵੀ ਫੋਲਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਸਭ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਚੱਲ ਰਹੀ ਸੀ, ਬੜਾ ਸੋਹਣਾ ਚੱਲ ਰਿਹਾ ਸੀ ਇਹਨਾਂ ਦਾ ਸਾਰਾ ਕੁਝ। ਜਦੋਂ ਕਿਸਾਨ ਅੰਦੋਲਨ ਦਾ ਸੇਕ ਲੱਗਾ ਤੇ ਫਟਾਫਟ ਉਹਨਾਂ ਨੇ ਕੀ ਕੀਤਾ, ਭਾਜਪਾ ਨਾਲੋਂ ਤੋੜ ਵਿਛੋੜਾ ਕਰ ਲਿਆ। ਬੜੀ ਸੋਹਣੀ ਸਿਆਸਤ ਕਰਦੇ ਰਹੇ ਪੂਰਾ ਸਾਲ ਤੇ ਜਾਂਦੇ ਮਜੀਠੀਆ ਸਾਹਿਬ ਢਾਹ ਨਹੀਂ ਲੱਗੇ ਇਹਨਾਂ ਨੂੰ। ਸਵਲੀਨ ਜੀ, ਅਸਲ ਵਿੱਚ ਜੇ ਤੁਸੀਂ ਦੇਖੋਗੇ ਨਾ 2017 ਦੀ ਨਿਗਾਹ ਮਾਰੋਗੇ, ਜਦੋਂ 16 ਦੀ ਜਦੋਂ ਦਾ ਇਹਨਾਂ ਦੇ ਬੇਅਦਬੀ ਕਾਂਡ ਵਾਲਾ ਮਸਲਾ ਜਿਹੜਾ ਸੀਗਾ ਉਹ ਉਲਝ ਕੇ ਇਹਨਾਂ ਦੇ ਗਲ ਪਿਆ, ਉਹ ਹਜੇ ਲੱਥਾ ਨਹੀਂ ਸੀਗਾ।
ਨਾਲ ਹੀ ਜਿਹੜੀ ਇੱਕ ਨਸ਼ਿਆਂ ਦੀ ਜਿਹੜੀ ਗੱਲ ਪੰਜਾਬ ਦੇ ਵਿੱਚ ਚੱਲੀ ਸੀਗੀ ਬਈ ਇਹਨਾਂ ਦੇ ਰਾਜ ਵਿੱਚ ਉਹ ਪ੍ਰਫੁੱਲਤ ਹੋਏ ਨੇ, ਇਹ ਗੱਲ ਲੋਕਾਂ 'ਚ ਆਮ ਚੱਲ ਪਈ ਸੀ। ਇਹ ਦੋ ਤਿੰਨ ਗੱਲਾਂ ਚਾਹੇ ਰੇਤ ਮਾਫੀਆ ਦੀਆਂ ਹੋ ਗਈਆਂ, ਕੇਬਲ ਮਾਫੀਆ ਦੀਆਂ, ਟਰਾਂਸਪੋਰਟ ਮਾਫੀਆ ਦੀਆਂ, ਇਹ ਸਾਰੇ ਮੁੱਦੇ ਜਿਹੜੇ ਸੀਗੇ ਇਹ ਤਕਰੀਬਨ ਨਾ 2019 ਦੀ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਉਦੋਂ ਇਹਨਾਂ ਦਾ ਪਿੱਛਾ ਛੱਡਿਆ ਤੇ ਨਾ ਹੁਣ 2022 ਦੀਆਂ ਜਦੋਂ ਚੋਣਾਂ ਦੀ ਸ਼ੁਰੂਆਤ ਹੋਈ ਆ ਇਹਨਾਂ ਵਿੱਚ ਛੱਡ ਰਹੇ ਨੇ। ਇਹ ਵੱਡੀਆਂ ਗੱਲਾਂ ਭਾਵੇਂ ਕਿ ਬੇਅਦਬੀ ਕਾਂਡ ਨੂੰ ਲੈ ਕੇ ਕੇਸ ਜਿਹੜੇ ਸੀ ਉਲਝ ਕੇ ਕਦੀ ਸੈੱਟ ਬਣ ਗਏ, ਕਦੀ ਕਮਿਸ਼ਨ ਬਣ ਗਿਆ, ਕਦੀ CBI ਕੋ ਚਲੇ ਗਿਆ, ਕਦੀ ਕੋਰਟਾਂ ਚਲੇ ਗਿਆ, ਉਹਨਾਂ ਨੂੰ ਲੈ ਕੇ ਤਾਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹਦੇ ਤੇ ਅਕਸਰ ਜਿਹੜਾ ਦੋਸ਼ ਲੱਗਦਾ ਸੀਗਾ ਵੀ ਇਹ ਚਾਚੇ ਭਤੀਜੇ ਵਾਲੀ ਗੱਲ ਆ ਤੇ ਸ਼੍ਰੋਮਣੀ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਇਹ ਰਲ ਕੇ ਸਾਰੀ ਗੇਮ ਖੇਡਦੇ ਆ ਤੇ ਇਸ ਕਰਕੇ ਇਸ ਘਟਨਾ ਦਾ ਵਿੱਚ ਕੋਈ ਵੀ ਕਾਰਵਾਈ ਨਹੀਂ ਹੋਈ। ਸਰਕਾਰ ਬਦਲੀ, ਮੁੱਖ ਮੰਤਰੀ ਚੰਨੀ ਬਣ ਗਏ। ਉਸ ਤੋਂ ਬਾਅਦ ਘੱਟੋ ਘੱਟ ਉਹਨਾਂ ਨੇ ਇੱਕ ਗੱਲ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਵੱਡੇ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਆ ਰਿਹਾ, ਸੁਖਜਿੰਦਰ ਰੰਧਾਵਾ ਦਾ ਨਾਂ ਆ ਰਿਹਾ, ਕਿਉਂਕਿ ਅੰਦੋਲਨ ਜਦੋਂ ਬਰਗਾੜੀ ਦਾ ਕਾਂਡ ਜਿਹੜਾ ਧਰਨਾ ਲੱਗਾ ਸੀ ਉਹ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਕੈਪਟਨ ਦੇ ਕਹਿ ਕੇ ਉੱਥੇ ਉਹਨਾਂ ਨੂੰ ਸ਼ਾਦੀ ਦੇ ਕੇ ਉਠਾ ਕੇ ਲਿਆਏ ਸੀ ਵੀ ਅਸੀਂ ਇਹਦਾ ਹੱਲ ਕਰਾਂਗੇ, ਅਸੀਂ ਸਜ਼ਾਵਾਂ ਦੇਵਾਂਗੇ, ਨਹੀਂ ਹੋਈਆਂ। ਪਰ ਹੁਣ ਸਰਕਾਰ ਬਦਲਣ ਤੇ ਉਹਨਾਂ ਨੇ ਜਿਹੜੀ ਬੇਅਦਬੀ ਕਾਂਡ ਵਾਲੀ ਆ ਉਹ ਤਾਂ ਜਿਹੜੀ ਆ ਤੇਜ਼ ਹੋ ਗਈ ਜਾਂਚ, ਪਰ ਉਹਦਾ ਰਿਜ਼ਲਟ ਹਜੇ ਤੱਕ ਨਹੀਂ ਆਇਆ। ਪਰ ਜਿਹੜੀ ਨਸ਼ੇ ਦੇ ਮੁੱਦੇ ਵਾਲੀ ਗੱਲ ਸੀ ਉਹਦੀ ਇੱਕ ਰਿਪੋਰਟ ਜਿਹੜੀ ਆ ਹਰਪ੍ਰੀਤ ਸਿੱਧੂ IPS ਆਫੀਸਰ ਨੇ ਬੜਾ ਲੰਬਾ ਸਮਾਂ ਪਹਿਲਾਂ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਸੀਗੀ ਤੇ ਉਹਨਾਂ ਤੋਂ ਇਹਨਾਂ ਨੇ ਹਾਈ ਕੋਰਟ ਦੇ ਵਿੱਚੋਂ ਇੱਕ ਡਾਇਰੈਕਸ਼ਨ ਲੈ ਲਈ ਵੀ ਹਾਂ ਜੀ ਅਸੀਂ ਤੇ ਕਾਰਵਾਈ ਕਰ ਸਕਦੇ ਹਾਂ। ਉਹਨੇ ਕਿਹਾ ਜੀ ਕਰੋ, ਅਸੀਂ ਤੁਹਾਨੂੰ ਰੋਕਿਆ ਕਦੀ ਨਹੀਂਗਾ। ਉਹ ਰਿਪੋਰਟ ਦੇ ਆਧਾਰ ਤੇ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਨੇ ਕਹਿ ਸਕਦੇ ਉਹ ਨਸ਼ੇ ਦਾ ਮੁੱਦਾ ਤੇ ਜਿਹੜਾ ਡਰੱਗ ਦਾ ਭੋਲਾ ਕਾਂਡ ਵਾਲਾ ਸਾਰਾ ਮੈਟਰ ਆ ਉਹਦੇ ਵਿੱਚ ਇਨਵੋਲਵ ਕਰਕੇ ਪਰਚਾ ਦਰਜ ਕਰ ਦਿੱਤਾ। ਉਸੇ ਦਿਨ ਤੋਂ ਬਿਕਰਮ ਸਿੰਘ ਮਜੀਠੀਆ ਜਿਹੜਾ ਪਿਛਲੇ 4 ਸਾਲ ਤੋਂ ਰੌਲਾ ਪਾਉਂਦਾ ਸੀ ਵੀ ਜੇ ਤੁਹਾਡੇ ਕੋਲ ਮੇਰੇ ਖਿਲਾਫ ਕੋਈ ਸਬੂਤ ਹੈਗੇ ਆ ਤੇ ਸਾਡੇ ਤੇ ਪਰਚਾ ਦਰਜ ਕਰੋ, ਸਾਨੂੰ ਅੰਦਰ ਕਰੋ, ਪਰ ਉਦੋਂ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਭੱਜਿਆ ਹੋਇਆ ਤੇ ਜਿਹੜੀ ਉਹਨਾਂ ਐਪਲੀਕੇਸ਼ਨ ਲੋਅਰ ਅਦਾਲਤ ਵਿੱਚ ਲਾਈ ਆ, ਹੁਣ ਹਾਈ ਕੋਰਟ 'ਚ ਲਾਈ ਆ, ਉਹ ਹਜੇ ਲੰਬਤ ਪਈ ਆ, ਦੇਖਦੇ ਉਹਨੂੰ ਜ਼ਮਾਨਤ ਮਿਲਦੀ ਕਿ ਨਹੀਂ ਮਿਲਦੀ। ਇਹ ਚੀਜ਼ ਦਾ ਫਰਕ ਤਾਂ ਅਕਾਲੀ ਦਲ ਦੇ ਉੱਤੇ ਡੈਂਟ ਪਿਆ ਹੈ। ਸਿਆਸੀ ਘਟਨਾਵਾਂ ਦੀ ਗੱਲ ਕਰ ਰਹੇ ਆ ਤੇ ਸੁਖਪਾਲ ਸਿੰਘ ਖਹਿਰਾ ਦੀ ਵੀ ਗੱਲ ਕਰਨੀ ਬਣਦੀ ਆ। ਬਿਲਕੁਲ ਐਸਾ ਗਲਗਲਾਵਾ ਪਿਆ ਹਜੇ ਤੱਕ ਲੱਥਦਾ ਨਹੀਂ, ਨਿਕਲਦਾ ਨਹੀਂ। ਜੇ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰਦੇ ਆ ਤੇ ਉਹ ਵਿਵਾਕ ਲੀਡਰ ਜਿਹੜੇ ਆਪਾਂ ਦੇਖੇ ਗਏ ਕਿ ਰੈਬਲ ਸੁਭਾਅ ਦੇ, ਉਹਨਾਂ ਦੇ ਪਿਤਾ ਸੁਖਜਿੰਦਰ ਸਿੰਘ ਉਹ ਵੀ ਵੱਖ-ਵੱਖ ਭਾਵੇਂ ਪਾਰਟੀਆਂ ਦੇ ਵਿੱਚ ਉਹਨੇ ਕੰਮ ਕੀਤਾ ਤੇ ਪਰ ਸੁਖਪਾਲ ਸਿੰਘ ਖਹਿਰਾ ਵੀ ਉਹਦੇ ਤਰਜਨੁਮਾ ਤੇ ਚੱਲਦੇ ਹੋਏ ਭਾਵੇਂ ਪਹਿਲਾਂ ਕਾਂਗਰਸ 'ਚ ਰਹੇ, ਫਿਰ LOP ਆਮ ਆਦਮੀ ਪਾਰਟੀ ਤੋਂ ਬਣ ਗਏ, ਵਿਧਾਇਕ ਵੀ ਉਹਨਾਂ ਦੀ ਪਾਰਟੀ 'ਚ, ਆਪਣੀ ਪਾਰਟੀ ਵੀ ਬਣਾ ਲਈ, ਇੱਕ ਗੱਠਜੋੜ ਵੀ ਪੰਜਾਬ 'ਚ ਬਣਾਇਆ। ਪਰ ਉਸ ਤੋਂ ਬਾਅਦ ਜਦੋਂ ED ਨੇ ਉਹਨਾਂ ਨੂੰ ਵੱਖ-ਵੱਖ ਸਮੇਂ ਤੇ ਸੱਦਿਆ ਤੇ ਉਹ ਜਦੋਂ ਪੁੱਛਗਿੱਛ ਕਰਕੇ ਉਹਨਾਂ ਨੂੰ ਭੇਜਦੇ ਰਹੇ। ਪਰ ਹੁਣ ਤੁਸੀਂ ਪਿੱਛੇ ਜਿਹੇ ਵਿਧਾਨ ਸਭਾ ਦਾ ਸੈਸ਼ਨ ਚੱਲਣ ਤੋਂ ਪਹਿਲਾਂ ਦੇਖਿਆ ਕਿ ਉਹਨਾਂ ਨੂੰ ਚੰਡੀਗੜ੍ਹ ਸੱਦਿਆ ਤੇ ਸੱਦ ਕੇ ਉਹਨਾਂ ਨੇ ਕੇਸ ਰਜਿਸਟਰ ਕਰਕੇ ਉਹਨੂੰ ਜੇਲ੍ਹ 'ਚ ਭੇਜਿਆ। ਕਦੋਂ ਜ਼ਮਾਨਤ ਹੁੰਦੀ ਆ ਕਦੋਂ ਨਹੀਂ ਹੁੰਦੀ ਹਜੇ ਇਹ ਵੀ ਸੁਖਪਾਲ ਖਹਿਰਾ ਦਾ ਆਉਣ ਵਾਲਾ ਭਵਿੱਖ ਜਿਹੜਾ ਸਿਆਸੀ ਤੌਰ ਤੇ ਧੁੰਦਲਾ ਨਜ਼ਰ ਆ ਰਿਹਾ। ਜੇ ਕਿਸਾਨ ਜਥੇਬੰਦੀਆਂ ਦੀ ਪਾਰਟੀ ਦੀ ਗੱਲ ਕਰੀਏ ਤੇ ਆਉਂਦੀਆਂ ਇਹਨਾਂ ਨੂੰ ਤਰੇਲੀਆਂ ਕਿਸਾਨਾਂ ਦੀ ਪਾਰਟੀ ਤੋਂ। ਬਿਲਕੁਲ, ਇਹ ਬੜੇ ਲੰਬੇ ਸਮੇਂ ਤੋਂ ਲੋਕ ਵੀ ਇੰਤਜ਼ਾਰ ਕਰ ਰਹੇ ਸੀਗੇ। ਉਹ 'ਚ ਦੋ ਪੱਖ ਨੇ ਕਿਸਾਨਾਂ ਦੀ ਜਿਹੜੀ ਨਵੀਂ ਸੰਯੁਕਤ ਸਮਾਜ ਮੋਰਚਾ ਬਣਿਆ। ਇੱਕ ਪੱਖ ਤੇ ਇਹ ਕਹਿ ਰਿਹਾ ਵੀ ਸਾਨੂੰ ਪਲੇਟਫਾਰਮ ਚਾਹੀਦਾ ਸੀਗਾ ਵੀ ਜਦੋਂ ਅਸੀਂ 1.5 ਸਾਲ ਸਟੇਜਾਂ ਉੱਤੋਂ ਇਹੀ ਸੁਣਦੇ ਆਏ ਆ ਵੀ ਆਹ ਜਮਾਤਾਂ ਨੇ ਸਾਨੂੰ ਲੁੱਟਿਆ, ਆਹ ਜਮਾਤਾਂ ਨੇ ਸਾਨੂੰ ਕੁੱਟਿਆ, ਖੇਤੀ ਦੇ ਖਿਲਾਫ ਜਿਹੜੇ ਬਿੱਲ ਪਾਸ ਹੋਏ ਆ ਉਹਦੇ ਵਿੱਚ ਸਾਰੇ ਜ਼ਿੰਮੇਵਾਰ ਨੇ ਤੇ ਅਸੀਂ ਸਾਰਿਆਂ ਨੂੰ ਮਾੜਾ ਤਾਂ ਕਹਿੰਦੇ ਰਹੇ ਆ ਵੀ ਪਰ ਹੁਣ ਅਸੀਂ ਵੋਟ ਪਾਈਏ 2022 'ਚ ਕਿ ਇਹਨੂੰ ਫਿਰ ਨਾ ਅਸੀਂ ਕਾਂਗਰਸ ਨੂੰ ਪਾ ਸਕਦੇ, ਨਾ ਹੀ ਅਕਾਲੀਆਂ ਨੂੰ ਪਾ ਸਕਦੇ ਆ ਵੀ ਤੁਸੀਂ ਸਾਨੂੰ ਕੋਈ ਬਦਲ ਦਿਓ। ਉਹਨਾਂ ਦਾ ਪ੍ਰੈਸ਼ਰ ਉਹ ਮੰਨਦੇ ਆ ਵੀ ਸਾਡੇ ਲੋਕਾਂ ਦਾ ਪ੍ਰੈਸ਼ਰ ਸੀਗਾ, ਉਹਨਾਂ ਨੇ ਪਾਰਟੀ ਦਾ ਜਿਹੜਾ ਗਠਨ ਮੋਰਚੇ ਦਾ ਕਰ ਲਿਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿੱਦਾਂ ਸਫਲ ਹੁੰਦੇ ਜਾਂ ਨਹੀਂ ਹੁੰਦੇ ਇਹ ਤਾਂ ਹਜੇ ਭਵਿੱਖ ਦੇ ਵਿੱਚ ਗੱਲ ਹੈਗੀ ਆ। ਪਰ ਦੂਜਾ ਪੱਖ ਇਹ ਵੀ ਹੈਗਾ ਵੀ ਪ੍ਰੈਸ਼ਰ ਗਰੁੱਪ ਦੇ ਵਿੱਚ ਜਿੰਨਾ ਉਹਨਾਂ ਨੇ ਨਰਿੰਦਰ ਮੋਦੀ ਸਰਕਾਰ ਨੂੰ ਬਾਣੇ ਪਾ ਕੇ ਉਹਨਾਂ ਤੋਂ ਮਾਫੀ ਵੀ ਮੰਗਾ ਲਈ, ਕਾਨੂੰਨ ਵੀ ਵਾਪਸ ਕਰਾ ਲਏ, ਉਹ ਪ੍ਰੈਸ਼ਰ ਗਰੁੱਪ ਨੇ ਪੂਰੇ ਭਾਰਤ ਵਿੱਚ ਇੱਕ ਭਾਜਪਾ ਦਾ ਜੇਤੂ ਰੱਥ ਜਿੱਦਾਂ ਰੋਕਿਆ ਆ। ਹੋ ਸਕਦਾ ਹੈ ਕਿ ਸਿਆਸਤ ਵਿੱਚ ਆਣ ਕੇ ਗਿਣਤੀ ਮੁਤਾਬਕ, ਕਿਉਂਕਿ ਸੱਤਾ ਦੀ ਜਿਹੜੀ ਆ ਉਹ ਸਿਆਸਤ ਚੱਲਣੀ ਆ ਕਾਊਂਟਿੰਗ ਤੇ, ਬਹੁਮਤ ਇਸ ਵੇਲੇ ਭਾਜਪਾ ਕੋਲ ਪੂਰੇ ਸੰਸਦ ਵਿੱਚ ਵੀ ਹੈਗਾ ਤੇ ਭਾਰਤ ਦੀਆਂ ਕਾਫੀ ਸਟੇਟਾਂ ਵਿੱਚ ਵੀ ਉਹਨਾਂ ਦੀ ਸਰਕਾਰਾਂ। ਜੇ ਇੱਕ ਪੰਜਾਬ ਦੇ ਵਿੱਚ ਕੋਈ ਸਰਕਾਰ ਬਣਾ ਵੀ ਲੈਂਦਾ ਆ ਤੇ ਅੱਗੇ ਪਹਿਲੀ ਸਰਕਾਰ ਨੇ ਕੀ 5 ਸਾਲ ਦੇ ਵਿੱਚ ਖੂਨ ਖੋਤਾ ਜਿਹੜਾ ਕੋਈ ਨਵੀਂ ਸਰਕਾਰ ਖੋਲੂਗੀ। ਉਹ ਦੂਸਰਾ ਗਰੁੱਪ ਇਹ ਮੰਨਦਾ ਵੀ ਪ੍ਰੈਸ਼ਰ ਗਰੁੱਪ ਜਿਹੜਾ ਹੋਣਾ ਆ ਉਹ ਬਹੁਤ ਜ਼ਿਆਦਾ ਲਾਜ਼ਮੀ ਹੈ, ਸੱਤਾ ਦੇ ਵਿੱਚ ਸਾਨੂੰ ਨਹੀਂ ਦਖਲ ਦੇਣਾ ਚਾਹੀਦਾ। ਹੁਣ ਦੇਖਦੇ ਆ ਕਿ ਲੋਕ ਜਿਹੜਾ ਆ ਸੰਯੁਕਤ ਮੋਰਚੇ ਨੂੰ ਜਿੱਦਾਂ ਸਾਥ ਦਿੱਤਾ ਆ, ਇਹ ਸੰਯੁਕਤ ਸਮਾਜ ਮੋਰਚੇ ਨੂੰ ਐਜ ਏ ਪੋਲੀਟੀਕਲ ਗਰੁੱਪ ਵੀ ਉਦਾਂ ਦਾ ਸਾਥ ਦਿੰਦੇ ਆ ਜਾਂ ਨਹੀਂ ਦਿੰਦੇ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਦਾ। ਜੀ ਸ਼ਰਮਾ ਜੀ, ਪੂਰੇ ਸਾਲ ਦੀਆਂ ਘਟਨਾਵਾਂ ਦੀ ਗੱਲ ਕਰ ਰਹੇ ਆ ਤੇ ਕੋਵਿਡ ਨੂੰ ਅਸੀਂ ਲਾਂਭੇ ਨਹੀਂ ਕਰ ਸਕਦੇ। ਬਿਲਕੁਲ। ਕੋਵਿਡ ਦੇ ਜਿਹੜੇ ਬੱਦਲ ਨੇ, ਕੋਵਿਡ ਦੇ ਸੰਕਟ ਦੇ ਬੱਦਲ ਹਾਲੇ ਤੱਕ ਵੀ ਓਮਿਕਰੋਨ ਦੇ ਰੂਪ ਦੇ ਵਿੱਚ ਭਾਰਤ ਤੇ ਛਾਏ ਹੋਏ ਨੇ। ਪੂਰੇ ਵਰੇ ਦੀ ਜੇ ਗੱਲ ਕਰੀਏ ਤੇ UP ਤੇ ਦਿੱਲੀ ਇਸ ਪੂਰੀ ਤਰ੍ਹਾਂ ਨਿਸ਼ਾਨੇ ਤੇ ਰਿਹਾ ਤੇ ਲੇਸੈਂਟ ਵਰਗੇ ਰਸਾਲੇ ਨੇ ਵੀ ਭਾਰਤ ਨੂੰ ਬੜੀਆਂ ਲਾਹਨਤਾਂ ਪਾਈਆਂ ਪੂਰੇ ਸਾਲ 'ਚ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਕਰੋਨਾ ਦੇ ਵਿੱਚ ਵੀ ਜਿੱਦਾਂ ਬਿਲਗਾ ਸਾਹਿਬ ਨੇ ਕਿਸਾਨੀ ਪੱਖ ਦੇ ਵਿੱਚ ਦੱਸਿਆ ਜਾਂ ਸੰਯੁਕਤ ਸਮਾਜ ਮੋਰਚੇ ਦੀ ਗੱਲ ਕੀਤੀ ਕਿ ਉਹਦੇ ਦੋ ਪੱਖ ਨੇ। ਪ੍ਰੈਸ਼ਰ ਗਰੁੱਪ ਦਾ ਪੱਖ ਆਪਣਾ ਆ, ਉਹਦੇ ਆਪਣੇ ਫਾਇਦੇ ਤੇ ਉਹਦੇ ਆਪਣੇ ਨੁਕਸਾਨ ਨੇ।
ਤੇ ਉਹਦਾ ਜਿਹੜਾ ਪੋਲੀਟੀਕਲ ਪੱਖ ਆ ਉਹਦੇ ਆਪਣੇ ਫਾਇਦੇ ਤੇ ਉਹਦੇ ਆਪਣੇ ਨੁਕਸਾਨ ਨੇ। ਜੇਕਰ ਅਸੀਂ ਕਰੋਨਾ ਦੀ ਗੱਲ ਕਰੀਏ ਤੇ ਕੋਈ ਸ਼ੱਕ ਨਹੀਂ 2020 ਸਾਲ ਨੰਬਰ ਬੜੇ ਸੋਹਣੇ ਸੀ। 2020 ਦੁਨੀਆ ਦੇ ਵਿੱਚ ਬੜੇ ਵੱਡੇ ਵੱਡੇ ਆਯੋਜਨ ਜਿਹੜੇ ਆ ਵਿੱਢੇ ਹੋਏ ਸੀ ਤੇ ਉਹਦੀਆਂ ਤਿਆਰੀਆਂ ਚੱਲਦੀਆਂ ਸੀ, ਪਰ ਕਿਸੇ ਨੇ ਨਹੀਂ ਸੀ ਸੋਚਿਆ ਕਿ ਕੋਈ ਮਹਾਮਾਰੀ ਦਸਤਕ ਦੇਵੇਗੀ ਤੇ ਸਾਰੀ ਦੁਨੀਆ ਜਿਹੜੀ ਆ ਉਹ ਰੁਕ ਜਾਵੇਗੀ। 2021 ਦੀ ਜੇ ਕਰੋਨਾ ਦੀ ਗੱਲ ਕਰੀਏ ਸਵਲੀਨ ਜੀ, ਤੇ 16 ਜਨਵਰੀ ਨੂੰ ਭਾਰਤ ਦੇ ਵਿੱਚ ਟੀਕਾਕਰਨ ਜਿਹੜਾ ਸ਼ੁਰੂ ਹੋਇਆ ਜੀ, ਪਹਿਲਾ ਟੀਕਾ ਲੱਗਿਆ। ਤੇ ਅਗਸਤ ਦੇ ਵਿੱਚ ਇੱਕ ਦਿਨ ਐਸਾ ਆਇਆ ਜਿਸ ਦਿਨ ਇਹਨਾਂ ਨੇ ਇੱਕ ਦਿਨ ਦੇ ਵਿੱਚ ਕਰੋੜ ਟੀਕਾ ਲਾਉਣ ਦੀ ਗੱਲ ਕੀਤੀ। ਤੇ ਅਕਤੂਬਰ 20 ਦੇ ਨੇੜੇ ਤੇੜੇ ਭਾਰਤ ਸਰਕਾਰ ਨੇ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਕਿ ਅਸੀਂ 100 ਕਰੋੜ ਟੀਕਾ ਜਿਹੜਾ ਆ ਉਹ ਲਾ ਦਿੱਤਾ। ਤੇ ਹੁਣ ਇਹ ਗਿਣਤੀ ਇਸ ਸਾਲ ਦੇ ਅੰਦਰ ਅੰਦਰ ਹੀ ਮੈਨੂੰ ਲੱਗਦਾ ਕਿ 150 ਕਰੋੜ ਨੂੰ ਥੋੜੀ ਜਿਹੀ ਹੀ ਪਿੱਛੇ ਰਹਿ ਗਈ। 140-45 ਕਰੋੜ ਦੇ ਕਰੀਬ ਟੀਕਾਕਰਨ ਜਿਹੜਾ ਉਹ ਭਾਰਤ ਵਿੱਚ ਹੋ ਚੁੱਕਿਆ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਆ। ਬਹੁਤ ਵੱਡਾ ਦੇਸ਼ ਆ, ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਬਹੁਤ ਕਠਿਨ ਪ੍ਰਸਥਿਤੀਆਂ ਦੇ ਵਿੱਚ ਲੋਕ ਰਹਿ ਰਹੇ ਨੇ। ਕੋਈ ਕਿਤੇ ਆ, ਕੋਈ ਕਿਤੇ ਆ, ਕੋਈ ਕਿਤੇ ਆ, ਕਿਤੇ ਮਾਰੂਥਲ ਆ, ਕਿਤੇ ਪਹਾੜ ਆ, ਕਿਤੇ ਪਾਣੀ ਵਾਲੇ ਇਲਾਕੇ ਨੇ। ਪਰ ਫਿਰ ਵੀ ਇਹ ਭਾਰਤ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਗਿਣੀ ਜਾਵੇਗੀ। 144 ਜਾਂ 145 ਕਰੋੜ ਟੀਕੇ ਲਾ ਦੇਣੇ ਜੀ। ਇਹਦੇ ਵਿੱਚ ਜਦੋਂ ਤੁਸੀਂ ਇਹਦੇ ਦੂਸਰੇ ਪੱਖ ਦੇਖਦੇ ਆ ਤੇ ਸ਼ੁਰੂਆਤੀ ਦੌਰ ਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਉਹਦੇ ਵਿੱਚ ਆ ਜਾਣਗੀਆਂ, ਪਰ ਉਹ ਜਿਹੜਾ ਕਾਰਪੋਰੇਟ ਕਲਚਰ ਵਾਲਾ ਬਿਹੇਵੀਅਰ ਆ ਉਹ ਇੱਥੇ ਵੀ ਹਾਵੀ ਰਿਹਾ ਤੇ ਹੋਰ ਕੋਈ ਕੰਪਨੀਆਂ ਨਜ਼ਰ ਨਹੀਂ ਆਈਆਂ। 2 ਹੀ ਕੰਪਨੀਆਂ ਦੇ ਟੀਕੇ ਵਧੇਰੇ ਤੌਰ ਤੇ ਲਾਏ ਗਏ ਜੀ। ਤੇ ਹੁਣ ਜਿਹੜੀ ਗੱਲ ਹੈਗੀ ਆ ਉਹਦੇ ਦੂਜੇ ਪੱਖ ਦੀ, ਦਿੱਲੀ ਦੀ ਤੁਸੀਂ ਗੱਲ ਕੀਤੀ ਤੇ ਯੂਪੀ ਦੀ ਤੁਸੀਂ ਗੱਲ ਕੀਤੀ। ਹਾਲਾਂਕਿ ਸਾਰੇ ਦੇਸ਼ ਦੇ ਹੀ ਹਾਲਾਤ ਕਮੋਬੇਸ਼ ਘੱਟ ਜਾਂ ਵੱਧ ਇੱਕੋ ਜਿਹੇ ਹੀ ਰਹੇ। ਕਿਤੇ ਕੁਝ ਘੱਟ ਗਿਣਤੀਆਂ ਸਾਹਮਣੇ ਆਈਆਂ, ਕਿਤੇ ਕੁਝ ਵੱਧ ਗਿਣਤੀਆਂ ਸਾਹਮਣੇ ਆਈਆਂ। ਪਰ ਹੈਰਾਨੀਜਨਕ ਗੱਲ ਜਿਹੜੀ ਆ ਉਹ ਇਹ ਸੀ ਕਿ ਜਿਸ ਅੰਕੜਿਆਂ ਦੀ ਗੱਲ ਭਾਰਤ ਸਰਕਾਰ ਕਰਦੀ ਸੀ, ਜਦੋਂ ਅੰਤਰਰਾਸ਼ਟਰੀ ਸੰਸਥਾਵਾਂ ਨੇ ਉਹ ਅੰਕੜੇ ਦੱਸੇ ਤੇ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਜਿਹੜੇ ਭਾਰਤ ਦੇ ਅੰਕੜੇ ਨੇ ਜਿੰਨੇ ਉਹ ਦੱਸ ਰਹੇ ਨੇ ਉਦੋਂ ਤੋਂ 10 ਗੁਣਾ ਵੱਧ ਨੇ। ਤੇ ਅਫਰੀਕਾ ਵਰਗੀਆਂ ਕੰਟਰੀਆਂ ਦੇ ਅੰਕੜੇ ਜਿਹੜੇ ਨੇ ਉਹ 12, 13 ਜਾਂ 14 ਗੁਣਾ ਵੱਧ ਨੇ। ਇਸ ਤੋਂ ਵੀ ਅੱਗੇ ਜਾ ਕੇ ਉਹਨਾਂ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ ਜਿਹੜੇ ਆਪਣੇ ਅੰਕੜੇ ਦੱਸ ਰਹੇ ਨੇ ਉਹ ਵੀ 2-2.5 ਗੁਣਾ ਵੱਧ ਨੇ, ਉਹ ਵੀ ਘੱਟ ਦੱਸ ਰਹੇ ਨੇ। ਸੋ ਇਟ ਮੀਨਸ ਇਹਦੇ ਜਿਹੜੀ ਕੈਲਕੂਲੇਸ਼ਨ ਆ ਜਾਂ ਇਹਦੇ ਜਿਹੜੇ ਸਿੱਟੇ ਨੇ ਜਾਂ ਇਹਦੇ ਅਸਾਰਾਤ ਇਹੋ ਜਿਹੇ ਨਿਕਲਦੇ ਨੇ ਕਿ ਸਰਕਾਰ ਚਾਹੇ ਇੱਥੇ ਦੀ ਹੋਵੇ ਚਾਹੇ ਕਿਸੇ ਵਿਕਸਿਤ ਮੁਲਕ ਦੀ, ਉਹ ਆਪਣਾ ਪੱਖ ਬਚਾਉਣ ਲਈ ਕੋਈ ਨਾ ਕੋਈ ਹੀਲਾ ਘੜਦੀ ਹੀ ਹੈ। ਪਰ ਜੇਕਰ ਅਸੀਂ ਉਹਨਾਂ ਅੰਕੜਿਆਂ ਦੀ ਭਾਰਤ ਦੀ ਹੀ ਗੱਲ ਕਰੀਏ ਤੇ ਬੀਤੇ ਦੇ ਵਿੱਚ ਚਾਹੇ ਉਹ ਅਮਰ ਉਜਾਲਾ ਅਖਬਾਰ ਸੀ, ਚਾਹੇ ਉਹ ਦੈਨਿਕ ਭਾਸਕਰ ਸੀ, ਇਹਨਾਂ ਦੇ ਪੱਤਰਕਾਰਾਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ RTI ਇਨਫੋਰਮੇਸ਼ਨ ਪਾ ਕੇ ਡੈਥ ਸਰਟੀਫਿਕੇਟਸ ਕਿੰਨੇ ਜਾਰੀ ਕੀਤੇ ਉਸ ਨਗਰ ਕੌਂਸਲ ਨੇ ਜਾਂ ਉਸ ਮਿਊਨਿਸਪੈਲਿਟੀ ਨੇ, ਉਹਦਾ ਜਦੋਂ ਆਮ ਦੇ ਨਾਲ ਤੁਲਨਾ ਕਰਕੇ ਦੇਖੀ ਤੇ ਉਹ ਜਿਹੜੇ ਅੰਕੜੇ ਨੇ ਉਹ ਸਹੀ ਸਾਬਤ ਹੁੰਦੇ ਨਜ਼ਰ ਆਉਂਦੇ ਸੀ। 10 ਗੁਣਾ ਤੋਂ ਵੀ ਵੱਧ ਜਿਹੜਾ ਇੱਥੇ ਝੂਠ ਉਹ ਫੜਿਆ ਗਿਆ ਜੀ। ਤੇ ਹਿੰਦੂ ਧਰਮ ਦੀ ਜਦੋਂ ਅਸੀਂ ਗੱਲ ਕਰੀਏ ਜਾਂ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਿਤੇ ਵੀ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਤੇ ਉਹਨੂੰ ਪਵਿੱਤਰ ਮੰਨਿਆ ਜਾਂਦਾ। ਤੇ ਅਸੀਂ ਆਪਣੇ ਹੀ ਦੇਸ਼ ਦੇ ਵਿੱਚ ਨਦੀ ਦੇ ਕਿਨਾਰਿਆਂ ਦੇ ਉੱਤੇ ਲਾਸ਼ਾਂ ਪਈਆਂ ਦੇਖੀਆਂ, ਨਦੀਆਂ ਤੇ ਤਰਦੀਆਂ ਹੋਈਆਂ ਲਾਸ਼ਾਂ ਦੇਖੀਆਂ। ਤੇ ਮੁੜ ਕੇ ਅਗਲੀ ਵਾਰ ਉਸ ਸਮੇਂ ਤੋਂ ਬਾਅਦ ਵਿੱਚ ਇਸੇ ਦੇਸ਼ ਦੀ ਸੰਸਦ ਦੇ ਵਿੱਚ, ਇਸੇ ਦੇਸ਼ ਦੀਆਂ ਵਿਧਾਨ ਸਭਾਵਾਂ ਦੇ ਵਿੱਚ MLAs ਵੱਲੋਂ, MPs ਵੱਲੋਂ ਇਹ ਲਿਖਤੀ ਬਿਆਨ ਵੀ ਦੇਖੇ ਕਿ ਕੋਈ ਵੀ ਬੰਦਾ ਜਿਹੜਾ ਆ ਉਹ ਨਦੀ ਦੇ ਵਿੱਚ ਤੈਰਦਾ ਹੋਇਆ ਲਾਸ਼ ਜਿਹੜੀ ਆ ਨਹੀਂ ਮਿਲੀ। ਤੇ ਨਾਲ ਦੀ ਨਾਲ ਅਸੀਂ ਸਾਰੇ ਦੇਸ਼ ਦੇ ਵਿੱਚ ਆਕਸੀਜਨ ਦੀ ਭਾਰੀ ਕਮੀ ਦੇਖੀ। ਰੋਜ਼ ਖਬਰ ਆਉਂਦੀ ਸੀ ਕਿ ਫਲਾਣੇ ਸ਼ਹਿਰ ਦੇ ਵਿੱਚ ਹਸਪਤਾਲ ਦੇ ਵਿੱਚ ਆਕਸੀਜਨ ਦੀ ਸਪਲਾਈ ਠੱਪ ਹੋ ਗਈ ਤੇ 1 ਘੰਟੇ ਦੇ ਵਿੱਚ ਹੀ ਇੰਨੇ ਮਰ ਗਏ। 1 ਘੰਟੇ ਦੇ ਵਿੱਚ ਜਾਂ 2 ਘੰਟਿਆਂ ਦੇ ਵਿੱਚ ਜਾਂ ਰਾਤੋਂ ਰਾਤ ਫਲਾਣੇ ਹਸਪਤਾਲ ਦੇ ਵਿੱਚ ਇੰਨੇ ਮਰ ਗਏ। ਤੇ ਉਸੇ ਦੇਸ਼ ਦੀ ਸੰਸਦ ਵਿੱਚ ਮੁੜ ਕੇ ਫਿਰ ਇਹੀ ਬਿਆਨ ਜਿਹੜੇ ਆ ਸੁਣਨ ਨੂੰ ਮਿਲੇ ਕਿ ਆਕਸੀਜਨ ਦੀ ਕਮੀ ਦੇ ਨਾਲ ਕੋਈ ਵੀ ਇਨਸਾਨ ਜਿਹੜਾ ਆ ਉਹ ਨਹੀਂ ਮਰਿਆ। ਕੋਈ ਦੁਨੀਆ ਦਾ ਵੱਡਾ ਦੇਸ਼ ਜਿੱਥੋਂ ਸਾਡੇ ਮੁਲਕ ਲਈ ਆਕਸੀਜਨ ਦੇ ਸਿਲੰਡਰ ਨਹੀਂ ਆਏ। ਪ੍ਰਧਾਨ ਮੰਤਰੀ ਨੇ ਇੱਕ ਪ੍ਰਧਾਨ ਮੰਤਰੀ ਕੇਅਰ ਫੰਡ ਬਣਾਇਆ ਜਿਹਦੇ ਲਈ ਬੜੀ ਫਜੀਅਤ ਝੱਲਣੀ ਪਈ। ਪ੍ਰਧਾਨ ਮੰਤਰੀ ਆਫਿਸ ਦੇ ਅੰਡਰ ਸੈਕਟਰੀ ਲੈਵਲ ਦੇ IAS ਅਫਸਰ ਨੇ ਅਦਾਲਤ ਵਿੱਚ ਜਾ ਕੇ ਕਿਹਾ ਕਿ ਇਹ ਸਰਕਾਰੀ ਫੰਡ ਨਹੀਂ ਹੈ, ਜਦ ਕਿ ਸਾਰੇ ਦੇਸ਼ ਦੀਆਂ ਵੱਡੀਆਂ ਸੰਸਥਾਵਾਂ ਨੇ ਉਸ ਫੰਡ ਨੂੰ ਦਾਨ ਕੀਤਾ। ਹਜ਼ਾਰਾਂ ਕਰੋੜ ਦਾ ਇੱਕ ਉੱਥੇ ਫੰਡ ਇਕੱਠਾ ਹੋ ਗਿਆ, ਜਦ ਕਿ PM ਕੇਅਰਸ ਨਾਂ ਦਾ ਫੰਡ ਪ੍ਰਧਾਨ ਮੰਤਰੀ ਦੇ ਨਾਮ ਤੇ ਪਹਿਲਾਂ ਚੱਲਦਾ, ਪਰ ਇੱਥੇ ਇੱਕ ਪ੍ਰਧਾਨ ਮੰਤਰੀ ਰਾਹਤ ਕੋਸ਼ ਇੱਕ ਵੱਖਰਾ ਇੱਕ ਹੋਰ ਫੰਡ ਬਣਾ ਲਿਆ ਗਿਆ। ਤੇ ਉਹਦੇ ਵਿੱਚ ਜਿਹੜੇ ਪੈਸੇ ਆਏ ਬਾਅਦ ਵਿੱਚ ਜਾ ਕੇ ਕਹਿ ਦਿੱਤਾ ਗਿਆ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ, RTI ਇਨਫੋਰਮੇਸ਼ਨ ਦੇ ਅਧੀਨ ਜਦੋਂ ਇੱਕ ਕੇਸ ਹੋਇਆ ਕਿ ਇਹ ਤਾਂ ਜਿਹੜਾ ਫੰਡ ਆ ਉਹ ਸਰਕਾਰੀ ਹੈ ਹੀ ਨਹੀਂ। ਤੇ ਇਸ ਮੁਲਕ ਦੇ ਵਿੱਚ ਜਿੱਦਾਂ ਅਸੀਂ ਤਾਨਾਸ਼ਾਹੀ ਦੀ ਗੱਲ ਕਰਦੇ ਹਾਂ, ਇੱਕ ਵੱਖਰੀ ਤਰ੍ਹਾਂ ਦੀ ਉਦਾਹਰਣ ਸੀ ਕਿ ਪ੍ਰਧਾਨ ਮੰਤਰੀ, ਦੇਸ਼ ਦਾ ਪ੍ਰਧਾਨ ਮੰਤਰੀ ਵੀ ਆ ਤੇ ਉਹਦੇ ਨਾਮ ਤੇ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇ ਨੇ ਉਹਦਾ ਜ਼ਿੰਮੇਵਾਰ ਉਹ ਪ੍ਰਧਾਨ ਮੰਤਰੀ ਨਾ ਹੋ ਕੇ ਫਿਰ ਕੌਣ ਆ, ਉਹਦੇ ਲਈ ਕੁਝ ਨਹੀਂ ਦੱਸਦਾ ਜਾਂਦਾ। ਸੋ ਇਹ ਕੋਵਿਡ ਦੀ ਜਿਹੜੀ ਘਟਨਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ
ਦੂਸਰੇ ਰੂਪ ਦੇ ਵਿੱਚ ਵੀ ਸਾਹਮਣੇ ਆਈਆਂ। ਹਾਲੇ ਵੀ ਉਹ ਜਿਹੜੀ ਮਹਾਮਾਰੀ ਆ ਉਹ ਜਾਰੀ ਆ, ਹਾਲੇ ਵੀ ਰੋਜ਼ ਦੇ ਰੋਜ਼ ਨਵੇਂ ਕੇਸ ਆ ਰਹੇ ਨੇ। WHO ਵੱਲੋਂ ਤੀਸਰੀ ਜਿਹੜੀ ਲਹਿਰ ਆ ਉਹਦੇ ਲਈ ਵੱਖਰੀਆਂ ਕਹਾਣੀਆਂ ਜਾਰੀ ਕੀਤੀਆਂ ਜਾਂਦੀਆਂ ਨੇ। ਪਰ ਇੱਕ ਗੱਲ ਹੋਰ ਵੀ ਆ, ਅਸੀਂ ਪਿਛਲੇ ਦਿਨਾਂ ਦੇ ਵਿੱਚ ਹੀ ਦੇਖਿਆ ਕਿ ਚੋਣ ਕਮਿਸ਼ਨ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸੱਤਾਧਾਰੀ ਪਾਰਟੀਆਂ ਚੋਣਾਂ ਕਰਵਾਉਣੀਆਂ ਚਾਹੁੰਦੀਆਂ ਨੇ। ਤੇ ਪਿਛਲੇ ਸਾਲ ਦੇ ਵਿੱਚ ਬੀਤੇ ਸਾਲ ਦੇ ਵਿੱਚ ਇਸੇ ਸਾਲ ਦੇ ਵਿੱਚ ਜਿਹੜਾ ਅੱਜ ਬੀਤਿਆ ਹਲੇ, ਉਹਦੇ ਵਿੱਚ ਵੀ ਇਹ ਘਟਨਾ ਅਸੀਂ ਦੇਖੀਆਂ ਕਿ ਹੋਰ ਸਾਰਾ ਕੁਝ ਭਾਵੇਂ ਰੁਕ ਗਿਆ ਹੋਵੇ, ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਤੇ ਪੁਡੂਚੇਰੀ ਦੀਆਂ ਚੋਣਾਂ ਜਿਹੜੀਆਂ ਉਹ ਨਹੀਂ ਰੁਕੀਆਂ। ਚਾਹੇ ਉਥੇ ਨੁਕਸਾਨ ਹੋਇਆ, ਚਾਹੇ ਉੱਥੇ ਕੋਈ ਸੱਤਾਧਾਰੀ ਧਿਰ ਜਿੱਤੀ, ਚਾਹੇ ਨਹੀਂ ਜਿੱਤੀ, ਕਰੋਨਾ ਵੀ ਸਿਖਰ ਤੇ ਸੀ ਪੂਰਾ। ਬਿਲਕੁਲ। ਤੇ ਹਾਈ ਕੋਰਟ ਦਾ ਉਹ ਵਰਡਿਕਟ ਕਿ ਕਿਉਂ ਨਾ ਚੋਣ ਕਮਿਸ਼ਨ ਨੂੰ ਇਹਨਾਂ ਕਤਲਾਂ ਲਈ ਜ਼ਿੰਮੇਵਾਰ ਮੰਨ ਲਿਆ ਜਾਵੇ, ਇਹੋ ਜਿਹੀਆਂ ਜਿਹੜੀਆਂ ਬਿਆਨ ਵੀ ਸਾਨੂੰ ਇਸੇ ਸਾਲ ਦੇ ਵਿੱਚ ਸੁਣਨ ਨੂੰ ਮਿਲੇ। ਸੋ ਕੋਵਿਡ ਇੱਕ ਵੱਡੀ ਸਮੱਸਿਆ ਸੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕੋਈ ਵੀ ਦੁਨੀਆ ਦੀ ਸਰਕਾਰ ਉਹਦੇ ਲਈ ਤਿਆਰ ਨਹੀਂ ਸੀ, ਕਿਉਂਕਿ ਮਹਾਮਾਰੀ ਦੇ ਬਾਰੇ 'ਚ ਕੋਈ ਪ੍ਰੈਡਿਕਸ਼ਨ ਤਾਂ ਸੀਗੀ ਨਹੀਂ। ਪਰ ਫਿਰ ਵੀ ਉਸ ਸਮੇਂ ਦੇ ਚੱਲਦੇ ਵੀ ਜਿਨ੍ਹਾਂ ਨੇ ਚੋਣਾਂ ਨੂੰ ਪ੍ਰਮੁੱਖਤਾ 'ਚ ਰੱਖਿਆ ਤੇ ਜਿਨ੍ਹਾਂ ਨੇ ਏਡੇ ਵੱਡੇ ਝੂਠ ਬੋਲੇ ਤੇ ਜਿਨ੍ਹਾਂ ਨੇ ਮੌਤਾਂ ਦੀ ਗਿਣਤੀ ਦੇ ਨਾਲ ਵੀ 10 ਗੁਣਾ ਤੱਕ ਜਿਹੜਾ ਆ ਉਹ ਛੇੜਛਾੜ ਕੀਤੀ ਤੇ ਬਾਅਦ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਕਿਹਾ ਕਿ ਅਸੀਂ ਪੈਸੇ ਜਿਹੜੇ ਆ ਉਹ ਨਹੀਂ ਦੇ ਸਕਦੇ ਇਹਨਾਂ ਮੌਤਾਂ ਦੇ ਵਿੱਚ, ਤੇ ਫਿਰ ਅਸੀਂ ਕੀ ਗੱਲ ਕਰ ਸਕਦੇ ਹਾਂ ਇਸ ਤੋਂ ਬਾਅਦ ਹੋਰ। ਜੀ, ਸਾਲ 2021 ਚ ਵਾਪਰੀਆਂ ਕੁਝ ਹੋਰ ਘਟਨਾਵਾਂ ਦੀ ਵੀ ਗੱਲਬਾਤ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਸਾਹਿਬ, ਰਾਜਨੀਤੀ ਤਾਂ ਕਿੰਨੀ ਸਾਰੀ ਘੋਟ ਲਈ ਆ। ਜੇ ਬਾਲੀਵੁੱਡ ਦੀ ਗੱਲ ਕਰੀਏ ਤੇ ਕੀ ਕੁਝ ਦੇਖਣ ਨੂੰ ਮਿਲਿਆ ਪੂਰੇ ਸਾਲ 'ਚ? ਸਵਲੀਨ, ਜਦੋਂ ਕੋਵਿਡ-19 ਆਇਆ ਤਕਰੀਬਨ 2020 ਤੇ 21 ਦੇ ਵਿੱਚ ਬਾਲੀਵੁੱਡ ਨੂੰ ਲੈ ਕੇ ਵੱਡੇ ਪ੍ਰੋਗਰਾਮ ਜਿਹੜੇ ਸੀਗੇ ਉਹ ਤਾਂ ਕੋਵਿਡ ਦੌਰਾਨ ਤਕਰੀਬਨ ਬੰਦ ਰਹੇ। ਵੱਡੀਆਂ ਫਿਲਮਾਂ ਵੀ ਕੋਈ ਜਾਰੀਆਂ ਨਹੀਂ ਆਈਆਂ। ਜੋ ਸ਼ੁਰੂਆਤੀ ਦੌਰ ਦੇ ਵਿੱਚ ਥੋੜੀ ਬੜੀ ਛੋਟ ਮਿਲੀ ਆ ਤੇ ਉਹ ਜਿਹੜੀਆਂ ਰੂਟੀਨ ਸੀਗੀ ਬਾਲੀਵੁੱਡ ਦੀ ਉਹ ਨਹੀਂ ਬਣ ਸਕੀ। ਪਰ ਵੱਡੀਆਂ ਘਟਨਾਵਾਂ ਜਿਹੜੀਆਂ ਆਪਾਂ ਕਹਿ ਦਈਏ, ਦੋ ਜਿਹੜੀਆਂ ਲੋਕਾਂ ਨੇ ਜਿਨ੍ਹਾਂ ਦਾ ਧਿਆਨ ਖਿੱਚਿਆ, ਉਹ ਇੱਕ ਸ਼ਾਹਰੁਖ ਖਾਨ ਜਿਹੜੇ ਆ ਐਕਟਰ ਨੇ ਭਾਰਤ ਦੇ, ਉਹਨਾਂ ਦਾ ਲੜਕੇ ਦਾ ਜਦੋਂ ਕਿਸੇ ਇੱਕ ਡਰੱਗ ਦੀ ਪਾਰਟੀ ਦੇ ਵਿੱਚ ਪੁਲਿਸ ਵੱਲੋਂ ਅਰੈਸਟ ਹੋ ਜਾਣਾ, ਤੇ ਉਹ ਇੱਕ ਬਹੁਤ ਵੱਡੀ ਪੂਰੀ ਦੁਨੀਆ ਦੇ ਵਿੱਚ ਇੱਕ ਨਿਊਜ਼ ਬਣ ਗਈ ਬਾਲੀਵੁੱਡ ਨੂੰ ਲੈ ਕੇ। ਉਸ ਨਿਊਜ਼ ਨੇ ਬੜਾ ਲੰਬਾ ਸਮਾਂ ਜਿਹੜਾ ਲੋਕਾਂ ਦਾ ਧਿਆਨ ਖਿੱਚੀ ਰੱਖਿਆ। ਤੇ ਉਸ ਵੇਲੇ ਕੁਝ ਲੋਕ ਇਹ ਵੀ ਕਹਿੰਦੇ ਸੀਗੇ ਵੀ ਉਹ ਖਬਰ ਐਡੀ ਵੱਡੀ ਉਹ ਇਸੇ ਕਰਕੇ ਬਣੀ ਆ ਲਖੀਮਪੁਰ ਖੀਰੀ ਘਟਨਾ। ਬਿਲਕੁਲ, ਉਸ ਵੇਲੇ ਲਖੀਮਪੁਰ ਖੀਰੀ ਜਿਹੜੀ ਆ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਘਟਨਾ ਜਿਹੜੀ ਆ ਉਸ ਵੇਲੇ ਪੂਰੀ ਤਪੀ ਹੋਈ ਸੀ, ਮਗੀ ਹੋਈ ਸੀ। ਧਿਆਨ ਭਟਕਾਓ ਖਬਰ ਬਣਾ ਲੋਕਾਂ ਦਾ ਸੀਗਾ ਉੱਥੇ ਲਖੀਮਪੁਰ ਖੀਰੀ ਤੇ ਦੁਨੀਆ ਭਰ ਦਾ ਸੀ। ਪਰ ਵਿੱਚ ਉਹ ਨੈਸ਼ਨਲ ਮੀਡੀਆ ਨੇ ਖਬਰ ਨੂੰ ਇੰਨਾ ਕੁ ਹਾਈਪ ਦਿੱਤੀ, ਇੰਨਾ ਕੁ ਉੱਚਾ ਚੱਕ ਕੇ ਰੱਖਿਆ ਵੀ ਲਖੀਮਪੁਰ ਖੀਰੀ ਵਾਲਾ ਜਿਹੜਾ ਕਾਂਡ ਸੀਗਾ ਉਹਨੂੰ ਉਹਨਾਂ ਨੇ ਕਾਰਨਰ ਪਾਉਣ ਦੀ ਕੋਸ਼ਿਸ਼ ਕੀਤੀ ਨੈਸ਼ਨਲ ਮੀਡੀਆ ਨੇ। ਦੂਸਰਾ ਪੱਖ ਉਹਦਾ ਇਹ ਵੀ ਦੇਖਿਆ ਜਾਂਦਾ ਆ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੀ ਭਾਜਪਾ ਦੀ ਵਰਕਿੰਗ ਸਟਾਈਲ ਦੇਖੀ ਜਾਂਦੀ ਆ ਵੀ ਸ਼ਾਹਰੁਖ ਖਾਨ ਨੂੰ ਭਾਜਪਾ ਜਿਹੜਾ ਆਪਣੇ ਹੱਕ ਦੇ ਵਿੱਚ ਉਹਦੀ ਸੈਲੀਬ੍ਰੇਟਿੰਗ ਲਾਈਫ ਜਿਹੜੀ ਆ ਉਹਨੂੰ ਢਾਲ ਕੇ ਲੋਕ ਉਹਦੇ ਵਿੱਚ ਇੱਕ ਪੋਲੀਟੀਕਲ ਫਾਇਦਾ ਲੈਣਾ ਚਾਹੁੰਦੀ ਸੀ, ਜਿਹਨੂੰ ਲੈ ਕੇ ਸ਼ਾਹਰੁਖ ਖਾਨ ਨੇ ਪਤਾ ਲੱਗ ਰਿਹਾ ਕਿ ਨਾ ਕਰ ਦਿੱਤੀ ਸੀ। ਉਹ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਰਕਾਰਾਂ ਨੇ ਉਹਦੇ ਨਾਲ ਕਿੜ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਹ ਮੁੰਡੇ ਦੀ ਜੋ ਥੋੜੇ ਦਿਨਾਂ ਬਾਅਦ ਜ਼ਮਾਨਤ ਹੋ ਜਾਂਦੀ ਆ। ਪਰ ਇਹ ਕਹਿ ਸਕਦੇ ਆ ਕਿ ਇੱਕ ਏਡੇ ਵੱਡੇ ਐਕਟਰ ਦਾ ਬੱਚਾ ਉਸ ਪਾਰਟੀ ਦੇ ਵਿੱਚ ਚਲੇ ਜਾਣਾ, ਉਸ ਤੋਂ ਬਾਅਦ ਉੱਤੇ ਕੇਸ ਦਰਜ ਹੋ ਜਾਣਾ, ਸਮਝ ਲਓ ਇੱਕ ਬੱਚੇ ਦਾ ਭਵਿੱਖ ਖਰਾਬ ਹੋਣ ਵਾਲੀ ਗੱਲ ਆ। ਉਹ ਕਿੰਨੀ ਕੁ ਗੱਲ ਸਹੀ ਆ ਜਾਂ ਕਿੰਨੀ ਕੁ ਗਲਤ ਆ ਉਹ ਤਾਂ ਮੌਕੇ ਦੇ ਜਿਹੜੇ ਹਾਲਾਤ ਆ ਉਹੀ ਦੱਸ ਸਕਦੇ ਆ। ਪਰ ਇਹ ਘਟਨਾ ਨੇ ਜਿਹੜਾ ਲੋਕਾਂ ਦਾ 2021 ਦੇ ਵਿੱਚ ਧਿਆਨ ਆਪਣੇ ਵੱਲ ਖਿੱਚੀ ਰੱਖਿਆ। ਤੇ ਉਹ ਜਿਹੜੀ ਬੀਬੀ ਰੌਲਾ ਬੜਾ ਪਾਉਂਦੀ 2013 ਚ ਉਹ ਆਜ਼ਾਦ ਹੋਈ ਆ, ਕੰਗਣਾ ਰਣੌਤ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬੀਬੀ ਦੀ ਤਾਂ ਜੇ ਕਹਿੰਦੀ ਗੱਲ ਨਾ ਹੀ ਕਰੀਏ ਤਾਂ ਚੰਗਾ ਆ। ਪਰ ਫਿਰ ਵੀ ਜਿਹੜੀ ਮਤਲਬ ਕਹਿ ਸਕਦੇ ਆ ਕਿ ਆਪਣੇ ਖੇਤਰ ਤੋਂ ਹਟ ਕੇ ਉਹਨੇ ਰਾਜਨੀਤਿਕ ਤੌਰ ਤੇ ਜਾਂ ਇੱਕ ਪਾਰਟੀ ਦੀ ਭਗਤਣੀ ਬਣ ਕੇ ਜਿਹੜੇ ਬਿਆਨ ਦਿੱਤੇ ਆ ਜਾਂ ਜਿਹੜੀ ਕੜੀ ਘੋਲੀ ਆ ਉਹ ਕੜੀ ਉਹਨੂੰ ਨਹੀਂ ਘੋਲਣੀ ਬਣਦੀ ਸੀ। ਜਿਨ੍ਹਾਂ ਲੋਕਾਂ ਦੇ ਸਿਰ ਤੇ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਆ ਉਹ ਸਟਾਰਟ ਕੀਤਾ, ਜਦੋਂ ਤੁਸੀਂ ਉਹਨਾਂ ਨੂੰ ਹੀ ਆਣ ਕੇ ਇੱਕ ਪਾਰਟੀ ਦੇ ਭਗਤ ਬਣ ਕੇ ਜਾਂ ਸਿੱਧਾ ਕਹਿ ਦਈਏ ਮੋਦੀ ਦੇ ਭਗਤ ਬਣ ਕੇ ਲੋਕਾਂ ਨੂੰ ਟਰੀਟ ਕਰੋ ਤੇ ਲੋਕਾਂ ਨੂੰ ਇਹ ਕਹੋ ਵੀ ਤੁਸੀਂ ਪਹਿਲਾਂ ਵੀ ਉਹਦੇ ਵਿਵਾਦਿਤ ਬਿਆਨ ਰਹੇ ਨੇ, ਖਾਸ ਕਰਕੇ ਅੰਦੋਲਨ ਨੂੰ ਲੈ ਕੇ ਵੀ ਉਹ ਜਿਹੜੀ ਆ ਉਹ ਖਲਨਾਇਕਾ ਦੇ ਰੂਪ ਵਿੱਚ ਆਪਣੇ ਬਿਆਨ ਦਿੰਦੀ ਰਹੀ ਆ। ਉਸ ਤੋਂ ਬਾਅਦ ਭਗਤੀ ਦੀ ਵੀ ਇੱਕ ਸੀਮਾ ਹੁੰਦੀ ਆ। ਪਰ ਇਹ ਪਾਰਟੀ ਦੇ ਵਿੱਚ ਦੇਖਿਆ ਜਾਂਦਾ ਕਿ ਜਿੰਨਾ ਤੁਸੀਂ ਤੱਤੇ ਬਿਆਨ ਦਿਓਗੇ, ਜਿੰਨਾ ਸਮਾਜ ਦੇ ਖਿਲਾਫ ਬੋਲੋਗੇ,
ਜਿੰਨਾ ਤੁਸੀਂ ਮਤਲਬ ਦੂਜੀਆਂ ਜਿਹੜੀਆਂ ਕਮਿਊਨਿਟੀਆਂ ਆ ਉਹਨਾਂ ਨੂੰ ਟਾਰਗੇਟ ਕਰੋਗੇ ਤਾਂ ਤੁਹਾਨੂੰ ਉਹਦਾ ਜਿਹੜਾ ਮੁਨਾਫਾ ਮਿਲਦਾ ਹੈ, ਤੁਹਾਨੂੰ ਉਹਦੀ ਪੈਕੇਜ ਮਿਲਦੇ ਮੁੜ ਕੇ, ਫਿਰ ਤੁਹਾਨੂੰ ਜੈਡ ਸਿਕਿਉਰਿਟੀ, ਬਾਈ ਸਿਕਿਉਰਿਟੀ ਮਿਲਦੀ ਆ, ਤੁਹਾਨੂੰ ਵੱਡੇ ਵੱਡੇ ਰੁਤਬੇ ਮਿਲਦੇ ਆ, ਤੇ ਰੁਤਬਾ ਫਿਰ ਤੁਹਾਨੂੰ ਪਤਾ ਫਿਰ ਰਾਸ਼ਟਰਪਤੀ ਦੇ ਕੋਲ ਉਹਨੂੰ ਪਦਮ ਸ਼੍ਰੀ ਮਿਲਿਆ। ਉਹ ਚੀਜ਼ਾਂ ਸਾਰੀਆਂ ਇਹ ਦਰਸਾਉਂਦੀਆਂ ਆ ਕਿ ਇਹ ਭਾਜਪਾ ਦੇ ਵਿੱਚ ਐਂਟਰੀ ਕਰਨ ਲਈ ਤੁਹਾਡਾ ਬੜਬੋਲੇ ਹੋ ਕੇ ਬੋਲਣਾ ਜਾਂ ਕੰਨਾਂ ਤੱਕ ਮੂੰਹ ਪਾੜ ਕੇ ਬੋਲਣਾ ਬਹੁਤ ਲਾਜ਼ਮੀ ਆ। ਬੋਲਣ ਦੀ ਆਜ਼ਾਦੀ, ਬਿਲਕੁਲ ਆਜ਼ਾਦੀ, ਜਿਹੜੀ ਆਜ਼ਾਦੀ ਬੋਲਣ ਦੀ ਉਹਨੂੰ ਇੱਥੇ ਆਣ ਕੇ ਮਿਲੀ ਆ ਨਾ। ਉਸ ਜਿਹੜੇ ਸਾਡੇ 1947 ਦੇ ਤੋਂ ਲੈ ਕੇ ਪਿਛਲਾ ਸਮਾਂ ਜਿੰਨਾ ਚਿਰ ਸੰਘਰਸ਼ ਚੱਲਿਆ ਭਾਰਤ ਨੂੰ ਯਾਦ ਕਰਾਉਣ ਦਾ, ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦੇਤੀਆਂ, ਸਰਦਾਰ ਭਗਤ ਸਿੰਘ ਵਰਗਿਆਂ ਨੇ, ਹੋਰਾਂ ਨੇ, ਲੱਖਾਂ ਲੋਕਾਂ ਨੇ ਜਨ ਕੁਰਬਾਨੀਆਂ ਕੀਤੀਆਂ, ਉਹ ਜਿਹੜੀ ਆਜ਼ਾਦੀ ਸੀ ਉਹਨੂੰ ਵੀ ਉਹਨੇ ਫਿੱਕੇ ਪਾਉਂਦਿਆਂ ਇਹ ਗੱਲ ਕਹੀ ਵੀ ਉਹ ਆਜ਼ਾਦੀ ਤਾਂ ਕਹਿੰਦੀ ਐਵੇਂ ਹੀ ਸੀਗੀ, ਆਹ ਆਜ਼ਾਦੀ ਤਾਂ 2014 ਜਿਹੜਾ ਮੋਦੀ ਸਰਕਾਰ ਬਣੀ ਆ ਉਦੋਂ ਹੀ ਆਈ ਆ, ਉਦੋਂ ਹੀ ਲੋਕਾਂ ਨੂੰ ਆਜ਼ਾਦੀ ਮਿਲੀ ਆ। ਇਹ ਚੀਜ਼ਾਂ ਦੀਆਂ ਵਿਵਾਦਤ ਬਿਆਨ ਦਿੱਤੇ ਆ, ਉਹਨੇ ਵੀ ਲੋਕਾਂ ਦਾ ਧਿਆਨ 2021 ਦੇ ਵਿੱਚ ਆਪਣੇ ਵੱਲ ਖਿੱਚੀ ਰੱਖਿਆ। ਜੀ ਸ਼ਰਮਾ ਜੀ, ਗੱਲ ਟੋਕੀਓ 올림픽ਸ ਦੀ ਵੀ ਕਰ ਲਈਏ। 2021 ਚ ਹੋਈਆਂ ਨੇ, ਨਾਮ ਉਹਨਾਂ ਦਾ 2020 ਰੱਖਿਆ ਗਿਆ ਆ, ਤੇ ਭਾਰਤ ਲਈ ਇਹ 올림픽ਸ ਇਸ ਵਾਰੀ ਬਹੁਤ ਵਧੀਆ ਰਿਹਾ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਨੀਰਜ ਚੋਪੜਾ ਗੋਲਡਨ ਬॉय ਜੈਵਲਿਨ ਥਰੋ ਦੇ ਵਿੱਚ ਉਹਨੇ ਰਿਕਾਰਡ ਵੀ ਬਣਾਇਆ ਤੇ ਤਮਗਾ ਵੀ ਜਿੱਤਿਆ, 2 ਸਿਲਵਰ ਦੇ ਮੈਡਲ ਤੇ 4 ਬ੍ਰੌਂਜ਼ ਮੈਡਲ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜੀਆਂ ਪੈਰਾ 올림픽ਸ ਹੋਈਆਂ ਉਹਦੇ ਵਿੱਚ 5 ਗੋਲਡ, ਅਸ਼ਵਨੀ ਲਾਕਰਾ, ਸੁਮਿਤ ਅੰਤਿਲ, ਪ੍ਰਮੋਦ ਭਗਤ, ਕ੍ਰਿਸ਼ਨਾ ਨਾਗਰ ਤੇ ਮਨੀਸ਼ ਨਰਵਾਲ, 5 ਗੋਲਡ ਮੈਡਲ 올림픽 ਦੇ ਵਿੱਚ ਮਿਲੇ ਇਹਨਾਂ ਨੂੰ, 19 ਟੋਟਲ ਮੈਡਲ ਮਿਲੇ। ਤੇ ਖੇਡਾਂ ਦੇ ਨਜ਼ਰੀਏ ਤੋਂ ਇਹ ਸਾਲ ਜਿਹੜਾ ਆ ਉਹ ਭਾਰਤ ਲਈ ਚੰਗਾ ਰਿਹਾ। ਹਾਲਾਂਕਿ ਕਰੋਨਾ ਦੇ ਦੌਰ ਦੇ ਵਿੱਚ 2020 ਵਾਲੀਆਂ 올림픽 2021 ਚ ਕਰਵਾਈਆਂ ਗਈਆਂ, ਤੇ ਕਿਉਂਕਿ ਇਹ ਗੱਲ ਕਹੀ ਜਾਂਦੀ ਸੀ ਕਿ ਸਾਰੀ ਜਿਹੜੀ ਤਿਆਰੀ ਆ ਉਹ ਪਹਿਲਾਂ ਹੋ ਚੁੱਕੀ ਸੀ ਜਾਪਾਨ ਦੇ ਵਿੱਚ 올림픽 ਦੀ, ਇਸ ਕਰਕੇ ਉਹਨਾਂ ਦੇ ਜਿਹੜੇ 2020 ਹੀ ਲਿਖਿਆ ਗਿਆ, 2021 ਨਹੀਂ ਲਿਖਿਆ ਗਿਆ। ਤੇ ਬਹੁਤ ਸਾਰੇ ਹੋਰ ਤੱਥ ਵੀ ਸਾਹਮਣੇ ਆਏ ਕਿ ਇਹਨੇ ਜਿਹੜੇ ਸਾਰੇ 골ਡ ਮੈਡਲ ਸੀ ਉਹ ਰੀਸਾਈਕਲ ਕੀਤੇ ਹੋਏ ਪੁਰਾਣੇ ਜਿਹੜੇ ਮੋਬਾਈਲ ਫੋਨ ਨੇ ਉਹਨਾਂ ਚੋਂ ਕੱਢੇ ਗਏ, ਸੋਨੇ ਤੋਂ ਬਣਾਏ ਗਏ। ਤੇ ਸਾਨੂੰ ਤੇ ਬੜੀ ਹੈਰਾਨੀ ਦੀ ਗੱਲ ਸੀ ਕਿ ਮੋਬਾਈਲ ਫੋਨ ਦੇ ਵਿੱਚ ਵੀ ਸੋਨਾ ਹੁੰਦਾ ਆ, ਤੁਸੀਂ ਤੇ ਆਪਣਾ ਵੀ ਤੋੜ ਕੇ ਕਹਿੰਦੇ ਸੋਨਾ ਲੱਭਿਆ ਵਿੱਚੋਂ ਉਹਦੇ। ਤੋਂ ਖੇਡਾਂ ਦੇ ਨਜ਼ਰੀਏ ਦੇ ਵਿੱਚੋਂ 올림픽 ਜਿਹੜਾ ਆ ਇਸ ਸਾਲ ਦੇ ਲਈ ਭਾਰਤ ਦੇ ਨਜ਼ਰੀਏ ਤੋਂ ਬਹੁਤ ਚੰਗਾ ਸਾਲ ਰਿਹਾ। ਬੇਸ਼ੱਕ ਤੁਸੀਂ ਇਦਾਂ ਸਮਝ ਲਓ ਕਿ ਹੁਣ ਤੱਕ ਦੀਆਂ ਜਿੰਨੀਆਂ 올림픽 ਸੀਗੀਆਂ ਭਾਰਤ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ, ਤੇ ਆਉਣ ਵਾਲੇ ਸਮੇਂ 'ਚ ਵੀ ਆਸ ਕਰਾਂਗੇ ਕਿ ਚੰਗਾ ਹੀ ਜਿਹੜਾ ਆ ਪ੍ਰਦਰਸ਼ਨ ਖਿਡਾਰੀ ਹੋਰ ਕਰਨ। ਜਿਹੜੀ ਗੱਲ ਤੁਸੀਂ ਬਾਲੀਵੁੱਡ ਦੀ ਕਰਦੇ ਸੀ, ਮੈਨੂੰ ਇਦਾਂ ਲੱਗਿਆ ਕਿ ਬਿਲਗਾ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਜਿਹੜਾ ਇੱਕ ਸੱਤਾਧਾਰੀ ਧਿਰ ਦਾ ਵਿਚਾਰਧਾਰਕ ਹੋਣਾ ਤੇ ਦੂਸਰੀ ਧਿਰ ਦਾ ਵਿਚਾਰਧਾਰਕ ਹੋਣਾ, ਇਸ ਕੇਸ ਦੇ ਵਿੱਚ, ਇਸ ਕਹਾਣੀ ਦੇ ਵਿੱਚ, ਇਸ ਰੰਗ ਦੇ ਵਿੱਚ ਬਾਲੀਵੁੱਡ ਵੀ ਸਾਰਾ ਜਿਹੜਾ ਰੰਗਿਆ ਹੋਇਆ ਨਜ਼ਰ ਆਇਆ। ਤੇ ਉਹਦੇ ਨਾਲ ਹੀ ਰਲਦੀਆਂ ਮਿਲਦੀਆਂ ਘਟਨਾਵਾਂ ਜਿਹੜੀਆਂ ਆ ਉਹ ਸਾਹਮਣੇ ਆਈਆਂ। ਜਿਹੜੀ ਗੱਲ ਤੁਸੀਂ ਕਰਦੇ ਸੀਗੇ ਕਿ ਕਿਸੇ ਦੀ ਵੀ ਬੰਦੇ ਦਾ ਆਜ਼ਾਦੀ ਨੂੰ ਹੀ 2014 ਵਿੱਚ ਮਿਲੀ ਦੱਸਣਾ, ਕੋਈ ਵੀ ਐਡਾ ਅਗਿਆਨੀ ਜਾਂ ਐਡਾ ਮੂਰਖ ਨਹੀਂ ਹੈਗਾ, ਚਾਹੇ ਉਹ ਘੱਟ ਪੜ੍ਹੇ ਲਿਖੇ ਨੇ, ਚਾਹੇ ਉਹ ਵੱਧ ਪੜ੍ਹੇ ਲਿਖੇ ਨੇ, ਪਰ ਫਿਰ ਵੀ ਉਹ ਨੈਸ਼ਨਲ ਲਾਈਫ ਦੇ ਵਿੱਚ ਨੇ, ਉਹ ਜ਼ਾਹਿਰ ਤੌਰ ਤੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਘੁੰਮਦੇ ਨੇ, ਉਹ ਸਾਰੀਆਂ ਗੱਲਾਂ ਜਾਣਦੇ ਨੇ। ਇਹ ਜਾਣ ਬੁੱਝ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਤਾਂ ਕਿ ਉਹਨਾਂ ਨੂੰ ਉਸ ਪਾਰਟੀ ਦੀ ਲਾਈਨ ਦੇ ਉੱਤੇ ਜਿਹੜੀ ਆ ਇੱਕ ਖਾਸ ਤਰ੍ਹਾਂ ਦੀ ਪ੍ਰਸਿੱਧੀ ਮਿਲੇ ਤੇ ਇੱਕ ਖਾਸ ਤਰ੍ਹਾਂ ਦੀ ਹੀ ਉਹ ਥਾਟ ਪ੍ਰੋਸੈਸ ਦੇ ਵਿੱਚ ਕੰਮ ਕਰਦੇ ਨੇ। ਜੀ ਬਿਲਕੁਲ ਸਾਹਿਬ, ਪੰਜਾਬ ਦੀ ਸਿਆਸਤ ਦੀ ਤੇ ਅਸੀਂ ਗੱਲ ਕਰ ਲਈ ਹੈ, ਜੇ ਭਾਰਤ ਦੀ ਸਿਆਸੀ ਸਥਿਤੀ ਦੀ ਗੱਲ ਕਰਨੀ ਹੋਵੇ ਇਸ ਬਾਰੇ ਦੀ, ਤੇ ਮੋٹے-ਮੋٹے ਸ਼ਬਦਾਂ 'ਚ ਕੀ ਕਹਿਣਾ ਚਾਹੋਗੇ? ਭਾਰਤ ਦੀ ਸਿਆਸਤ ਦੀ ਜੇ ਤੁਸੀਂ ਗੱਲ ਕਰੋ ਕਿ 2014 ਤੋਂ ਜਿਉਂ ਮੋਦੀ ਦਾ ਰੱਥ ਚੱਲਿਆ ਤੇ ਭਾਜਪਾ ਦੀ ਜਿਹੜੀ ਸਿਆਸਤ ਸੀ ਉਹ ਪੌੜੀ ਦਰ ਚੜ੍ਹਦੀ ਪੂਰੇ ਸਿਖਰ ਤੇ ਗਈ ਹੋਈ ਸੀ। ਜਿੰਨੇ ਵੀ ਫੈਸਲੇ ਲਏ ਜਾਂਦੇ ਨੇ, ਚਾਹੇ ਕਸ਼ਮੀਰ ਨੂੰ ਲੈ ਕੇ ਫੈਸਲਾ ਹੁੰਦਾ ਆ, ਚਾਹੇ CAA ਦਾ ਫੈਸਲਾ ਹੁੰਦਾ ਆ, ਚਾਹੇ ਨੋਟਬੰਦੀ ਦਾ ਫੈਸਲਾ ਹੁੰਦਾ ਆ, ਕੋਈ ਇੱਕ ਫੈਸਲਾ ਵੀ ਇਦਾਂ ਦਾ ਨਹੀਂ ਹੈਗਾ ਜਿੱਥੇ ਆਣ ਕੇ ਸਰਕਾਰ ਕਦੀ ਪਿਛਲੇ 7 ਸਾਲਾਂ 'ਚ ਬੈਕਫੁੱਟ ਤੇ ਗਈ ਹੋਵੇ। 2021 ਦਾ ਸਾਲ ਭਾਜਪਾ ਲਈ ਜੇ ਆਪਾਂ ਕਹਿ ਦਈਏ ਤੇ ਇੱਕ ਉਹ ਜੇਤੂ ਰੱਥ ਰੁਕਣ ਵਾਲਾ ਸਾਲ ਵੀ ਰਿਹਾ ਹੈ, ਤੇ ਜਿੱਥੋਂ ਭਾਜਪਾ ਦੀ ਗਿਰਾਵਟ ਸ਼ੁਰੂ ਹੋਈ ਥੱਲੇ ਨੂੰ, ਇਹ ਵੀ ਸਾਲ 2021 ਮੰਨਿਆ ਜਾਵੇਗਾ। ਉਹਦੇ ਵਿੱਚ 2 ਪੱਖ ਲਏ ਜਾਣਗੇ। ਇੱਕ ਤਾਂ ਸਭ ਨੂੰ ਵੱਡਾ ਜਿਹੜੀ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਆ, ਜਿੰਨਾ ਕਿਸਾਨੀ ਅੰਦੋਲਨ ਨੇ ਭਾਜਪਾ ਨੂੰ ਜਾਂ ਨਰਿੰਦਰ ਮੋਦੀ ਨੂੰ ਮੂਧੇ ਮੂੰਹ ਸੱਟਿਆ ਆ, ਸ਼ਾਇਦ ਹੀ ਉਹਨੇ ਸੋਚਿਆ ਨਹੀਂ ਕਦੀ ਹੋਊਗਾ ਵੀ ਸਾਡੇ ਭਾਜਪਾ ਦੇ ਨਰਿੰਦਰ ਮੋਦੀ ਦਾ ਜਿੱਦਾਂ ਦੀ ਤਸਵੀਰ ਉਹਦੀ ਪੂਰੀ ਦੁਨੀਆ ਦੇ ਵਿੱਚ ਬਣਾਈ ਗਈ ਆ ਵੀ ਇਦਾਂ ਦੇ ਹਾਲਾਤ ਵੀ ਕਦੀ ਆਉਣਗੇ। ਭਾਵੇਂ ਕਹਿੰਦੇ ਨਹੀਂ ਹੁੰਦੇ ਉਹ ਬਸ਼ਰਮਾ ਦੀ ਡੁੱਲੀ ਦਾਲ ਉਹ ਕਹਿੰਦੇ ਭੁੰਨੇ ਬਹਿ ਕੇ ਖਾਈਦਾ, ਭਾਵੇਂ ਕਿ ਉਸ ਜਿਹੜੀ ਕੀਤੀ ਹੋਈ ਸਾਰੇ 1.5 ਸਾਲ ਦੀ ਕਿਰਕਰੀ ਨੂੰ ਮਾਫੀ ਮੰਗ ਕੇ ਜਾਨ ਛਡਾਉਣੀ ਪਈ, ਕਾਨੂੰਨ ਵਾਪਸ ਵੀ ਲੈਣੇ ਪਏ, ਪਰ ਉਹਦੇ ਭਗਤ ਹਜੇ ਵੀ ਇਹ ਗੱਲ ਮੰਨਦੇ ਆ ਜੀ ਦੇਸ਼ ਦੀ ਸੁਰੱਖਿਆ ਦਾ ਮਸਲਾ ਸੀ ਤਾਂ ਅਸੀਂ ਕਾਨੂੰਨ ਵਾਪਸ ਲੈ ਲਏ ਜਾਂ ਅਸੀਂ ਇਹਨਾਂ ਨੂੰ ਸਮਝਾ ਨਹੀਂ ਸਕੇ। ਇੱਕ ਤਾਂ ਇਹ ਵੱਡਾ ਜਿਹੜਾ ਸੈਟਬੈਕ ਲੱਗਾ ਭਾਰਤ ਦੀ ਸਿਆਸਤ ਵਿੱਚ, ਸਭ ਨੂੰ ਵੱਡੀ ਪਾਰਟੀ ਜਿਹੜੀ ਦੁਨੀਆ ਦੀ ਆਪਣੇ ਆਪ ਨੂੰ ਉਹ ਕਹਿੰਦੇ ਨੇ। ਦੂਸਰਾ ਜਿਹੜਾ ਪੱਛਮੀ ਬੰਗਾਲ ਦੀਆਂ ਇਲੈਕਸ਼ਨਾਂ ਹੁੰਦੀਆਂ, ਸ਼ਾਮ ਦਾਮ ਦੰਦ ਪੇੜ ਸਭ ਕੁਝ ਇਹਨਾਂ ਨੇ ਕਰਕੇ ਦੇਖ ਲਿਆ।
ਇਹਨਾਂ ਨੂੰ ਇਹ ਲੱਗਦਾ ਸੀ ਕਿ ਪੱਛਮੀ ਬੰਗਾਲ ਤਾਂ ਅਸੀਂ ਜਿੱਤਿਆ ਪਿਆ ਤੇ ਦੂਜੇ ਦਿਨ ਅਸੀਂ ਅੰਦੋਲਨ ਵਾਲੇ ਡੰਡੇ ਮਾਰ ਕੇ ਭਜਾ ਦੇਣੇ। ਦੀਦੀ ਨੂੰ ਝੇਡਾਂ ਵੀ ਕਰ ਮੈਂ ਕਿਹਾ ਜੀ ਉਸ ਵੇਲੇ ਤੱਕ ਇਦਾਂ ਦੀ ਲਫ਼ਜ਼ਾਂ ਦੀ ਮਰਿਆਦਾ ਵੀ ਇਹਨਾਂ ਲੋਕਾਂ ਨੇ ਲੰਘੀ ਤੇ ਉਹਦੇ ਵਿੱਚ ਜਿੱਦਾਂ ਲੱਖ 2-2 ਲੱਖ ਬੰਦਾ ਇਕੱਠਾ ਕਰਕੇ ਉਹਨਾਂ ਦੀ ਮਮਤਾ ਬੈਨਰਜੀ ਦੀ ਪਾਰਟੀ ਚੋਂ, ਕਾਮਰੇਡਾਂ ਵਿੱਚੋਂ, ਕਾਂਗਰਸ ਵਿੱਚੋਂ ਬੰਦੇ ਸ਼ਾਮਲ ਕਰ ਕਰਕੇ ਇਦਾਂ ਦਾ ਮਾਹੌਲ ਬਣਾਤਾ ਜਿੱਦਾਂ ਦਾ ਹੁਣ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ। ਤੇ ਇਹ ਮਾਹੌਲ ਉੱਥੇ ਸਿਰਜਿਆ, ਪਰ ਉੱਥੇ ਵੀ ਕਹਿ ਸਕਦੇ ਇਹਨਾਂ ਦਾ ਵੋਟ ਪ੍ਰਤੀਸ਼ਤ ਵਧਿਆ, ML ਵੀ ਵੱਧ ਕੇ ਜਿਹੜੇ ਇਹਨਾਂ ਦੇ ਉਹ 2-3-4 ਤੋਂ ਜਿਹੜੇ ਸੀਗੇ ਉਹ ਲਗਭਗ 100 ਦੇ ਨੇੜੇ ਤੇੜੇ ਆ ਗਏ। ਪਰ ਜਿਹੜੀ ਸੱਤਾ ਦੀ ਕੁਰਸੀ ਨੂੰ ਇਹਨਾਂ ਨੇ ਭਾਜੜ ਲਾਈ ਹੋਈ ਸੀ, 200 MP ਦਾ ਉੱਥੇ ਜਾ ਕੇ ਪ੍ਰਚਾਰ ਕਰਨਾ, ਪ੍ਰਧਾਨ ਮੰਤਰੀ ਦਾ ਸਭ ਕੁਝ ਕਰਨਾ, ਪਰ ਉਹ ਜਿਹੜੀ ਸੱਤਾ ਦੀ ਕੁਰਸੀ ਨੂੰ ਹੱਥ ਨਹੀਂ ਪਿਆ। ਬਹੁਤ ਵੱਡੀ ਉੱਥੋਂ ਮੂੰਹ ਦੀ ਖਾ ਕੇ ਡਿੱਗੇ ਨੇ। ਕਿਸਾਨਾਂ ਦਾ ਅੰਦੋਲਨ ਦਾ ਵੀ ਉੱਥੇ ਜਿਹੜਾ ਜ਼ਿਕਰ ਹੋਇਆ, ਕਿਸਾਨਾਂ ਨੇ ਵੀ ਇਹਨਾਂ ਦੇ ਖਿਲਾਫ ਪ੍ਰਚਾਰ ਕੀਤਾ, ਪਰ ਮਮਤਾ ਬੈਨਰਜੀ ਨੇ ਦੱਸ ਦਿੱਤਾ ਕਿ ਜਿਹੜੇ ਸਥਾਨਕ ਲੋਕ ਨੇ, ਬੰਗਾਲੀ ਲੋਕ ਨੇ, ਪੰਜਾਬੀ ਲੋਕ ਨੇ, ਇਹ ਲੋਕ ਜਿਹੜੇ ਨੇ ਰੈਬਲ ਸੁਭਾਅ ਦੇ ਮੰਨੇ ਜਾਂਦੇ ਆ ਤੇ ਸੱਤਾ ਨੂੰ ਜਿਹੜੀ ਆ ਇਹ ਅੱਖ 'ਚ ਅੱਖ ਪਾ ਕੇ ਦੇਖਣ ਦੀ ਜ਼ਰੂਰਤ ਰੱਖਦੇ ਨੇ। ਇਹ 2-3 ਘਟਨਾਵਾਂ ਇੱਦਾਂ ਦੀਆਂ ਰਹੀਆਂ ਸਿਆਸੀ ਤੌਰ ਤੇ ਵੀ ਜਿਨ੍ਹਾਂ ਘਟਨਾਵਾਂ ਨੇ ਭਾਰਤ ਦੀ ਵੱਡੀ ਪਾਰਟੀ ਨੂੰ ਇਸ ਵੇਲੇ ਖੜੋਤ ਵਿੱਚ ਲੈ ਆਂਦਾ। ਖੜੋਤ ਹੀ ਨਹੀਂ, ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋ ਜਿਹੜੀਆਂ 2022 'ਚ ਇਲੈਕਸ਼ਨਾਂ ਹੋ ਰਹੀਆਂ, UP ਦੇ ਵਿੱਚ ਜਿੰਨਾ ਇਹਨਾਂ ਦਾ ਗ੍ਰਾਫ ਥੱਲੇ ਡਿੱਗ ਗਿਆ, ਜਿਹਦੇ ਸਿਰ ਦੇ ਉੱਤੇ ਇਹਨਾਂ ਨੇ ਭਾਰਤ ਵਿੱਚ ਰਾਜ ਕਰਨਾ ਹੈ, ਉਹ 2021 ਦਾ ਜਿਹੜਾ ਸਮਾਂ ਇਹਨਾਂ ਲਈ ਉਹ ਗਿਰਾਵਟ ਵਾਲਾ ਮੰਨਿਆ ਜਾਊਗਾ, ਖੜੋਤ ਵਾਲਾ ਮੰਨਿਆ ਜਾਊਗਾ ਤੇ ਬੈਕ ਗੇਅਰ ਜਿਹੜਾ ਭਾਜਪਾ ਦਾ ਹੁਣ ਤੱਕ ਦੇ ਸਮੀਕਰਨਾਂ ਮੁਤਾਬਕ ਉਹ ਲੱਗ ਚੁੱਕਾ ਹੈ। ਜੀ ਸ਼ਰਮਾ ਜੀ, ਗੱਲ ਅਸੀਂ ਪੰਜਾਬ ਦੀ ਸਿਆਸਤ ਦੀ ਵੀ ਕਰ ਲਈ ਆ, ਕਿਸਾਨ ਅੰਦੋਲਨ ਦੀ ਵੀ ਕਰ ਲਈ, ਖੇਡ ਜਗਤ ਦੀ ਵੀ ਕਰ ਲਈ, ਬਾਲੀਵੁੱਡ ਦੀ ਵੀ ਕਰ ਲਈ ਤੇ ਭਾਰਤ ਦੀ ਸਿਆਸਤ ਦੀ ਵੀ ਕਰ ਲਈ। ਜੇ ਆਰਥਿਕ ਪੱਖ ਤੋਂ ਦੇਖਣਾ ਹੋਵੇ ਤੇ ਇਹ 2021 ਦਾ ਜਿਹੜਾ ਵਰ੍ਹਾ ਆ ਇਹ ਭਾਰਤ ਲਈ ਕਿੱਦਾਂ ਦਾ ਰਿਹਾ? ਦੇਖੋ, ਆਰਥਿਕ ਪੱਖ ਲਈ ਇੱਕ ਇਕੱਲੇ ਵਰ੍ਹੇ ਦੀ ਗੱਲ ਕਰੀਏ ਤੇ ਉਹ ਥੋੜੀ ਗੱਲ ਆ, ਪਰ ਫਿਰ ਵੀ ਜੇਕਰ ਅਸੀਂ ਸਿਰਫ ਔਰ ਸਿਰਫ ਜਿੱਦਾਂ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ, ਅਸੀਂ ਇਸ ਸਾਲ ਦਾ ਹੀ ਲੇਖਾ ਜੋਖਾ ਕਰਨਾ ਹੋਵੇ ਤੇ ਬਹੁਤ ਵੱਡੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਨਾਲ ਇਸ ਸਾਲ ਨੂੰ ਪੜਚੋਲ ਲਈ ਕੀਤਾ ਜਾਵੇਗਾ ਤੇ ਯਾਦ ਵੀ ਰੱਖਿਆ ਜਾਵੇਗਾ। ਇੱਕ ਸਮੇਂ ਦੇ ਵਿੱਚ 1 ਕਰੋੜ ਰੁਪਏ ਨਾਲ ਬਣਾਈ ਹੋਈ LIC ਇਸ ਵੇਲੇ 35 ਲੱਖ ਕਰੋੜ ਤੋਂ ਵੀ ਵੱਡੀ ਕੰਪਨੀ ਆ ਤੇ ਇਹ ਸਰਕਾਰ ਉਸ ਕੰਪਨੀ ਦੇ ਵਿੱਚ ਵੀ IPO ਲਿਆ ਕੇ ਜਾਂ ਉਹਦੇ ਵਿੱਚ ਵਿਦੇਸ਼ੀ ਨਿਵੇਸ਼ ਲਿਆ ਕੇ ਜਾਂ ਉਹਦੇ ਜਿਹੜੇ ਨੇ ਸ਼ੇਅਰ ਮਾਰਕੀਟ ਦੇ ਵਿੱਚ ਉਹਨੂੰ ਲਿਆ ਕੇ ਉਹਨੂੰ ਵੇਚਣ ਦੀ ਤਿਆਰੀ ਵਿੱਚ ਹੈ। ਹਾਲਾਂਕਿ ਇਹ ਉਸ ਵੇਚਣ ਦੇ ਲਈ ਸ਼ਬਦ ਇਹਨਾਂ ਨੇ ਹੋਰ ਬਣਾ ਲਏ ਨੇ। ਇਸੇ ਤਰੀਕੇ ਦੇ ਨਾਲ ਜੇ ਅਸੀਂ ਇੰਡੀਅਨ ਰੇਲਵੇ ਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਨਿੱਜੀਕਰਨ ਇਹ ਕਰਨ ਲਈ ਤਿਆਰ ਨੇ। ਅਸੀਂ ਦੁਨੀਆ ਦੇ ਵਿੱਚ ਆਰਥਿਕ ਮੰਦੀ ਦੇ ਦੌਰ 'ਚ ਦੇਖਿਆ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਡੀ ਆਰਥਿਕ ਮੰਦੀ ਆਈ, ਬੈਂਕਾਂ ਬੰਦ ਹੋਈਆਂ, ਲੋਕਾਂ ਦੇ ਪੈਸੇ ਡੁੱਬ ਗਏ, ਪਰ ਭਾਰਤ ਵਿੱਚ RBI ਵਰਗੀ ਸੰਸਥਾ ਦੇ ਹੋਣ ਕਰਕੇ ਇਹ ਜਿਹਾ ਕੁਝ ਨਹੀਂ ਹੋਇਆ। ਭਾਰਤ ਵਿੱਚ ਬੈਂਕਾਂ ਦਾ ਹਾਲਾਤ ਖਰਾਬ ਰਹੇ ਜਦੋਂ 1969 ਤੋਂ ਪਹਿਲਾਂ ਤੱਕ ਬੈਂਕਾਂ ਨੈਸ਼ਨਲਾਈਜ਼ ਨਹੀਂ ਹੋਈਆਂ ਸੀ। ਆਜ਼ਾਦੀ 47 ਤੋਂ ਲੈ ਕੇ 55 ਤੱਕ ਭਾਰਤ ਵਿੱਚ ਵੀ 2-250 ਬੈਂਕਾਂ ਜਿਹੜੀਆਂ ਉਹ ਬੰਦ ਹੋਈਆਂ ਸੀ, ਜਿਹੜੀਆਂ ਕਿ ਤੁਸੀਂ ਕਹਿ ਸਕਦੇ ਆ ਬਿਲਕੁਲ ਪ੍ਰਾਈਵੇਟ ਬੈਂਕਾਂ ਹੁੰਦੀਆਂ ਸੀ। ਮੰਨ ਲਓ ਮੈਂ ਕੋਈ ਵੱਡਾ ਬੰਦਾ ਸੀ, ਮੈਂ ਹੀ ਇੱਕ ਅਦਾਰਾ ਬਣਾਇਆ ਸੀ ਤੇ ਬਾਅਦ ਵਿੱਚ ਮੈਂ ਹੀ ਭੱਜ ਗਿਆ। ਪਰ ਜਦੋਂ ਇਹ ਸਾਰੀ ਕਹਾਣੀ ਇੰਦਰਾ ਗਾਂਧੀ ਦੇ ਸਮੇਂ ਤੇ ਆਈ, ਬੈਂਕਾਂ ਦਾ ਨੈਸ਼ਨਲਾਈਜੇਸ਼ਨ ਹੋਇਆ, 27 ਰਾਸ਼ਟਰੀ ਬੈਂਕਾਂ ਬਣੀਆਂ, ਉਸ ਤੋਂ ਬਾਅਦ ਭਾਰਤ ਦਾ ਬੈਂਕਿੰਗ ਕਾਰੋਬਾਰ ਜਿਹੜਾ ਆ ਉਹ ਬਹੁਤ ਸਾਫ਼ ਸੁਥਰੇ ਤੇ ਪਾਰਦਰਸ਼ੀ ਢੰਗ ਨਾਲ ਚੱਲਦਾ ਰਿਹਾ। ਹਾਲਾਂਕਿ ਨੋਟਬੰਦੀ ਦੌਰਾਨ ਜਾਂ ਕੁਝ ਬੀਤੇ ਸਮੇਂ ਦੇ ਵਿੱਚ ਵੀ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਉਹ ਜ਼ਰੂਰ ਹੋਈਆਂ, ਪਰ ਇਸ ਸਰਕਾਰ ਨੇ ਇਸੇ ਸਾਲ ਦੇ ਬਜਟ ਦੇ ਦੌਰਾਨ ਐਲਾਨ ਕਰ ਦਿੱਤਾ ਕਿ ਅਸੀਂ ਕੁਝ ਬੈਂਕਾਂ ਜਿਹੜੀਆਂ ਉਹ ਇਕੱਠੀਆਂ ਕਰ ਦੇਣੀਆਂ। 27 ਤੋਂ ਘਟਾ ਕੇ ਇਹਨਾਂ ਨੇ ਬੈਂਕਾਂ ਦੀ ਗਿਣਤੀ 12 ਕਰ ਦਿੱਤੀ ਤੇ ਹੈਰਾਨੀ ਦੀ ਗੱਲ ਆ ਕਿ 2017 ਦੇ ਵਿੱਚ ਜਦੋਂ ਪੂਰੇ ਭਾਰਤ ਦੇ ਵਿੱਚ 8,85,000 ਦੇ ਕਰੀਬ ਸਰਕਾਰੀ ਮੁਲਾਜ਼ਮ ਬੈਂਕਾਂ ਦੇ ਵਿੱਚ ਸਨ, ਉਹੀ ਜਿਹੜੀ ਹੁਣ ਗਿਣਤੀ ਆ ਉਹ 7 ਲੱਖ ਤੋਂ ਵੀ ਥੋੜੀ ਜੀ ਵੱਧ ਰਹਿ ਗਈ। ਯਾਨੀ ਕਿ ਲੱਖ ਤੋਂ ਜ਼ਿਆਦਾ ਤੇ ਮੁਲਾਜ਼ਮ ਘਟਾ ਦਿੱਤਾ ਇਹਨਾਂ ਨੇ। ਜਦ ਕਿ ਇਹ ਜਦੋਂ ਇਹਨਾਂ ਨੇ ਸਹੁੰ ਚੱਕੀ ਸੀ ਤੇ ਇਹਨਾਂ ਨੇ ਕਿਹਾ ਸੀਗਾ ਕਿ 1 ਕਰੋੜ ਰੁਜ਼ਗਾਰ ਹਰ ਸਾਲ ਅਸੀਂ ਨਵਾਂ ਦੇਵਾਂਗੇ ਜੀ। ਇਹਦੇ ਨਾਲ ਹੋਰ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਹੋਈਆਂ ਨੇ। LIC ਜਾਂ ਬੈਂਕਿੰਗ ਦੀ ਗੱਲ ਆ, ਰੇਲਵੇ ਦੀ ਗੱਲ ਆ, ਪੋਰਟਸ ਦੀ ਗੱਲ ਆ, ਜਿਹੜੇ ਇਹਨਾਂ ਨੇ 에ਅਰਪੋਰਟਸ ਬਣਾਏ ਨੇ। ਪ੍ਰਧਾਨ ਮੰਤਰੀ ਆਪ ਜਾਂਦੇ ਨੇ ਕੋਚੀ ਦੇ 에ਅਰਪੋਰਟ ਦੇ ਵਿੱਚ, ਉਹਦਾ ਉਦਘਾਟਨ ਕਰਦੇ ਨੇ ਤੇ ਅਗਲੇ ਸਾਲ ਹੀ ਉਸ 에ਅਰਪੋਰਟ ਨੂੰ ਕਿਰਾਏ ਤੇ ਦੇ ਦਿੱਤਾ ਜਾਂਦਾ, ਕਿਸੇ ਹੋਰ ਕੰਪਨੀ ਨੂੰ ਠੇਕੇ ਤੇ ਦੇ ਦਿੱਤਾ ਜਾਂਦਾ। ਸ਼ਰਮਾ ਜੀ, ਮੈਂ ਤੁਹਾਡੀ ਗੱਲ ਰੋਕ ਰਿਹਾ, ਇਹ ਕੋਈ ਦੱਸ ਸਕਦੇ ਸਾਨੂੰ ਵੀ ਸਰਕਾਰ ਜੋ ਹੁਣ ਤੱਕ ਸਰਕਾਰੀ ਅਦਾਰਿਆਂ ਨੂੰ ਵੇਚ ਸਕਦੀ ਸੀ ਉਹ ਸਾਰੇ ਵੇਚ ਦਿੱਤੇ ਗਏ ਜਾਂ ਪ੍ਰਾਈਵੇਟ ਸੰਸਥਾਵਾਂ ਨੂੰ ਦੇ ਦਿੱਤੇ ਗਏ ਕਿ ਜਾਂ ਹੁਣ ਬਚਿਆ ਕੁਝ? ਨਹੀਂ ਬਿਲਗਾ ਸਾਹਿਬ, ਜੇ ਤੁਸੀਂ ਭਾਰਤ ਦੀ ਗੱਲ ਕਰੋ ਤੇ ਇਹਨੂੰ ਤੇ ਮੁਗਲ ਕਈ ਸੌ ਸਾਲ ਲੁੱਟਦੇ ਰਹੇ, ਅੰਗਰੇਜ਼ ਕਈ ਸੌ ਸਾਲ ਲੁੱਟਦੇ ਰਹੇ, ਇੰਨੀ ਛੇਤੀ ਖਤਮ ਹੋਣ ਵਾਲੀ ਸੰਸਥਾ ਨਹੀਂ ਹੈਗੀ। ਹਾਲੇ ਵੀ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਪਣੇ ਦੇਸ਼ ਦੀ ਖੇਤੀ ਦੀ ਗੱਲ ਕਰਦੇ ਆ ਤੇ ਉਹ ਆਪ ਕਹਿੰਦੇ ਨੇ ਕਿ ਹਾਲੇ ਕਈ ਲੱਖ ਏਕੜ ਜ਼ਮੀਨ ਐਸੀ ਆ ਜਿੱਥੇ ਹਾਲੇ ਤੱਕ ਅਸੀਂ ਵਾਹੀ ਵੀ ਨਹੀਂ ਕੀਤੀ। ਸੋ ਬਹੁਤ ਸਾਰੇ ਸਾਧਨ ਤੇ ਸੰਸਾਧਨ ਐਸੇ ਨੇ ਜਿਹੜੇ ਹਾਲੇ ਤੱਕ ਸਾਡੇ ਕੋਲ ਪਏ ਨੇ, ਬਹੁਤ ਕੁਝ ਆ, ਪਰ ਜਿਹੜੀ ਇਹਨਾਂ ਦੀ ਨੀਤ ਆ ਜਾਂ ਜੋ ਇਹਨਾਂ ਦੀ ਕਹਾਣੀਆਂ, ਅਸੀਂ ਹਾਲੇ ਸਿਰਫ ਉਸ 1 ਸਾਲ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਘਟਨਾ ਜੇ ਮੈਂ ਨਿੱਜੀ ਤੌਰ ਤੇ ਦੇਖਾਂ ਤੇ 에ਅਰ ਇੰਡੀਆ ਨੂੰ ਵੇਚਣਾ ਜਿਹੜਾ ਆ ਉਹ ਹੋਰ ਵੀ
ਮੰਦਭਾਗਾ ਵੀ ਆ ਤੇ ਸ਼ਰਮਨਾਕ ਵੀ ਆ। ਦੁਨੀਆ ਦੇ ਛੋਟੇ-ਛੋਟੇ ਮੁਲਕਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਕਤਰ ਦੀ ਗੱਲ ਕਰਦੇ ਹਾਂ ਤੇ ਮੈਗਨੀਫਾਈਂਗ ਗਲਾਸ ਲੈ ਕੇ ਉਹਨੂੰ ਲੱਭਣਾ ਪੈਂਦਾ, ਪਰ ਕਤਰ ਜਦੋਂ 에ਅਰਵੇਜ਼ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦੀਆਂ ਵਧੀਆ 에ਅਰਲਾਈਨਸ ਦੇ ਵਿੱਚ ਮੰਨੀ ਜਾਂਦੀਆਂ। ਤੇ 에ਅਰ ਇੰਡੀਆ ਜਿਹੜੀ ਆ ਇੱਕ ਚੰਗੀ 에ਅਰਲਾਈਨ ਸੀ, ਚੰਗਾ ਉਹਨਾਂ ਕੋਲ ਫਲੀਟ ਸੀ, ਚੰਗੇ 에ਅਰਪੋਰਟਸ ਨੇ, ਸਾਰਾ ਕੁਝ ਚੰਗਾ ਹੈ, ਪਰ ਇਹਨਾਂ ਨੇ ਉਹਦੀ ਜਿਹੜੀ ਜਦੋਂ ਗਿਣਤੀ ਕਰਵਾਈ ਆ ਆਡੀਟਰ ਕੋਲੋਂ ਤੇ ਉਹ 30-32 ਹਜ਼ਾਰ ਕਰੋੜ ਦੀ ਕੰਪਨੀ ਆ ਤੇ ਵੇਚਣ ਲੱਗਿਆਂ ਨੇ ਉਹ 18,000 ਕਰੋੜ ਦੀ ਵੇਚ ਦਿੱਤੀ ਆ। 15,000 ਕਰੋੜ ਉਹਦੀ ਬੇਸ ਪ੍ਰਾਈਸ ਸੀ ਤੇ ਅਸੀਂ ਆਉਣ ਵਾਲੇ ਸਾਲਾਂ 'ਚ ਦੇਖਾਂਗੇ ਕਿ ਜਿਨ੍ਹਾਂ ਨੇ ਵੀ ਉਹ ਖਰੀਦੀ ਆ ਉਹਨਾਂ ਨੇ ਇਹਨੂੰ ਚਲਾਉਣਾ ਆ। ਸੋ ਜਦੋਂ ਅਸੀਂ ਆਰਥਿਕ ਉਦਾਹਰਨਾਂ ਦੀ ਗੱਲ ਕਰਦੇ ਹਾਂ ਜਾਂ ਆਰਥਿਕ ਸਥਿਤੀ ਦੀ ਗੱਲ ਕਰਦੇ ਹਾਂ ਤੇ ਇੱਥੇ ਇਹਨਾਂ ਦੀ ਜਿਹੜੀ ਕਾਰਜ ਪ੍ਰਣਾਲੀ ਆ ਉਹਦੇ ਤੇ ਸ਼ੰਕਾ ਆ। ਜਿੱਦਾਂ ਅਸੀਂ ਅਟਲ ਬਿਹਾਰੀ ਵਾਜਪਾਈ ਦੇ ਟਾਈਮ ਤੇ ਕਹਿੰਦੇ ਸੀ ਕਿ ਇਹਨਾਂ ਦੀ ਫੋਰਨ ਪਾਲਿਸੀ ਬਹੁਤ ਚੰਗੀ ਆ। ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਪਾਕਿਸਤਾਨ ਨੂੰ ਇੰਨਾ ਅੱਤਵਾਦੀ ਘੋਸ਼ਿਤ ਕਰ ਦਿੱਤਾ ਸੀ ਕਿ ਸਾਰੇ ਮੁਲਕ ਦੁਨੀਆ ਦੇ ਇਹਨਾਂ ਦੇ ਪੱਖ 'ਚ ਹੋ ਗਏ ਸੀ ਉਸ ਸਮੇਂ ਦੇ ਵਿੱਚ। ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਇਹਨਾਂ ਦੀ ਫੋਰਨ ਪਾਲਿਸੀ ਦੇਖੀਏ ਤੇ ਇਹਨਾਂ ਦੀ ਕਿਸੇ ਵੀ ਦੇਸ਼ ਦੇ ਆਂਢੀ ਗਵਾਂਢੀ ਦੇ ਨਾਲ ਜਿਹੜੇ ਸੰਬੰਧ ਆ ਉਹ ਚੰਗੇ ਨਹੀਂ। ਚੀਨ ਦੇ ਨਾਲ ਜਿਹੋ ਜਿਹਾ ਸੰਬੰਧ ਨੇ ਅਸੀਂ ਜਾਣਦੇ ਹਾਂ, ਪਾਕਿਸਤਾਨ ਦੇ ਨਾਲ ਜਿਹੋ ਜਿਹਾ ਸੰਬੰਧ ਅਸੀਂ ਜਾਣਦੇ ਹਾਂ, ਨੇਪਾਲ ਨਾਲ ਜਿਹੋ ਜਿਹਾ ਸੰਬੰਧ ਨੇ ਉਹ ਅਸੀਂ ਜਾਣਦੇ ਹਾਂ, ਸ਼੍ਰੀਲੰਕਾ ਨਾਲ ਜਿਹੋ ਜਿਹਾ ਸੰਬੰਧ ਨੇ ਉਹ ਅਸੀਂ ਜਾਣਦੇ ਹਾਂ, ਅਫਗਾਨਿਸਤਾਨ ਦੇ ਨਾਲ ਜੋ ਕੁਝ ਕੀਤਾ, ਜੋ ਕੁਝ ਹੋਇਆ, ਜੋ ਕੁਝ ਉਹਦੀਆਂ ਘਟਨਾਕ੍ਰਮ, ਚਾਹੇ ਸਾਰੀ ਦੁਨੀਆ ਤੋਂ ਸਭ ਤੋਂ ਵੱਧ ਇਨਵੈਸਟਮੈਂਟ ਉਹਨਾਂ ਨੇ ਇੱਥੇ ਕੀਤੀ ਸੀ, ਪਰ ਅਮਰੀਕਾ ਨੇ ਜਾਣ ਲੱਗੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਕਿ ਤੁਸੀਂ ਕਿੱਥੇ ਹੋ, ਉਹਨਾਂ ਮੀਟਿੰਗਸ ਦੇ ਵਿੱਚ ਵੀ ਨਹੀਂ ਦਿਖਾਇਆ। ਸੋ ਆਰਥਿਕ ਪੱਧਰ ਦੇ ਉੱਤੇ ਵੀ ਇਹਨਾਂ ਦੀ ਜਿਹੜੀ ਕਾਰਜਸ਼ੈਲੀ ਆ ਉਹ ਸਿਰਫ ਇੱਕ ਗੱਲ ਤੇ ਟਿਕ ਗਈ ਆ ਕਿ ਕਾਰਪੋਰੇਟ ਨੂੰ ਵੱਡਾ ਫਾਇਦਾ ਦੇ ਦਿਓ, ਉਹਦੇ ਤੋਂ ਵੱਡਾ ਫੰਡ ਲੈ ਲਓ, ਚੋਣਾਂ ਕਰਵਾ ਲਓ ਤੇ ਚੋਣਾਂ ਜਿੱਤ ਲਓ, ਤੇ ਜਿਹੜੀ ਜ਼ਿੰਮੇਵਾਰੀ ਆ ਸਰਕਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ, ਦੇਸ਼ ਨੂੰ ਚਲਾਉਣ ਦੀ ਜ਼ਿੰਮੇਵਾਰੀ, ਉਹ ਜਿਹੜੀ ਆ ਉਹਦੇ ਤੋਂ ਇਹ ਬਿਲਕੁਲ ਮੁਨਕਰ ਨੇ। ਇੱਕ ਹੋਰ ਹੈਰਾਨੀ ਵਾਲੀ ਗੱਲ ਆ, ਤੁਸੀਂ ਕਹੋਗੇ ਕਿ ਇਹ ਜਿਹੜਾ ਪ੍ਰੋਗਰਾਮ ਹੈ ਉਹ ਸ਼ਰਮਾ ਜੀ ਸਾਰਾ ਹੀ ਨੈਗੇਟਿਵ ਵਾਲੇ ਪਾਸੇ ਨੂੰ ਲਈ ਜਾ ਰਹੇ ਨੇ। ਕੋਵਿਡ ਦੇ ਦੌਰਾਨ ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ 80 ਕਰੋੜ ਲੋਕਾਂ ਨੂੰ ਭੋਜਨ ਜਿਹੜਾ ਆ ਉਹ ਖਵਾਇਆ। ਸੋ ਇਹਨਾਂ ਦੇ ਮੁਤਾਬਕ 80 ਕਰੋੜ ਉਹ ਲੋਕ ਨੇ ਜਿਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਹੈ, ਕੋਈ ਸਾਧਨ ਨਹੀਂ ਹੈ ਤੇ ਕੋਈ ਭੋਜਨ ਦੀ ਵਿਵਸਥਾ ਵੀ ਨਹੀਂ ਹੈ, ਤੇ ਫਿਰ ਇਹ ਵਿਕਾਸ ਕਿਹਨੂੰ ਕਹਿੰਦੇ ਨੇ? 130-35 ਕਰੋੜ ਦਾ ਮੁਲਕ ਆ ਤੇ 90 ਕਰੋੜ ਵੋਟਰ ਆ, ਇਹਦਾ ਮਤਲਬ ਸਾਰੇ ਹੀ ਲੋਕ ਇਹਨਾਂ ਦੇ ਕੋਲ ਭੁੱਖੇ ਨੇ। ਸੋ ਇਹ ਜਿਹੜੀਆਂ ਗੱਲਾਂ ਨੇ ਉਹ ਧਿਆਨ ਮੰਗਦੀਆਂ ਨੇ। ਬਹੁਤ ਹੀ ਇੱਕ ਡਿਫਰੈਂਟ ਸਥਿਤੀ ਚੋਂ, ਜੇ ਮੈਂ ਬੁਰੀ ਨਾ ਕਵਾਂ, ਭਿਆਨਕ ਕਹਿ ਲਓ ਤੁਸੀਂ, ਬਹੁਤ ਹੀ ਖਤਰਨਾਕ ਸਥਿਤੀ ਚੋਂ ਇਹ ਮੁਲਕ ਲੰਘ ਰਿਹਾ। ਔਰ ਉਹਦੀ ਵਜ੍ਹਾ ਇਹ ਸਿਰਫ ਇਹ ਸਰਕਾਰ ਨਹੀਂ, ਇਹ ਤੋਂ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਵੀ ਜ਼ਿੰਮੇਵਾਰ ਨੇ, ਪਰ ਇਹਨਾਂ ਨੇ ਉਸ ਤੋਂ ਦੋ ਹੱਥ ਅੱਗੇ ਹੋ ਕੇ ਉਸ ਸਥਿਤੀ ਦੇ ਨਾਲ ਨਿਪਟਣ ਲਈ ਜਿਹੜੀ ਯੋਜਨਾ ਬਣਾਈ ਆ ਉਹ ਦੇਸ਼ ਨੂੰ ਕਿਸੇ ਹੋਰ ਪਾਸੇ ਵੱਲ ਲੈ ਕੇ ਜਾ ਰਹੀ। ਜੀ, ਇਸ ਸਾਲ ਦਾ ਲੇਖਾ ਜੋਖਾ ਹਜੇ ਬਹੁਤ ਬਾਕੀ ਹੈ, ਪਰ ਪ੍ਰੋਗਰਾਮ ਦਾ ਸਮਾਂ ਜਿਹੜਾ ਖਤਮ ਹੋ ਗਿਆ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।